This podcast is brought to you by our paid subscribers, who, without their support, this episode would not be possible. So if you haven't already, head over to bosnews.org/subscribe and pitch in a few bucks. It goes a long way in ensuring we are bringing you the best in the news and coverage that matters to the Sikh and Punjabi diaspora. Until then, enjoy this episode of the Punjab Power Play. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ. Hello everybody. We are back for our second episode of Punjab Power Play. I'm your host Jas Oberoi, and with me I have Aman Bali. And we also have a guest today, which Aman will introduce. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ. Welcome back. We have with us today Paramjeet Singh ji. Paramjeet Singh ji has been former president of Sikh Student Federation. Paramjeet Singh ji also is an editor of Sikh Siyasat, which is a Sikh narrative-based magazine and news portal. Paramjeet Singh is very vocal about Sikh issues and Sikh issues ਨੂੰ ਚੁੱਕਦੇ ਨੇ, ਉਹਨਾਂ ਦੇ ਬਾਰੇ 'ਚ ਗੱਲ ਕਰਦੇ ਨੇ. And he has been very vocal in the farmers protest as well. ਇਹਨਾਂ ਨੇ ਦਿੱਲੀ ਮੋਰਚੇ 'ਤੇ ਵੀ ਕਾਫੀ ਟਾਈਮ ਸਪੈਂਡ ਕੀਤਾ ਹੋਇਆ ਹੈ, and he understands Sikh issues very well. So welcome Paramjeet Singh ji. ਮਿਹਰਬਾਨੀ ਜੀ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਜੁੜ ਕੇ. ਬਾਕੀ ਆਪਾਂ ਆਪਣੇ ਅੱਜ ਦੇ ਵਿਸ਼ੇ ਬਾਰੇ ਗੱਲਬਾਤ ਜਿਹੜੀ ਹੈ. ਬਿਲਕੁਲ ਜੀ. ਥੈਂਕ ਯੂ ਅਮਾਨ, ਥੈਂਕ ਯੂ ਪਰਮਜੀਤ ਜੀ. ਅਤੇ ਪਰਮਜੀਤ ਜੀ, ਆਪਣਾ ਪਹਿਲਾ ਜਿਹੜਾ ਹਿੱਸਾ ਹੈ ਪ੍ਰੋਗਰਾਮ ਦਾ, ਉਹਦੇ 'ਚ ਆਪਾਂ ਗੱਲ ਕਰਦੇ ਹਾਂ ਸਿੱਖ ਵੋਟ ਦੀ, ਪੰਥਕ ਵੋਟ ਦੀ ਪੰਜਾਬ 'ਚ, ਜਿਹੜੀ ਕਿ ਆਫਕੋਰਸ ਬਹੁਤ ਹੀ ਇੰਪੋਰਟੈਂਟ ਬਲੋਕ ਹੈ ਹਿਸਟੋਰੀਕਲੀ ਵੀ ਅਤੇ ਅੱਜ ਵੀ. ਤਾਂ ਜੇ ਤੁਸੀਂ ਆਪਣਾ ਵਿਊ ਰੱਖਣਾ ਹੋਏ ਇਸ 'ਤੇ ਕਿ ਅੱਜ ਦਾ ਸਿੱਖ ਪੰਜਾਬ ਦਾ ਅਤੇ ਅੱਜ ਦੀ ਪੰਥਕ ਵੋਟ ਰੱਖਣ ਵਾਲਾ ਵਿਅਕਤੀ ਕੀ ਸੋਚ ਰਿਹਾ ਪੰਜਾਬ 'ਚ, ਉਹਨੂੰ ਕੀ ਲੱਗ ਰਿਹਾ ਅਤੇ ਕਿਹੜੇ ਕਿਹੜੇ ਮੁੱਦੇ ਉਹਨਾਂ ਲਈ ਸਭ ਤੋਂ ਉੱਤੇ ਹੈ, ਅਤੇ ਵਾਟ ਆਰ ਦੇ ਥਿੰਕਿੰਗ ਰਾਈਟ ਨਾਓ? ਹਾਂਜੀ, ਬਿਲਕੁਲ. ਅਤੇ ਮੈਂ ਇਸ ਪਰਟੀਕੂਲਰ ਕੁਐਸਚਨ ਨੂੰ ਐਡਰੈਸ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲ ਜਿਹੜੀ ਹੈ ਉਹ ਕਰਨੀ ਚਾਹੁੰਦਾ ਕਿ ਓਵਰਆਲ ਵੋਟ ਪੋਲੀਟਿਕਸ ਤੋਂ ਕਿਸ ਤਰ੍ਹਾਂ ਦੀਆਂ ਐਕਸਪੈਕਟੇਸ਼ਨਸ ਰੱਖੀਆਂ ਜਾਂਦੀਆਂ, ਅਤੇ ਇਸ ਸੰਬੰਧ ਦੇ ਵਿੱਚ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਰੀਅਲਿਸਟਿਕ ਸਿਚੁਏਸ਼ਨ ਹੈ ਉਹ ਕਿਸ ਤਰ੍ਹਾਂ ਦੀ ਹੈਗੀ ਹੈ. ਆਪਾਂ ਦੇਖੀਏ ਕਿ ਪੰਜਾਬ ਦੇ ਵਿੱਚ ਜਿਹੜੀ ਇੰਡੀਅਨ ਤਖਤ ਜਾਂ ਇੰਡੀਅਨ ਸਟੇਟ ਦੇ ਤਹਿਤ ਹੋਣ ਵਾਲੀ ਵੋਟ ਰਾਜਨੀਤੀ ਆ, ਉਹ ਪਿਛਲੇ ਬੜੇ ਲੰਬੇ ਸਮੇਂ ਤੋਂ 47 ਤੋਂ ਹੀ ਚੱਲਦੀ ਆ ਰਹੀ ਹੈ. ਪਰ ਪੰਜਾਬ ਦੇ ਜਿਹੜੇ ਕੋਰ ਇਸ਼ੂਜ਼ ਨੇ ਉਹ ਇਸ ਸਾਰੇ ਦੇ ਵਿੱਚ ਪਾਰਟੀਸਪੇਸ਼ਨ ਦੇ ਬਾਵਜੂਦ ਕੰਪਲੈਕਸ ਤੋਂ ਕੰਪਲੈਕਸ ਹੀ ਹੁੰਦੇ ਗਏ ਆ. ਅਤੇ ਇਹਦੇ ਕਾਰਨ ਨੇ, ਇਹ ਗੱਲ ਜਿਹੜੀ ਹੈ ਬਿਲਕੁਲ ਆਪਾਂ ਕਹੀਏ ਕਿ ਸਹਿਜ ਸੁਭਾਅ ਹੋ ਗਈ, ਇਸ ਤਰ੍ਹਾਂ ਨਹੀਂ ਹੈਗਾ. ਇਹਦੇ ਪਿੱਛੇ ਬਕਾਇਦਾ ਕਾਰਨ ਹੈਗਾ. ਇੱਕ ਤਾਂ ਇਹ ਹੈ ਕਿ ਸਾਰੀ ਦੁਨੀਆ ਦੇ ਵਿੱਚ ਵੈਸੇ ਹੀ ਸਮੱਸਿਆਵਾਂ ਕੰਪਲੈਕਸ ਹੋ ਰਹੀਆਂ, ਪਰ ਕੁਝ ਇੱਕ ਥਾਵਾਂ ਦੇ ਉੱਪਰ ਇਹ ਇਨਸ਼ੋਰ ਕਰਕੇ ਰੱਖਿਆ ਜਾਂਦਾ ਕਿ ਸਮੱਸਿਆਵਾਂ ਕੰਪਲੈਕਸ ਰਹਿਣ ਅਤੇ ਹੌਲੀ ਹੌਲੀ ਉਹ ਫਿਰ ਚਰਚਾ ਦੇ ਵਿੱਚੋਂ ਬਾਹਰ ਹੋ ਜਾਣ. ਇੱਥੇ ਇਸ ਤਰ੍ਹਾਂ ਦਾ ਜਿਹੜਾ ਅਮਲ ਆ ਉਹ ਚੱਲਿਆ, ਕਿਉਂਕਿ ਜਿਹੜੀ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ, ਜਿਹੜੀ 2022 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਹੋਣੀ ਹੈ, ਉਹਦੇ ਵਿੱਚ ਅਲਟੀਮੇਟ ਨਤੀਜਾ ਤਾਂ ਇਹ ਨਿਕਲਣਾ ਨਾ ਕਿ ਪੰਜਾਬ ਦੇ ਲੋਕਾਂ ਨੇ ਕੁਝ ਨੁਮਾਇੰਦੇ ਚੁਣ ਕੇ ਪੰਜਾਬ ਸਟੇਟ ਅਸੈਂਬਲੀ ਦੇ ਵਿੱਚ ਭੇਜਣੇ ਹੈ, ਜਿਨ੍ਹਾਂ ਦੇ ਕੋਲ ਲੈਜਿਸਲੇਟਿਵ ਪਾਵਰ ਹੋਊਗੀ, ਜਿਨ੍ਹਾਂ ਕੋਲ ਲੈਜਿਸਲੇਟਿਵ ਦੇ ਨਾਲ ਐਗਜ਼ੀਕਿਊਟਿਵ ਅਖਤਿਆਰ ਹੋਣਗੇ ਕਿ ਜੋ ਫੈਸਲਾ ਵਿਧਾਨ ਸਭਾ ਦੇ ਵਿੱਚ ਲੈਂਦੇ ਹੈ ਉਹਨੂੰ ਫਿਰ ਆਪਣੀ ਮਸ਼ੀਨਰੀ ਦੇ ਨਾਲ ਹੀ ਇੰਪਲੀਮੈਂਟ ਕਰ ਸਕਣ. ਪਰ ਆਪਾਂ ਜੇ ਪਿਛਲੇ ਇਹ ਸਾਰੇ ਸਮੇਂ ਦੇ ਦੌਰਾਨ ਦੇਖੀਏ ਕਿ ਸਿਰਫ ਪੰਜਾਬ ਨਹੀਂ, ਬਾਕੀ ਸਾਰੀਆਂ ਜਿੰਨੀਆਂ ਵੀ ਇੰਡੀਆ ਦੀਆਂ ਸਟੇਟਸ ਨੇ, ਉੱਥੇ ਜਿਹੜੇ ਸਟੇਟ ਸਬਜੈਕਟ ਆ ਉਹ ਲਗਾਤਾਰ ਘਟਦੇ ਜਾ ਰਹੇ ਆ. ਉਹਨਾਂ ਦੀਆਂ ਪਾਵਰਸ ਜਿਹੜੀਆਂ ਮਿਲੀਆਂ ਹੋਈਆਂ, ਉਹਨਾਂ ਨੂੰ ਐਕਸਰਸਾਈਜ਼ ਕਰਨ ਦੀ ਜਿਹੜੀ ਕੈਪੇਬਿਲਿਟੀ ਆ ਉਹ ਘਟਦੀ ਜਾ ਰਹੀ ਹੈ. ਇੱਕ ਲੇਟੈਸਟ ਐਗਜ਼ਾਮਪਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ. ਆਈ ਥਿੰਕ ਔਰ ਲਿਸਨਰਸ ਵੁੱਡ ਬੀ ਏਬਲ ਟੂ ਐਪਰੀਸ਼ੀਏਟ ਕਿ ਮੈਂ ਕੀ ਗੱਲ ਕਹਿਣੀ ਚਾਹੁੰਦਾ ਹਾਂ. ਉਹ ਇਹ ਹੈਗੀ ਹੈ ਕਿ 3 ਫਾਰਮ ਲਾਜ਼ ਸੈਂਟਰ ਨੇ ਪਾਸ ਕੀਤੇ, ਤਾਂ ਉਹਦੇ ਕੰਟਰਾਸਟ ਦੇ ਵਿੱਚ ਜਿਹੜੇ ਅਖਤਿਆਰ ਕੌਨਸਟੀਟਿਊਸ਼ਨਲੀ ਪੰਜਾਬ ਸਟੇਟ ਅਸੈਂਬਲੀ ਨੂੰ ਮਿਲੇ ਹੋਏ ਆ, ਉਹਨਾਂ ਨੂੰ ਐਕਸਰਸਾਈਜ਼ ਕਰਦਿਆਂ ਹੋਇਆਂ ਪੰਜਾਬ ਸਟੇਟ ਅਸੈਂਬਲੀ ਨੇ ਆਪਣੇ 3 ਬਿੱਲ ਪਾਸ ਕੀਤੇ, ਜਿਨ੍ਹਾਂ ਦੇ ਬਾਰੇ ਦੇ ਵਿੱਚ ਚਰਚਾ ਬਹੁਤ ਘੱਟ ਹੁੰਦੀ ਹੈ.
ਉਹ 3 ਬਿੱਲ ਪਾਸ ਹੋਏ, ਪਰ ਕਿਉਂਕਿ ਉਹ ਹੁਣ ਕੰਕਰੰਟ ਲਿਸਟ ਦੀ ਜੁਰਿਸਡਿਕਸ਼ਨ ਇਸਤੇਮਾਲ ਕਰ ਰਹੀ ਸੀਗੀ ਲੈਜਿਸਲੇਚਰ, ਤਾਂ ਉਹ ਗਵਰਨਰ ਦੇ ਕੋਲ ਤਾਂ ਹਰ ਇੱਕ ਬਿੱਲ ਹੀ ਜਾਣਾ ਹੁੰਦਾ, ਪਰ ਉਹ ਗਵਰਨਰ ਨੇ ਸੈਂਟਰ ਦੇ ਕੋਲ ਭੇਜਣੇ ਸੀਗੇ। ਉਹ ਅਜੇ ਤੱਕ ਮਤਲਬ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਨੇ, ਜਿਨ੍ਹਾਂ ਦੇ ਬਾਰੇ ਦੇ ਵਿੱਚ ਹੁਣ ਇੰਨਾ ਇਨਥਿਊਜ਼ਿਜ਼ਮ ਆ ਕਿ ਨਵੇਂ ਕਿਹੜੇ ਹੋਣੇ ਆ, ਉਹਨਾਂ ਦੇ ਵਿੱਚੋਂ 117 ਦੇ ਵਿੱਚੋਂ 115 ਨੇ ਆਪਣੀ ਪਾਵਰ ਦਾ ਇਸਤੇਮਾਲ ਕਰਦਿਆਂ ਹੋਇਆਂ ਪੰਜਾਬ ਦੇ ਹੱਕ ਦੇ ਵਿੱਚ ਇੱਕ ਫੈਸਲਾ ਲਿਆ। ਉਸ ਫੈਸਲੇ ਦੀ ਜਿਹੜੀ ਹੈਸੀਅਤ ਆ, ਉਸ ਕਾਗਜ਼ ਦੀ ਕੀਮਤ ਜਿੰਨੀ ਵੀ ਨਹੀਂ ਹੋਈ ਜਿਸ ਕਾਗਜ਼ ਦੇ ਉੱਪਰ ਉਹ ਫੈਸਲਾ ਲਿਖਿਆ ਹੋਇਆ ਸੀ। ਸੋ ਦਿਸ ਇਜ਼ ਦਾ ਸਿਚੁਏਸ਼ਨ ਜਿਹੜੀ ਆਪਾਂ ਨੂੰ ਧਿਆਨ ਦੇ ਵਿੱਚ ਸਦਾ ਰੱਖਣੀ ਚਾਹੀਦੀ ਹੈ। ਜੇਕਰ ਤਾਂ ਗਵਰਨੈਂਸ ਦੀ ਪੋਲਿਟਿਕਸ ਕਰਨੀ ਆ ਪੰਜਾਬ ਦੇ ਵਿੱਚ, ਉਹਦੇ ਵਾਸਤੇ ਵੀ ਇੱਕ ਲਿਮਿਟਿਡ ਸਕੋਪ ਜਿਹੜਾ ਆ ਉਹ ਅਜੇ ਫਿਰ ਵੀ ਬਚਿਆ ਹੋਇਆ। ਪਰ ਜੇ ਆਪਾਂ ਪੰਜਾਬ ਦੇ ਕੋਰ ਇਸ਼ੂਜ਼ ਦੀ ਪੋਲਿਟਿਕਸ ਕਰਨੀ ਹੈ ਤਾਂ ਉਸ ਮਾਮਲੇ ਦੇ ਵਿੱਚ ਦੇਖ ਲੈਣਾ ਚਾਹੀਦਾ ਕਿ ਜਿੱਥੇ ਪੰਜਾਬ ਦਾ ਸਿਰਫ ਕਿਸਾਨੀ ਤਬਕਾ ਨਹੀਂ, ਪੰਜਾਬ ਦੀ ਪੂਰੀ ਸੁਸਾਇਟੀ ਇਨਵੋਲਵ ਹੋ ਗਈ ਸੀਗੀ ਜਿਸ ਮਸਲੇ ਦੇ ਵਿੱਚ, ਉਸ ਮਸਲੇ ਦੇ ਉੱਪਰ ਕੌਨਸਟੀਟਿਊਸ਼ਨਲ ਪਾਵਰਸ ਨੂੰ ਐਕਸਰਸਾਈਜ਼ ਕਰਦਿਆਂ ਹੋਇਆਂ, ਬਿਲਕੁਲ ਆਪਣੀ ਲੀਗਲ ਅਖਤਿਆਰ ਨੂੰ ਇਸਤੇਮਾਲ ਕਰਦਿਆਂ ਹੋਇਆਂ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ 117 ਦੇ ਵਿੱਚੋਂ 115 ਨੇ ਜਿਹੜਾ ਫੈਸਲਾ ਲਿਆ ਉਹ ਇੰਪਲੀਮੈਂਟ ਨਹੀਂ ਹੋ ਸਕਿਆ। ਸੋ ਇਸ ਗੱਲ ਨੂੰ ਜਦੋਂ ਆਪਾਂ ਪੰਜਾਬ ਦੀ ਪੋਲਿਟਿਕਸ ਨੂੰ ਡਿਸਕਸ ਕਰਨਾ ਹੈ, ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਜਿਹੜੀ ਪੰਜਾਬ ਪੱਖੀ ਪੋਲਿਟਿਕਸ ਦੀ ਸਪੇਸ ਆ ਉਹ ਇੰਡੀਅਨ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਉਹ ਸ਼ਰਿੰਕ ਹੋ ਗਈ ਹੈ। ਉਹਦੇ ਵਿੱਚੋਂ ਫਿਰ ਪੰਜਾਬ ਦੇ ਇਸ਼ੂਜ਼ ਦੇ ਵਿੱਚੋਂ ਇੱਕ ਹਿੱਸਾ ਇਸ ਤਰ੍ਹਾਂ ਦਾ ਹੁੰਦਾ ਆ ਜਿਹਨੂੰ ਆਪਾਂ ਪੰਥਕ ਰਾਜਨੀਤੀ ਕਹਿ ਲੈਂਦੇ ਆ, ਜਾਂ ਪੰਥ ਦੇ ਸਰੋਕਾਰਾਂ ਦੇ ਨਾਲ ਜੁੜਿਆ ਹੋਇਆ, ਜਿਹਦੇ ਵਿੱਚੋਂ ਗੁਰੂ ਸਾਹਿਬ ਦੇ ਅਦਬ ਸਤਿਕਾਰ ਦਾ ਮਸਲਾ ਆ, ਜਾਂ ਸਿੱਖ ਇੰਸਟੀਟਿਊਸ਼ਨਸ ਕਿਸ ਤਰ੍ਹਾਂ ਸਿੱਖ ਸਿਧਾਂਤਾਂ ਦੇ ਅਨੁਸਾਰ ਵਰਕ ਕਰਨ, ਇਹ ਕੋਰ ਪੰਥਕ ਇਸ਼ੂਜ਼ ਜਿਹੜੇ ਆ ਉਹ ਹੈਗੇ ਆ। ਪਰ ਉਹਦੇ ਵਿੱਚ ਵੀ ਆਪਾਂ ਦੇਖੀਏ ਕਿ ਇਹ ਸਾਰੇ ਸਮੇਂ ਦੇ ਦੌਰਾਨ ਜੋ ਹੁਣ ਦੀ ਸਥਿਤੀ ਹੈ, ਜਿਹੜੇ ਕੋਰ ਪੰਥਕ ਇਸ਼ੂ ਹੈ, ਉਹ ਇੰਡੀਅਨ ਸਟੇਟ ਦੇ ਤਹਿਤ ਹੋਣ ਵਾਲੀ ਵੋਟ ਰਾਜਨੀਤੀ ਦੀ ਭੱਠੀ ਦਾ ਬਾਲਣ ਨੇ। ਇਸ ਤੋਂ ਵੱਧ ਉਹਨਾਂ ਨੂੰ ਇਸ ਸਿਸਟਮ ਦੇ ਅੰਦਰ ਥਾਂ ਜਿਹੜੀ ਆ ਉਹ ਨਹੀਂ ਮਿਲਦੀ। ਆਪਾਂ 2015 ਦਾ ਦੇਖਿਆ, ਜਾਂ ਉਸ ਤੋਂ ਪਹਿਲਾਂ ਅਸੀਂ ਤਾਂ 2007 ਵਾਲੀ ਜਿਹੜੀ ਐਜੀਟੇਸ਼ਨ ਸੀਗੀ, 2007 ਤੋਂ 2009 ਤੱਕ ਜਿਹੜੀ ਸੌਦਾ ਸਾਧ ਦੇ ਖਿਲਾਫ ਚੱਲੀ ਸੀਗੀ, ਉਹਦੇ ਵਿੱਚ ਸ਼ਾਮਲ ਵੀ ਰਹੇ ਆ, ਤੇ ਉਹ ਵੀ ਸਾਰਾ ਇੱਕ ਦੌਰ ਦੇਖਿਆ ਹੋਇਆ ਹੈ ਕਿ ਇਹ ਸਿਸਟਮ ਜਿਹੜਾ ਇਹ ਐਡਰੈਸ ਨਹੀਂ ਕਰਦਾ। ਉਹਦੇ ਵਿੱਚੋਂ ਸਿੱਖਾਂ ਦੀਆਂ ਐਸਪੀਰੇਸ਼ਨਸ ਜਿਹੜੀਆਂ ਉਹ ਸੈਟਿਸਫਾਈ ਨਹੀਂ ਹੁੰਦੀਆਂ। ਤੇ ਜਿਹੜਾ ਤੁਹਾਡਾ ਪਰਟੀਕੂਲਰ ਕੁਐਸਚਨ ਸੀਗਾ ਕਿ ਜਿਹੜੀਆਂ ਆਪਣੀਆਂ ਹੈਗੀਆਂ ਨੇ ਪੰਥਕ ਵੋਟ ਬੈਂਕ ਆ ਉਹ ਕਿਸ ਪਾਸੇ ਜਾਊਗਾ, ਤਾਂ ਉਹਦੇ ਵਿੱਚ ਇਹ ਗੱਲ ਸਪਸ਼ਟ ਹੈਗੀ ਹੈ ਪਿਛਲੇ ਸਾਰੇ ਸਮੇਂ ਦੇ ਦੌਰਾਨ ਕਿ ਉਹ ਵੀ ਹੁਣ ਜਿਸ ਤਰ੍ਹਾਂ ਇੱਕ ਯੂਨਿਟ ਵਾਂਗੂ ਸੀ ਉਸ ਤਰ੍ਹਾਂ ਨਹੀਂ ਰਿਹਾ ਹੋਇਆ। ਉਹਦੇ ਵਿੱਚ ਵੀ ਬਹੁਤ ਤਰ੍ਹਾਂ ਦੀ ਵੇਰੀਏਸ਼ਨ ਜਾਂ ਫਰੈਗਮੈਂਟੇਸ਼ਨ ਜਿਹੜੀ ਹੈ ਉਹ ਆ ਗਈ ਹੈ। ਇੱਕ ਹਿੱਸਾ ਆ ਜਿਹੜਾ ਇਸ ਗੱਲ ਨੂੰ ਰਿਅਲਾਈਜ਼ ਕਰਦਾ ਕਿ ਇਸ ਸਿਸਟਮ ਦੇ ਅੰਦਰ ਪਰਮਾਨੈਂਟ ਸੋਲਿਊਸ਼ਨ ਸਾਡੀਆਂ ਜਿਹੜੀਆਂ ਪ੍ਰੋਬਲਮਸ ਦਾ ਆ ਉਹਦਾ ਕੋਈ ਸਕੋਪ ਨਹੀਂ ਹੈਗਾ। ਸਾਨੂੰ ਆਪਣੇ ਜਿਹੜੇ ਅਦਾਰੇ ਹੈਗੇ ਆ, ਆਪਣੇ ਇੰਸਟੀਟਿਊਸ਼ਨਸ ਨੇ ਜਿਹੜੇ ਇਸ ਸਿਸਟਮ ਨੂੰ ਇਨਫਲੂਐਂਸ ਕਰਦੇ ਹੋਣ ਪਰ ਇਹਦੇ ਵਿੱਚ ਇੰਡਲਜ ਨਾ ਹੁੰਦੇ ਹੋਣ, ਉਹ ਖੜੇ ਕਰਨੇ ਪੈਣਗੇ। ਪਰ ਜ਼ਾਹਰ ਜੀ ਗੱਲ ਹੈ ਇਹਦੀ ਗਿਣਤੀ ਜਿਹੜੀ ਆ ਉਹ ਥੋੜ੍ਹੀ ਹੈ। ਉਸ ਤੋਂ ਇਲਾਵਾ ਇੱਕ ਹਿੱਸਾ ਇਸ ਤਰ੍ਹਾਂ ਦਾ ਹੈਗਾ ਆ ਜਿਹੜਾ ਪੰਥਕ ਸਰੋਕਾਰਾਂ ਨੂੰ ਬਹੁਤ ਪਹਿਲਾਂ ਛੱਡ ਗਿਆ ਸੀਗਾ, ਤੇ ਪਰ ਉਹ ਉਨੀ ਲੁਬਾਦਾ ਜਿਹੜਾ ਆਪਣਾ ਆ ਉਹ ਪੰਥਕ ਬਣਾਈ ਰੱਖਿਆ ਪਿਛਲੇ ਸਾਰੇ ਸਮੇਂ ਦੇ ਦੌਰਾਨ। ਪਰ ਉਹਦੇ ਵਿੱਚੋਂ ਵੀ ਖਾਸ ਕਰਕੇ ਲੀਡਰਸ਼ਿਪ ਲੈਵਲ ਦੇ ਉੱਪਰ ਜਿਹੜੀ ਗੱਲ ਹੈ ਉਹ ਪਿਛਲੇ ਸਾਰੇ ਸਮੇਂ ਦੇ ਦੌਰਾਨ ਐਕਸਪੋਜ਼ ਬਹੁਤ ਜ਼ਿਆਦਾ ਹੋਏ, ਕ੍ਰੈਡੀਬਿਲਿਟੀ ਬਿਲਕੁਲ ਲਾਸ ਹੋਈ ਹੈ। ਤੀਸਰਾ ਜਿਹੜਾ ਹੋਇਆ ਉਹ ਇਹ ਹੋਇਆ ਕਿ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਪੰਥਕ ਖੇਤਰ ਜਾਂ ਪੰਥਕ ਨਾਮ ਦੇ ਉੱਪਰ ਵਿਚਰਦੀਆਂ ਰਹੀਆਂ, ਉਹਨਾਂ ਦੀ ਕੈਪੈਸਿਟੀ ਟੂ ਡਿਲੀਵਰ ਤਾਂ ਵੈਸੇ ਹੀ ਜਿੰਨਾ ਜ਼ਿਆਦਾ ਇਹ ਸਿਸਟਮ ਕੰਟੇਨਡ ਹੈਗਾ ਆ ਉਹਦੇ ਕਰਕੇ ਸੀਮਤ ਸੀਗੀ, ਪਰ ਉਹਨਾਂ ਦੀਆਂ ਆਪ ਦੀਆਂ ਵੀ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਡਿਸੀਜ਼ਨ ਲੈਣ ਦੇ ਵਿੱਚ ਜਾਂ ਬਦਲੇ ਹੋਏ ਹਾਲਾਤ ਦੇ ਮੁਤਾਬਕ ਨਵੀਂ ਪੈਂਤੜੇਬਾਜ਼ੀ ਨੂੰ ਸਾਹਮਣੇ ਲੈ ਕੇ ਆਉਣ ਦੇ ਵਿੱਚ ਨਾਕਾਮਯਾਬ ਰਹਿਣ ਕਰਕੇ ਉਹਨਾਂ ਦੀ ਰੈਲੇਵੈਂਸ ਵੀ ਬਹੁਤ ਜ਼ਿਆਦਾ ਘਟੀ ਹੈ। ਔਰ ਇਸੇ ਦਾ ਅਸਰ ਜਿਹੜਾ ਆ ਉਹ ਉਸ ਵੋਟ ਬੈਂਕ ਦੇ ਉੱਪਰ ਵੀ ਦੇਖਿਆ ਗਿਆ। ਹੁਣ ਤੁਸੀਂ ਮਤਲਬ ਜੇਕਰ ਪਿਛਲੀ ਇਲੈਕਸ਼ਨ ਦਾ ਆਪਾਂ ਐਨਾਲਿਸਿਸ ਦੇਖੀਏ 2017 ਵਾਲੀ ਦਾ, ਤਾਂ ਬੇਅਦਬੀ ਇਸ਼ੂਜ਼ ਨੇ ਬਿਲਕੁਲ ਜਿਹੜੀ ਪੰਥਕ ਨਾਂ ਦੇ ਉੱਪਰ ਰਾਜਨੀਤੀ ਕਰਨ ਵਾਲੀ ਧਿਰ ਸੀਗੀ ਉਹ ਇੰਨੀ ਜ਼ਿਆਦਾ ਡਿਸਕ੍ਰੈਡਿਟ ਕਰ ਦਿੱਤੀ ਕਿ ਸਿੱਖਾਂ ਨੇ, ਖਾਸ ਕਰਕੇ ਮਾਝੇ ਨੇ, ਜਿਹੜੀ ਧਿਰ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਨੈਰੇਟਿਵ ਦੇ ਵਿੱਚ ਐਸਟੈਬਲਿਸ਼ ਇੱਕ ਸਮੇਂ ਕਰ ਦਿੱਤਾ ਗਿਆ ਸੀ ਕਾਂਗਰਸ, ਉਹਨੂੰ ਵੋਟ ਕਰ ਦਿੱਤਾ। ਸੋ ਇਸ ਹਿੱਸੇ ਦੇ ਬਾਰੇ ਦੇ ਵਿੱਚ
ਪੰਥਕ ਹਿੱਸੇ ਦੇ ਬਾਰੇ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਆਪਾਂ ਨੂੰ ਇਹ ਸਾਰੇ ਸਿਨੈਰੀਓਜ਼ ਜਿਹੜੇ ਆ ਉਹ ਧਿਆਨ ਦੇ ਵਿੱਚ ਰੱਖਣੇ ਪੈਣਗੇ, ਜਿਹਦੇ ਵਿੱਚੋਂ ਆਪਣੇ ਫਿਰ ਸਾਹਮਣੇ ਇਹ ਗੱਲ ਆਉਂਦੀ ਹੈ ਕਿ ਇਹ ਹੁਣ ਸਿੰਗਲ ਯੂਨਿਟ ਨਹੀਂ ਹੈਗਾ, ਇਹਦੇ ਵਿੱਚ ਬਹੁਤ ਜ਼ਿਆਦਾ ਫਰੈਗਮੈਂਟੇਸ਼ਨ ਆ ਗਈ ਹੈ। ਔਰ ਜ਼ਾਹਰ ਜੀ ਗੱਲ ਹੈ ਕਿ ਬੇਦਿਲੀ ਵੀ ਆਈ ਹੋਈ ਹੈ, ਤੇ ਅਵੇਲੇਬਲ ਆਲਟਰਨੇਟਿਵ ਦੇ ਵਿੱਚੋਂ ਬੇਸ਼ੱਕ ਉਹਨਾਂ ਨੂੰ ਪਤਾ ਹੁੰਦਾ ਕਿ ਹੱਲ ਨਹੀਂ ਨਿਕਲਣਾ, ਪਰ ਚੂਜ਼ਿੰਗ ਦਾ ਲੈਸਰ ਈਵਲ ਵਾਲੀ ਗੱਲ ਹੋ ਜਾਂਦੀ ਹੈ, ਜਾਂ ਮਤਲਬ ਘੱਟ ਮਾੜਾ ਕਿਹੜਾ ਆ, ਇਸ ਤਰ੍ਹਾਂ ਦੀ ਚੋਇਸ ਦੇ ਉੱਪਰ ਇਹ ਪੰਜਾਬ ਦੇ ਵਿੱਚ ਕੰਮ ਕਰਦਾ। ਥੈਂਕ ਯੂ ਜੀ, ਥੈਂਕ ਯੂ ਪਰਮਜੀਤ ਜੀ, ਬਹੁਤ ਹੀ ਸੋਹਣਾ ਸਮਝਾਇਆ ਤੁਸੀਂ। ਤੇ ਆਈ ਥਿੰਕ ਇਸ ਚੋਂ ਇੱਕ ਸਵਾਲ ਨਿਕਲ ਕੇ ਆਉਂਦਾ ਹੈ ਕਿ ਕੀ ਆਪਾਂ ਇੰਟਰਚੇਂਜੇਬਲੀ ਯੂਜ਼ ਕਰ ਸਕਦੇ ਹਾਂ ਟਰਮਸ ਸਿੱਖ ਵੋਟ ਤੇ ਪੰਥਕ ਵੋਟ, ਕਿ ਤੁਸੀਂ ਇਹਦੇ 'ਚ ਵੀ ਕੋਈ ਡਿਫਰੈਂਸ਼ੀਏਸ਼ਨ ਕਰਨਾ ਚਾਹੋਗੇ? ਕਿਉਂਕਿ ਕੀ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਵੋਟ ਇੱਕ ਲਾਰਜਰ ਬਲੋਕ ਹੈ ਜਿਸ 'ਚੋਂ ਇੱਕ ਪਾਰਟ ਹੈ ਪੰਥਕ ਬਲੋਕ, ਕਿ there's something very specific when somebody refers to Panthak vote in Punjab? ਦੇਖੋ, ਜਿੱਦਾਂ ਵੋਟ ਪੋਲੀਟਿਕਸ ਦੇ ਕੰਟੈਕਸਟ ਦੇ ਵਿੱਚ ਇਹ ਟਰਮ ਵਰਤ ਲਈ ਜਾਂਦੀ ਹੈ ਪੰਥਕ ਵੋਟ, ਵੈਸੇ ਇਹ ਵੀ ਹੁਣ ਦੇਖਣ ਦਾ ਪਰਸਪੈਕਟਿਵ ਹੈ ਕਿ ਤੁਸੀਂ ਉਹਨੂੰ ਕਿਸ ਨੁਕਤਾ ਨਜ਼ਰ ਤੋਂ ਦੇਖਦੇ ਆ। ਜੇ ਤਾਂ ਵੋਟ ਪੋਲੀਟਿਕਸ ਦੇ ਨੁਕਤਾ ਨਜ਼ਰ ਤੋਂ ਦੇਖਦੇ ਹੋ, ਦੈਨ ਇੱਕ ਸੈਗਮੈਂਟ ਐਗਜ਼ਿਸਟ ਕਰਦਾ ਆ ਜਿਹਨੂੰ ਪੰਥਕ ਵੋਟ ਦਾ ਨਾਂ ਦੇ ਦਿੱਤਾ ਜਾਂਦਾ। ਪਰ ਜੇ ਤੁਸੀਂ ਆਪਣਾ ਜਿਹੜਾ ਵਿਊ ਪੁਆਇੰਟ ਆ ਉਹ ਪੰਥਕ ਰੱਖ ਕੇ ਦੇਖੋ, ਤਾਂ ਉਹਦੇ ਵਿੱਚ ਪੰਥਕ ਵੋਟ ਵਰਗੀ ਕੋਈ ਚੀਜ਼ ਜਿਹੜੀ ਆ ਉਹ ਐਗਜ਼ਿਸਟ ਨਹੀਂ ਕਰਦੀ ਹੈਗੀ, ਕਿਉਂਕਿ ਜਿਹੜੀ ਪੰਥ ਦੀ ਪੋਲੀਟਿਕਸ ਕਰਨ ਦਾ ਆਧਾਰ ਹੈਗਾ ਆ ਉਹ ਬੁਨਿਆਦੀ ਫਿਰ ਫੰਡਾਮੈਂਟਲ ਗੱਲ ਦੇ ਵਿੱਚ ਲਿਆ ਜਾਂਦਾ ਕਿ ਉੱਥੇ ਇਲੈਕਸ਼ਨ ਉਸ ਤਰੀਕੇ ਦੇ ਨਾਲ ਨਹੀਂ ਹੈਗੇ। ਤੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਿਖਤਾਂ ਇਹ ਗੱਲ ਕਾਫੀ ਕਲੀਅਰ ਕਰਦੀਆਂ ਨੇ। ਈਵਨ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਹਦੇ ਬਾਰੇ ਬਹੁਤ ਘੱਟ ਬੰਦੇ ਜਾਣਦੇ ਆ ਕਿ 2 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇਲੈਕਸ਼ਨ ਜਿਹੜੀ ਉਹਦੇ ਨੁਮਾਇੰਦੇ ਚੁਣੇ ਗਏ ਆ ਉਹ ਬਿਨਾਂ ਇਲੈਕਸ਼ਨ ਸਿਸਟਮ ਤੋਂ ਚੁਣੇ ਗਏ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ 1920 ਦੇ ਵਿੱਚ ਹੋਂਦ ਦੇ ਵਿੱਚ ਆ ਗਈ ਸੀ। ਇਲੈਕਸ਼ਨਸ ਇੰਪਲੀਮੈਂਟ ਹੁੰਦੀਆਂ ਨੇ ਜਾ ਕੇ 1925 ਦੇ ਵਿੱਚ। ਸੋ 5 ਸਾਲਾਂ ਦੇ ਬਾਅਦ 5 ਸਾਲਾਂ ਦੇ ਵਕਫੇ ਦੇ ਵਿੱਚ 2 ਵਾਰ ਜਿਹੜੇ ਨੁਮਾਇੰਦੇ ਆਪਣੇ ਨਿਯਤ ਕੀਤੇ ਗਏ ਉਹ ਪੰਥਕ ਤਰੀਕੇ ਦੇ ਨਾਲ ਕੀਤੇ ਗਏ ਸੀਗੇ, ਬਿਨਾਂ ਵੋਟਾਂ ਦੇ ਵਿੱਚ ਜਾਇਆ ਹੋਇਆ। ਔਰ ਜੇਕਰ ਉਸ ਸਮੇਂ ਦੀ ਸਟਰਗਲ ਦੇ ਉੱਪਰ ਵੀ ਆਪਾਂ ਦੇਖੀਏ ਤਾਂ ਜਿੰਨੀ ਸਟਰਗਲ ਵਾਲੀ ਲੀਡਰਸ਼ਿਪ ਸੀਗੀ ਸਿੱਖਾਂ ਦੀ ਗੁਰਦੁਆਰਾ ਸੁਧਾਰ ਲਹਿਰ ਦੀ, ਉਹ ਇਲੈਕਸ਼ਨ ਸਿਸਟਮ ਦੇ ਹੱਕ ਦੇ ਵਿੱਚ ਨਹੀਂ ਸੀਗੀ। ਤੇ ਇਹ ਪਰ ਜੇ ਆਪਾਂ ਮੰਨ ਲਈਏ, ਆਪਾਂ ਆਪਣਾ ਪੈਮਾਨਾ ਜਿਹੜਾ ਆ ਉਹ ਆਪਾਂ ਵੋਟ ਰਾਜਨੀਤੀ ਵਾਲਾ ਰੱਖੀਏ ਵਿਦਿਨ ਇੰਡੀਅਨ ਸਿਸਟਮ, ਜਿਹਦੇ ਵਿੱਚ ਇਲੈਕਸ਼ਨ ਜਿਹੜੇ ਆ ਉਹ ਇੱਕ ਰਿਐਲਿਟੀ ਹੈ, ਤਾਂ ਉਹਦੇ ਵਿੱਚ ਵੀ ਇਹ ਆ ਕਿ ਪੰਥਕ ਸੈਗਮੈਂਟ ਦਾ ਇਸ ਤਰੀਕੇ ਦਾ ਰੋਲ ਹੋ ਸਕਦਾ ਆ ਕਿ ਉੱਥੇ ਘੱਟੋ ਘੱਟ ਤੁਹਾਨੂੰ ਪਾਰਟੀਸਪੇਟ ਉਸੇ ਸਿਸਟਮ 'ਚ ਹੀ ਕਰਨਾ ਪੈਣਾ, ਪਰ ਤੁਹਾਡਾ ਜਿਹੜਾ ਉਸ ਸਿਸਟਮ ਦੇ ਵਿੱਚ ਪਾਰਟੀਸਪੇਸ਼ਨ ਕਿਸ ਤਰ੍ਹਾਂ ਦੀ ਹੋਵੇ, ਇਹਦਾ ਡਿਸੀਜ਼ਨ ਘੱਟੋ ਘੱਟ ਸਿੱਖਾਂ ਦੇ ਤਰੀਕੇ ਦੇ ਨਾਲ ਲਿਆ ਜਾਣਾ ਚਾਹੀਦਾ ਆ। ਜਿਸ ਤਰ੍ਹਾਂ ਸਿੱਖਾਂ ਦੇ ਵਿੱਚ ਕਲੈਕਟਿਵ ਡਿਸੀਜ਼ਨ ਦੀ ਤੇ ਕਲੈਕਟਿਵ ਲੀਡਰਸ਼ਿਪ ਦੀ ਰਹੀ ਹੈ, ਤੇ ਸਿਲੈਕਸ਼ਨ ਦਾ ਸਿਸਟਮ ਰਿਹਾ ਆ, ਜਿਹੜਾ ਕਿ 2 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਚੋਣ ਦੇ ਦੌਰਾਨ ਸਾਹਮਣੇ ਆਇਆ ਵੀ ਸੀਗਾ ਬਿਨਾਂ ਵੋਟਾਂ ਤੋਂ। ਹੁਣ ਜਦੋਂ ਇਹ ਸਾਰੀਆਂ ਗੱਲਾਂ ਇੰਪਲੀਮੈਂਟ ਨਹੀਂ ਹੈਗੀਆਂ ਤਾਂ ਲੀਸਟ ਪੋਸੀਬਲ ਇਹ ਹੈਗਾ ਆ ਕਿ ਤੁਸੀਂ ਡਿਸੀਜ਼ਨ ਮੇਕਿੰਗ ਦਾ ਤਰੀਕਾ ਆਪਣਾ ਕਰੋ, ਜਿਹਦੇ ਵਿੱਚ ਲੋਕਲ ਲੈਵਲ ਦੇ ਉੱਪਰ ਜਿਹੜੇ ਪੰਥਕ ਧਾਰਾ ਦੇ ਨਾਲ ਬਿਲਕੁਲ ਆਇਡੈਂਟੀਫਾਈ ਕਰਨ ਵਾਲੇ ਜਾਂ ਜਿਨ੍ਹਾਂ ਦਾ ਕਾਰ ਵਿਹਾਰ ਪੰਥਕ ਹੈ, ਕਿ ਉਹ ਆਪਣਾ ਕਲੈਕਟਿਵ ਡਿਸੀਜ਼ਨ ਲੈਣ। ਬੇਸ਼ੱਕ ਉਹ ਕਿਸੇ ਵੀ ਤਰ੍ਹਾਂ ਦਾ ਡਿਸੀਜ਼ਨ ਲੈਣ, ਕਿ ਘੱਟੋ ਘੱਟ ਤੁਹਾਡਾ ਡਿਸੀਜ਼ਨ ਮੇਕਿੰਗ ਦਾ ਪੈਟਰਨ ਤੁਹਾਡਾ ਆਪਣਾ ਹੋਵੇ। ਉਹ ਚੀਜ਼ ਰਹੀ ਨਹੀਂ ਹੈਗੀ। ਇੱਕ ਇਹ ਡਿਸੀਜ਼ਨ ਵਾਲੀ ਗੱਲ ਕਿਉਂ ਇੰਪੋਰਟੈਂਟ ਹੈ, ਮੈਂ ਇਹ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਜਿਹੜੀ ਮਾਡਰਨ ਡੈਮੋਕ੍ਰੇਸੀ ਆ, ਇਹਦੇ ਤਹਿਤ ਜਿਹੜਾ ਡਿਸੀਜ਼ਨ ਹੈ ਉਹ ਇੰਡੀਵਿਜੂਅਲ ਹੋਊਗਾ, ਉਹ ਸੀਕ੍ਰੇਟ ਹੋਊਗਾ। ਸੀਕ੍ਰੇਟ ਬੈਲਟ ਹੈ ਨਾ, ਹਰ ਇੱਕ ਬੰਦਾ ਆਪ ਵੋਟ ਪਾਉਣ ਜਾਂਦਾ ਆ ਤੇ ਉਹ ਚੋਰੀ ਦੇ ਨਾਲ ਆਪਣੀ ਵੋਟ ਪਾਉਂਦਾ ਆ, ਕਿਸੇ ਦੇ ਨਾਲ ਉਹਨੂੰ ਸ਼ੇਅਰ ਨਹੀਂ ਕਰਨੀ ਹੁੰਦੀ ਕਿ ਮੈਂ ਕਿਹਨੂੰ ਪਾਈ ਹੈ, ਤੇ ਨਾ ਕੋਈ ਦੇਖ ਸਕਦਾ ਹੈ। ਪਰ ਸਿੱਖਾਂ ਦਾ ਜਿਹੜਾ ਡਿਸੀਜ਼ਨ ਦਾ ਸਿਸਟਮ ਹੈ ਦੈਟ ਵਾਜ਼ ਇੰਟਾਇਰਲੀ ਡਿਫਰੈਂਟ। ਉੱਥੇ ਕਲੈਕਟਿਵ ਡਿਸੀਜ਼ਨ ਹੋਊਗਾ ਤੇ ਓਪਨ ਹੋਊਗਾ। ਇਸ ਕਰਕੇ ਜਿਹੜੇ ਵੀ ਐਲੀਜੀਬਲ ਹੁੰਦੇ ਸੀਗੇ, ਜਿਹੜੇ ਗੁਰਮਤੇ ਦੇ ਵਿੱਚ ਪਾਰਟੀਸਪੇਟ ਕਰਦੇ ਸੀਗੇ, ਉੱਥੇ ਕੋਈ ਵੀ ਗੱਲ ਪਰਦੇ ਦੇ ਪਿੱਛੇ ਨਹੀਂ ਸੀ ਕੀਤੀ ਜਾਂਦੀ, ਕੋਈ ਕਿਸੇ ਦੇ ਕੰਨ 'ਚ ਨਹੀਂ ਸੀ ਕੀਤੀ ਜਾਂਦੀ। ਸੋ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੋਣ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਬੇਸ਼ੱਕ ਪੰਥਕ ਸੈਗਮੈਂਟ ਹੈਗਾ ਆ, ਉਹ ਇਸ ਸੈਂਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪੰਥਕ ਸੈਗਮੈਂਟ ਆ ਉਹ ਪੰਥਕ ਮੁੱਦਿਆਂ ਨੂੰ ਵੱਧ ਤਰਜੀਹ ਦਿੰਦਾ ਆ। ਇਸ ਤੋਂ ਇਲਾਵਾ ਉਹਦੇ ਵਿੱਚ ਪੰਥਕ ਵਾਲਾ ਫੀਚਰ ਜਿਹੜਾ ਆ ਉਹ ਜ਼ਿਆਦਾਤਰ ਮੰਨਫੀ ਹੈ। ਕਿਤੇ ਵੀ ਕਲੈਕਟਿਵ ਡਿਸੀਜ਼ਨ ਨਹੀਂ ਹੁੰਦਾ, ਕਿਤੇ ਵੀ ਓਪਨ ਜਿਸ ਤਰ੍ਹਾਂ ਦਾ ਸਿੱਖ ਰਵਾਇਤ ਦਾ ਹੁੰਦਾ ਸੀਗਾ ਉਹ ਨਹੀਂ ਹੁੰਦਾ। ਸੋ ਦੂਸਰੀ ਗੱਲ ਜਿਹੜੀ ਆ ਉਹ ਗੱਲ ਤੁਹਾਡੀ ਠੀਕ ਹੈ ਕਿ ਜਿਹੜੀ ਸਿੱਖ ਵੋਟ ਆ ਦੈਟ ਇਜ਼ ਡਿਫਰੈਂਟ ਫਰੋਮ ਪੰਥਕ ਵੋਟ।
ਕਿਉਂਕਿ ਪੰਥਕ ਮੈਂ ਫਿਰ ਦੁਬਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ 2 ਸਿਲੈਕਸ਼ਨਾਂ ਦੀ ਉਦਾਹਰਨ ਦੇਣੀ ਚਾਹੁੰਦਾ ਕਿ ਉਸ ਸਮੇਂ 10,000 ਦੇ ਕਰੀਬ ਸਿੱਖਾਂ ਦਾ ਇਕੱਠ ਹੋਇਆ ਸੀਗਾ। 10,000 ਦੇ 10,000 ਹੀ ਉਹ ਸੀਗੇ ਜਿਹੜੀ ਆਪਣੀ ਨਿੱਜੀ ਜ਼ਿੰਦਗੀ ਤੋਂ ਇਲਾਵਾ ਪੰਥਕ ਜ਼ਿੰਦਗੀ ਦੇ ਵਿੱਚ ਵਿਚਰਦੇ ਸੀਗੇ, ਜਿਨ੍ਹਾਂ ਦਾ ਪੰਥ ਦੇ ਵਿੱਚ ਕੰਟਰੀਬਿਊਸ਼ਨ ਸੀਗਾ, ਜਿਹੜੇ ਇੱਕ ਸਿੱਖ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਸੀਗੇ, ਆਪ ਦਸਵੰਧ ਕੱਢਣਾ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਪਰ ਉਸ ਤੋਂ ਇਲਾਵਾ ਪੰਥ ਦੀ ਸਟਰਗਲ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਉਹਨਾਂ ਦਾ ਯੋਗਦਾਨ ਸੀਗਾ, ਚਾਹੇ ਉਹ ਵਿੱਦਿਆ ਦੇ ਖੇਤਰ ਦੇ ਵਿੱਚ ਹੋਵੇ, ਚਾਹੇ ਉਹ ਸਟਰਗਲ ਦੇ ਖੇਤਰ ਦੇ ਵਿੱਚ ਹੋਵੇ, ਚਾਹੇ ਉਹ ਧਰਮ ਦੇ ਖੇਤਰ ਦੇ ਵਿੱਚ ਹੋਵੇ, ਕਿ ਆਪਦੇ ਸਿੱਖ ਹੋਣ ਦੇ ਨਿੱਜੀ ਫਰਜ਼ ਪੂਰੇ ਕਰਨ ਤੋਂ ਇਲਾਵਾ ਉਹ ਜਿਹੜਾ ਸਿੱਖਾਂ ਦਾ ਸਰਬੱਤ ਦੇ ਭਲੇ ਦਾ ਆਸ਼ਾ ਆ ਉਹਦੇ ਉੱਪਰ ਡੈਡੀਕੇਟਡਲੀ ਚੱਲਦੇ ਸੀਗੇ। ਤੇ ਉਹ ਹਿੱਸਾ ਸੀਗਾ ਜਿਹੜਾ ਮਤਲਬ ਉਦੋਂ ਵੀ ਪੰਥ ਦੀ ਨੁਮਾਇੰਦਗੀ ਕਰਦਾ ਸੀਗਾ। ਸਿੱਖ ਤਾਂ ਉਸ ਸਮੇਂ ਵੀ ਬਹੁਤ ਜ਼ਿਆਦਾ ਸੀਗੇ, ਪਰ ਜਦੋਂ ਇਲੈਕਸ਼ਨ ਸਿਸਟਮ ਆਇਆ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੀ ਵਿੱਚ ਜ਼ਿੰਮੇਵਾਰੀ ਤੈਅ ਕਰਨ ਦਾ ਜਿਹੜਾ ਫੈਸਲਾ 10,000 ਬੰਦੇ ਲੈਂਦੇ ਸੀਗੇ, ਜਿਹੜੇ ਬਿਲਕੁਲ ਪੰਥਕ ਤਰਜੇ ਜ਼ਿੰਦਗੀ ਦੇ ਅਨੁਸਾਰ ਚੱਲਦੇ ਸੀ, ਉਹ 10,000 ਦੇ ਕੋਲੋਂ ਨਿਕਲ ਕੇ ਉਸ ਸਮੇਂ 30 ਲੱਖ ਸਿੱਖਾਂ ਦੇ ਹੱਥਾਂ ਦੇ ਵਿੱਚ ਚਲਿਆ ਗਿਆ। ਸੋ ਉਹ ਬੇਸਿਕਲੀ ਸਿੱਖ ਸੈਗਮੈਂਟ ਹੈ। ਪੰਥਕ ਸੈਗਮੈਂਟ ਉਹ ਹੈ ਜਿਹੜਾ ਪੰਥ ਦੇ ਸਰੋਕਾਰਾਂ ਨੂੰ ਪਹਿਲ ਦਿੰਦਾ ਤੇ ਆਪਦਾ ਜੀਵਨ ਅਮਲ ਆਪਣਾ ਉਸ ਤਰ੍ਹਾਂ ਦਾ ਰੱਖਦਾ। ਇੱਕ ਮੇਰਾ ਲਾਸਟ ਪੁਆਇੰਟ ਇਸ ਮਾਮਲੇ ਦੇ ਵਿੱਚ ਇਹ ਹੈਗਾ ਕਿ ਪਿਛਲੇ ਸਾਰੇ ਸਮੇਂ ਦੇ ਦੌਰਾਨ ਪੰਥ ਨੂੰ ਡਿਫਾਈਨ ਤੇ ਜਰਨਲਾਈਜ਼ ਇਸ ਤਰੀਕੇ ਦੇ ਨਾਲ ਕੀਤਾ ਗਿਆ ਅਕਾਲੀ ਦਲ ਦੇ ਵੱਲੋਂ ਆਪਣੀਆਂ ਵੋਟ ਪੋਲਿਟਿਕਸ ਦੀਆਂ ਲੋੜਾਂ ਦੇ ਕਰਕੇ। ਉਸ ਚੀਜ਼ ਨੇ ਵੀ ਇਸ ਗੱਲ ਨੂੰ ਬਹੁਤ ਜ਼ਿਆਦਾ ਧੁੰਦਲਾ ਕੀਤਾ ਕਿ ਤੁਹਾਡਾ ਨਿੱਜੀ ਅਮਲ ਤੋਂ ਲੈ ਕੇ ਤੁਹਾਡਾ ਜਿਹੜਾ ਪਬਲਿਕ ਅਮਲ ਹੈ ਉਹ ਪੰਥਕ ਬੇਸ਼ੱਕ ਨਾ ਵੀ ਹੋਵੇ, ਤੁਸੀਂ ਸਿਰਫ ਪੰਥ ਦੀ ਮੂੰਹੋਂ ਬੋਲ ਕੇ ਗੱਲ ਕਰੋ। ਇਹ ਗੱਲ ਹੁਣ ਸਿੱਖਾਂ ਦੇ ਵਿੱਚ ਪ੍ਰਵਾਨ ਹੋਣ ਲੱਗ ਗਈ ਹੈ। ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ। ਪਹਿਲਾਂ ਪੰਥ ਦੇ ਜੇਕਰ ਆਪਾਂ 18ਵੀਂ ਸਦੀ ਦਾ ਇਤਿਹਾਸ ਵੀ ਦੇਖੀਏ ਤਾਂ ਉੱਥੇ ਪੰਥਕ ਮਸਲਿਆਂ ਦੇ ਉੱਪਰ ਡਿਸੀਜ਼ਨ ਲੈਣ ਦਾ ਹੱਕ ਉਹਨੂੰ ਸੀਗਾ, ਜਿਹੜਾ ਆਪਦੇ ਸਿਰਫ ਨਿੱਜੀ ਤੌਰ ਦੇ ਉੱਪਰ ਸਿੱਖ ਹੋਣ ਦਾ ਫਰਜ਼ ਨਹੀਂ ਸੀ ਪੂਰਾ ਕਰਦਾ, ਬਲਕਿ ਉਹ ਪੰਥ ਦੀ ਜਿਹੜੀ ਇੱਕ ਸਟਰਗਲ ਦੀ ਸਰਬੱਤ ਦੇ ਭਲੇ ਦੇ ਆਸ਼ੇ ਨੂੰ ਗੁਰੂ ਪੰਥ ਦੇ ਰਸਤੇ ਦੇ ਉੱਪਰ ਚੱਲਦੇ ਹੋਇਆ ਇੰਪਲੀਮੈਂਟ ਕਰਨ ਦੀ ਲਾਈਨ ਸੀਗੀ। ਜਿਹੜੇ ਉਹਦੇ ਉੱਪਰ ਪ੍ਰੈਕਟੀਕਲੀ ਚੱਲਦੇ ਸੀਗੇ ਉਹੀ ਉਸੇ ਦੀ ਨੁਮਾਇੰਦਗੀ ਦੇ ਹੱਕਦਾਰ ਮੰਨੇ ਜਾਂਦੇ ਸੀਗੇ। ਸੋ ਇਸ ਹਿਸਾਬ ਨਾਲ ਮੇਰੀ ਸਮਝ ਦੇ ਮੁਤਾਬਕ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ 2 ਵੱਖਰੀਆਂ ਹਨ, ਤੇ ਬਿਲਕੁਲ 2 ਵੱਖਰੀਆਂ ਹਨ। ਸਿੱਖ ਵੋਟ ਸੈਗਮੈਂਟ ਅਲੱਗਾ ਚੀਜ਼ ਹੈ, ਬੇਸ਼ੱਕ ਉਹਦੇ ਪੰਥ ਦੇ ਨਾਲ ਸਰੋਕਾਰ ਨੇ, ਤੇ ਪੰਥਕ ਸੈਗਮੈਂਟ ਹੈ ਜਿਹੜਾ, ਕਿਉਂਕਿ ਆਪਾਂ ਇਲੈਕਸ਼ਨ ਦੇ ਨਜ਼ਰੀਏ ਤੋਂ ਦੇਖ ਰਹੇ ਹਾਂ ਇਸ ਕਰਕੇ ਉਹਨੂੰ ਇੱਕ ਵੋਟ ਸੈਗਮੈਂਟ ਕੰਸੀਡਰ ਕਰ ਰਹੇ ਹਾਂ, ਪਰ ਉਹਦੇ ਸਰੋਕਾਰ ਤੇ ਉਹਦਾ ਜਿਹੜਾ ਅਮਲ ਹੈ ਉਹ ਅਲੱਗਾ ਆ। ਬੇਸ਼ੱਕ ਹੁਣ ਉਹ ਉਨਾ ਸਪਸ਼ਟ ਨਹੀਂ ਰਿਹਾ ਜਿੰਨਾ ਪਹਿਲਾਂ ਸੀ ਤੇ ਜਿੰਨਾ ਹੋਣਾ ਚਾਹੀਦਾ। ਥੈਂਕ ਯੂ ਪਰਮਜੀਤ ਜੀ। ਮੇਰੇ ਖਿਆਲ 'ਚ ਬਹੁਤ ਵਧੀਆ ਪੁਆਇੰਟਸ ਤੁਸੀਂ ਪਹਿਲਾਂ ਤੋਂ ਇਲਸਟ੍ਰੇਟ ਕੀਤੇ ਨੇ, ਚਾਹੇ ਉਹ ਸੈਂਟਰਲਾਈਜੇਸ਼ਨ ਹੋਏ ਸਾਰੇ ਪਾਵਰਸ ਦਾ, ਜਿਹੜੀ ਸੈਂਟਰ ਸਰਕਾਰ ਜਾਂ ਬਾਕੀ ਸਰਕਾਰਾਂ ਡਾਇਲਿਊਟ ਕਰਨਾ ਚਾਹੁੰਦੀਆਂ ਨੇ ਇੱਕ ਤਰ੍ਹਾਂ ਨਾਲ ਸਾਰੀ ਚੀਜ਼ਾਂ, ਅਤੇ ਹੋਰ ਪੰਥਕ ਮਸਲਿਆਂ ਬਾਰੇ ਵੀ ਜਦੋਂ ਤੁਸੀਂ ਗੱਲ ਕੀਤੀ, ਪੰਥਕ ਵੋਟ ਬੈਂਕ ਅਤੇ ਸਿੱਖ ਵੋਟ ਬੈਂਕ ਦੀ ਡਿਫਰੈਂਸੀਏਸ਼ਨ, ਮੇਰੇ ਖਿਆਲ 'ਚ ਸਾਡੀ ਆਡੀਅנਸ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝ ਆ ਜੂਗੀ ਹੁਣ। ਸੋ ਇਸ 'ਤੇ ਆਈ ਥਿੰਕ ਮੈਂ ਇੱਕ ਕੁਐਸਚਨ ਪੋਜ਼ ਕਰਨਾ ਚਾਹੁੰਦਾ। ਡੂ ਯੂ ਥਿੰਕ, ਕਿਉਂਕਿ ਅਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਵੀ ਕੀਤੀ ਹੈ 1920 ਤੋਂ ਲੈ ਕੇ, ਸੋ ਡੂ ਯੂ ਥਿੰਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਪਾਵਰ ਜਿਹੜਾ ਹੁੰਦਾ ਸੀ ਇੱਕ ਪੰਥਕ ਵੋਟ ਬੈਂਕ 'ਤੇ, ਕਿਉਂਕਿ ਅਸੀਂ ਪੰਥ ਦੀ ਗੱਲ ਕੀਤੀ ਹੈ, ਪੰਥ ਦੇ ਨੁਮਾਇੰਦਿਆਂ ਦੀ ਗੱਲ ਕੀਤੀ ਹੈ, ਡੂ ਯੂ ਥਿੰਕ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਇਨਫਲੂਐਂਸ ਹੁੰਦਾ ਸੀ, ਚਾਹੇ ਉਹ ਸੈਂਟਰਲਾਈਜੇਸ਼ਨ ਦਾ ਪਾਵਰ ਦਾ ਹੋਏ, ਹਰ ਗੱਲ 'ਤੇ ਉਹਨਾਂ ਦੀ ਇੱਕ ਸੇ ਹੁੰਦੀ ਸੀ, ਇੱਕ ਨੈਰੇਟਿਵ ਹੁੰਦਾ ਸੀ ਕਿ ਆਹ ਚੀਜ਼ ਗਲਤ ਹੈ, ਇੰਨੀ ਸੈਂਟਰਲਾਈਜ਼, ਚਾਹੇ ਪੰਜਾਬੀ ਲੈਂਗੁਏਜ ਦੀ ਗੱਲ ਹੋਏ, ਹੋਰ ਕਿਸੇ ਪੰਥਕ ਮਸਲਿਆਂ ਦੀ ਗੱਲ ਹੋਏ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਬਹੁਤ ਵੱਡਾ ਇਨਫਲੂਐਂਸ ਹੁੰਦਾ ਸੀ ਪਾਸਟ 'ਚ। ਸੋ ਡੂ ਯੂ ਥਿੰਕ, ਕੀ ਤੁਹਾਨੂੰ ਲੱਗਦਾ ਕਿ ਕੁਝ ਕਮੇਟੀਆਂ ਨੇ, ਜਿਹੜੀ ਕਮੇਟੀਆਂ ਬੜੀਆਂ ਪੰਥ ਦੇ ਨਾਂ 'ਤੇ, ਜਿਨ੍ਹਾਂ ਨੇ ਡਾਇਲਿਊਟ ਕਰਤਾ ਆਪਣੀ ਇਨਵੋਲਵਮੈਂਟ ਪੰਥਕ ਅਦਾਰਿਆਂ ਨਾਲ ਲਾ ਕੇ, ਚਾਹੇ ਉਹ SGPC ਹੋਏ, ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਹੋਣ, ਡੂ ਯੂ ਥਿੰਕ ਇਸ ਚੀਜ਼ ਨਾਲ ਪੰਥ ਅੱਜ ਦੀ ਡੇਟ 'ਚ ਇੱਕ ਪੋਲੀਟੀਕਲ ਟੈਂਟਰਮਸ ਜਿਹੜੇ ਦਿੱਲੀ ਤੋਂ ਪਲੇ ਹੋ ਰਹੇ ਨੇ ਉਸ ਵਿੱਚ ਫਸ ਕੇ ਰਹਿ ਗਿਆ? ਦੇਖੋ, ਇਸ ਸੰਬੰਧ ਦੇ ਵਿੱਚ ਇੱਕ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਜਾਂ ਬੁੰਗਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਥਿਤੀ ਹੈ ਸਿੱਖਾਂ ਦੇ ਵਿੱਚ, ਉਹਨੂੰ ਆਪਾਂ ਨੂੰ ਦੇਖਣਾ ਚਾਹੀਦਾ। ਉਹਦੇ ਜਥੇਦਾਰ ਸਾਹਿਬਾਨ ਦੀ ਜਿਹੜੀ ਜ਼ਿੰਮੇਵਾਰੀ ਜਾਂ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਉਹਦੇ ਬਾਰੇ ਦੇ ਵਿੱਚ ਥੋੜ੍ਹੀ ਜਿਹੀ ਗੱਲ ਕਰਕੇ ਫਿਰ ਮੇਰੇ ਖਿਆਲ ਗੱਲ ਬਿਹਤਰ ਤਰੀਕੇ ਨਾਲ ਤੁਹਾਡੀ ਗੱਲ ਦਾ ਜਵਾਬ ਦਿੱਤਾ ਜਾ ਸਕਦਾ। ਉਹਦੇ ਵਿੱਚ ਇੱਕ ਗੱਲ ਤਾਂ ਇਹ ਹੈ ਕਿ ਸਿੱਖਾਂ ਦੇ ਵਿੱਚ ਇੱਕ ਧਿਰ ਐਸੀ ਰਹੀ ਜਿਹੜੀ ਅਕਾਲੀ ਸੋਵਰੈਨਿਟੀ ਦੇ ਉੱਪਰ ਖੜੀ ਰਹੀ, ਜਿੰਨੀ ਕਿਹਾ ਕਿ
ਪੰਥ ਦੀ ਸੋਵਰੈਨਿਟੀ ਦੇ ਉੱਪਰ ਅਸੀਂ ਖੜੇ ਹਾਂ ਤੇ ਗੁਰੂ ਪੰਥ ਦੀ ਜਿਹੜੀ ਪ੍ਰਭੂ ਸੱਤਾ ਆ ਉਹ ਕਿਸੇ ਦੁਨਿਆਵੀ ਪੈਮਾਨੇ ਦੇ ਤਹਿਤ ਨਹੀਂ ਮਿੱਥੀ ਜਾਂਦੀ ਤੇ ਉਹ ਜਿਹੜੀ ਹੈ ਉਹ ਕਿਸੇ ਦੁਨਿਆਵੀ ਤਖਤ ਦੇ ਅਧੀਨ ਨਹੀਂ ਆਉਂਦੀ। ਸੋ ਉਹਦੇ ਵਿੱਚ ਜਿਸ ਤਰ੍ਹਾਂ ਰਤਨ ਸਿੰਘ ਭੰਗੂ ਹੁਣੀ ਇਹ ਗੱਲ ਬੜੇ ਸਪਸ਼ਟ ਤਰੀਕੇ ਦੇ ਨਾਲ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ ਕਰਦੇ ਆ ਕਿ ਜਦੋਂ ਸਿੱਖਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਹਾਡੀ ਸੋਵਰੈਨਿਟੀ ਦਾ ਆਧਾਰ ਕੀ ਹੈ, ਕਹਿੰਦੇ ਸੀ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਹੀ ਸੋਵਰੈਨਿਟੀ ਦੇ ਕੇ ਗਏ। ਉਹਨਾਂ ਨੂੰ ਪੁੱਛਦੇ ਸੀਗੇ ਵੀ ਉਹਨਾਂ ਕੋਲ ਕਿੱਥੋਂ ਆਈ, ਉਹ ਕਹਿੰਦੇ ਉਹ ਅਕਾਲ ਪੁਰਖ ਦੇ ਕੋਲੋਂ ਲੈ ਕੇ ਆਏ ਸੀਗੇ। ਸੋ ਇਹ ਇੱਕ ਡਿਫਰੈਂਸ ਸੀਗਾ। ਜਾਂ ਇਹਨੂੰ ਸਰਦਾਰ ਕਪੂਰ ਸਿੰਘ ਹੋਣਾ ਨੇ ਸਿੱਖ ਡਾਕਟਰਾਈਨ ਆਫ ਡਿਊਲ ਸੋਵਰੈਨਿਟੀ ਕਿਹਾ, ਉਹਨਾਂ ਦੀ ਲਿਖਤ ਹੈਗੀ, ਅਸੀਂ ਸਿੱਖ ਸਿਆਸਤ ਦੇ ਉੱਪਰ ਵੀ ਸਾਂਝੀ ਕੀਤੀ ਵਧੇਰੇ ਵਿਸਤਾਰ ਵਾਸਤੇ, ਉਹ ਵੀ ਦੇਖਿਆ ਜਾ ਸਕਦਾ ਕਿ ਡਿਊਲ ਸੋਵਰੈਨਿਟੀ ਦਾ ਸਿਧਾਂਤ ਸਿੱਖਾਂ ਦੇ ਵਿੱਚ ਕੀ ਹੈਗਾ। ਸੋ ਉਸ ਸੋਵਰੈਨਿਟੀ ਦੀ ਜਿਹੜੀ ਨੁਮਾਇੰਦਗੀ ਹੈ ਉਹ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਉਸ ਧਿਰ ਦੇ ਕੋਲ ਹੁੰਦੀ ਸੀਗੀ ਜਿਹਦਾ ਦੁਨਿਆਵੀ ਸੱਤਾ ਦਾ ਕੋਈ ਦਾਅਵਾ ਨਹੀਂ ਸੀ ਹੁੰਦਾ, ਉਹ ਬਿਲਕੁਲ ਅਕਾਲੀ ਸੱਤਾ ਦੇ ਉੱਪਰ ਖੜਦੀ ਸੀਗੀ। ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ 18ਵੀਂ ਸਦੀ ਦੇ ਇਤਿਹਾਸ ਦੇ ਦੌਰਾਨ ਜਿਹੜਾ ਮਿਸਲ ਪੀਰੀਅਡ ਸੀਗਾ ਉਹਦੇ ਵਿੱਚ ਦੋ ਮਿਸਲਾਂ ਅਜਿਹੀਆਂ ਸਾਹਮਣੇ ਆਈਆਂ, ਇੱਕ ਤਾਂ ਮਿਸਲ ਸ਼ਹੀਦਾਂ, ਇੱਕ ਮਿਸਲ ਨਿਸ਼ਾਨਾਂ ਵਾਲੀ, ਜਿਹੜੀ ਕਿਸੇ ਵੀ ਤਰ੍ਹਾਂ ਦੀ ਦੁਨਿਆਵੀ ਟੈਰੀਟਰੀ ਦੇ ਉੱਪਰ ਕਬਜ਼ਾ ਨਹੀਂ ਸੀ ਲੈਂਦੀ। ਬਾਕੀ ਜਿੰਨੀਆਂ ਵੀ ਸਿੱਖਾਂ ਦੀਆਂ ਮਿਸਲਾਂ ਸੀਗੀਆਂ ਉਹਨਾਂ ਦੇ ਆਪਣੇ ਰਾਜ ਹੁੰਦੇ ਸੀ, ਉਹ ਆਪਣਾ ਟੈਰੀਟਰੀ ਦੇ ਉੱਪਰ ਰਾਜ ਸਥਾਪਿਤ ਕਰਦੇ ਸੀਗੇ, ਉਹ ਆਪਸ ਦੇ ਵਿੱਚ ਟੈਰੀਟਰੀ ਦੇ ਵਾਸਤੇ ਝਗੜੇ ਵੀ ਹੁੰਦੇ ਸੀਗੇ ਉਹਨਾਂ ਦੇ। ਪਰ ਗੁਰੂ ਖਾਲਸਾ ਪੰਥ ਦੀ ਸੋਵਰੈਨਿਟੀ ਦੀ ਨੁਮਾਇੰਦਗੀ ਜਿਹੜੀ ਹੈ ਉਹਦੀ ਦਾਅਵੇਦਾਰ ਧਿਰ ਸੀ ਜਿਹੜੀ ਮਿਸਲ ਸ਼ਹੀਦਾਂ, ਜਿਹਦੇ ਪਹਿਲਾਂ ਜਥੇਦਾਰ ਜਿਹੜੇ ਸੀਗੇ ਉਹ ਬਾਬਾ ਦੀਪ ਸਿੰਘ ਸੀਗੇ, ਬਾਅਦ ਦੇ ਵਿੱਚ ਅਕਾਲੀ ਫੂਲਾ ਸਿੰਘ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਜਾਂ ਸਰਕਾਰੇ ਖਾਲਸਾ ਦੇ ਸਮੇਂ ਦੇ ਉੱਪਰ। ਉਸ ਸਮੇਂ ਵੀ ਉਸ ਮਿਸਲ ਦੇ ਵੱਲੋਂ ਕਿਸੇ ਤਰ੍ਹਾਂ ਦਾ ਟੈਰੀਟਰੀ ਦੇ ਉੱਪਰ ਰਾਜ ਨਹੀਂ ਸੀ ਲਿਆ ਗਿਆ ਕਿਉਂਕਿ ਉਹ ਗੁਰੂ ਖਾਲਸਾ ਪੰਥ ਦੇ ਸਿਧਾਂਤ ਦੇ ਉੱਪਰ ਖੜਦੇ ਸੀ। ਇਸ ਕਰਕੇ ਉਹਨਾਂ ਦੀ ਇੰਨੀ ਮੋਰਲ ਅਥਾਰਟੀ ਸੀਗੀ। ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਜਦੋਂ ਮਸਲਾ ਆਇਆ, ਜਦੋਂ ਕੋੜੇ ਲਾਏ ਗਏ, ਆਪਾਂ ਸਾਰੇ ਉਸ ਐਪੀਸੋਡ ਦੇ ਬਾਰੇ ਦੇ ਵਿੱਚ ਜਾਣਦੇ ਹਾਂ, ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਵੀ ਇਹ ਗੱਲ ਆਉਂਦੀ ਹੈ ਕਿ ਉਹਨਾਂ ਦੇ ਵੱਲੋਂ ਵੀ ਉਸ ਚੀਜ਼ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਪਰ ਜਿਸ ਦਿਨ ਮਹਾਰਾਜੇ ਦੇ ਦਰਬਾਰ ਦੇ ਬਾਹਰ ਖੜੇ, ਉਹਦੇ ਕਮਰੇ ਦੇ ਬਾਹਰ, ਖੇਮੇ ਦੇ ਬਾਹਰ ਖੜੇ ਅਰਦਲੀ ਨੇ ਵੀ ਉਹਨੂੰ ਫਤਿਹ ਬੁਲਾਉਣ ਤੋਂ ਮਨਾ ਕਰ ਦਿੱਤਾ ਜਾਂ ਉਹਨੇ ਫਤਿਹ ਨਹੀਂ ਬੁਲਾਈ, ਉਦੋਂ ਉਹਨੂੰ ਪਤਾ ਲੱਗਾ ਕਿ ਜਿਹੜੀ ਪੰਥ ਦੀ ਅਥਾਰਟੀ ਹੈ ਉਹ ਸਿੱਖਾਂ ਦੇ ਆਪਣੇ ਦੁਨਿਆਵੀ ਰਾਜ ਤੋਂ ਵੀ ਉੱਪਰ ਹੈਗੀ ਹੈ, ਜਿਹਦੇ ਵਿੱਚ ਫਿਰ ਉਹ ਅਕਾਲੀ ਫੂਲਾ ਸਿੰਘ ਹੋਰਾਂ ਦੇ ਅੱਗੇ ਜਾ ਕੇ ਪੇਸ਼ ਹੁੰਦੇ ਆ, ਜਾਂ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਖਾਲਸਾ ਪੰਥ ਦੇ ਅੱਗੇ ਜਾ ਕੇ ਪੇਸ਼ ਹੁੰਦੇ ਆ। ਹੁਣ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਦੋਂ ਇਹ ਸਾਰਾ ਪ੍ਰਬੰਧ ਦਾ ਸਿਸਟਮ ਚੇਂਜ ਹੋਇਆ ਆ, ਉਸ ਸਾਰੇ ਸਮੇਂ ਦੇ ਦੌਰਾਨ ਜਿਹੜੀ ਜਥੇਦਾਰ ਸਾਹਿਬ ਨੂੰ ਚੁਣਨ ਦੀ, ਕਿਉਂਕਿ ਜਥਾ ਤਾਂ ਉਸ ਹਿਸਾਬ ਦੇ ਨਾਲ ਰਿਹਾ ਨਹੀਂ, ਨਾ ਉਸ ਹਿਸਾਬ ਦੇ ਨਾਲ ਮਿਸਲ ਰਹੀ, ਤਾਂ ਹੌਲੀ ਹੌਲੀ ਇੱਕ ਪੋਜੀਸ਼ਨ ਕ੍ਰੀਏਟ ਹੋਈ ਜਿਹਦੇ ਵਿੱਚ ਫਿਰ ਸਿਲੈਕਟ ਕੀਤਾ ਜਾਣ ਲੱਗਾ। ਪਰ ਤੁਸੀਂ ਦੇਖੋ ਕਿ ਜਿਸ ਸਮੇਂ 80s ਦੇ ਵਿੱਚ ਸੰਤ ਜਰਨੈਲ ਸਿੰਘ ਹੋਣਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣ ਦੀ ਗੱਲ ਚੱਲੀ ਸੀਗੀ, ਉਸ ਤੋਂ ਪਹਿਲਾਂ ਤੱਕ ਜਿੰਨੀ ਵਾਰ ਵੀ ਜਥੇਦਾਰ ਸਾਹਿਬ ਲਗਾਏ ਜਾਂਦੇ ਸੀ ਅਕਾਲ ਤਖਤ ਸਾਹਿਬ ਦੇ, ਉਦੋਂ ਸਾਰੀਆਂ ਪੰਥਕ ਸੰਪਰਦਾਵਾਂ, ਸੰਸਥਾਵਾਂ ਸਾਰੀਆਂ ਦੀ ਰਾਏ ਦੇ ਨਾਲ ਹੀ ਲਗਾਏ ਜਾਂਦੇ ਸੀਗੇ ਤੇ ਉਹ ਸਿਸਟਮ ਚੱਲਿਆ ਆਉਂਦਾ ਸੀ। ਪਰ ਉਦੋਂ ਉਹਨਾਂ ਦੀ ਸਿਲੈਕਸ਼ਨ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਵੋਇਡ ਕਰਨ ਦੇ ਵਾਸਤੇ ਇੱਕ ਇਸ ਤਰ੍ਹਾਂ ਦਾ ਸਿਸਟਮ ਲਿਆਂਦਾ ਜਿਹਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਦੇ ਉੱਪਰ ਲਾਉਣ ਲੱਗੀ, ਕਿਉਂਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਇੱਕ ਦਲ ਦਾ ਤੇ ਫਿਰ ਇੱਕ ਪਰਿਵਾਰ ਦਾ ਕਬਜ਼ਾ ਹੁੰਦਾ ਗਿਆ, ਫਿਰ ਟੋਟਲੀ ਸਿਲੈਕਸ਼ਨ ਜਿਹੜੀ ਆ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਚਲੀ ਗਈ। ਸੋ ਉਹਦੇ ਤਹਿਤ ਹੁਣ ਮਤਲਬ ਜਦੋਂ ਜਿਹੜੀ ਲਾਉਣ ਵਾਲੀ ਧਿਰ ਹੈ ਉਹ ਦਿੱਲੀ ਸਟੇਟ ਦੇ ਅਧੀਨ ਹੋ ਕੇ ਚੱਲ ਰਹੀ ਹੈ ਜਾਂ ਉਹਦੇ ਸਰੋਕਾਰਾਂ ਦੇ ਮਤਹਿਤ ਹੋ ਕੇ ਚੱਲ ਰਹੀ ਹੈ, ਤਾਂ ਜਿਹੜੀਆਂ ਸ਼ਖਸੀਅਤਾਂ ਨੂੰ ਲਾਇਆ ਜਾਂਦਾ ਰਿਹਾ ਉਹ ਵੀ ਉਸੇ ਦੇ ਅਧੀਨ ਹੋ ਕੇ ਚੱਲਦੀਆਂ ਰਹੀਆਂ ਨੇ। ਇਹ ਹੁਣ ਤੱਕ ਦੀ ਮਤਲਬ ਬਿਟਰ ਰਿਐਲਿਟੀ ਹੈ। ਸੋ ਉਹਦੇ ਵਿੱਚ ਹੁਣ ਵੀ ਆਪਾਂ ਦੇਖਿਆ ਰੀਸੈਂਟ ਜਦੋਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਗਈ ਹੈ, ਉਹ ਮਤਲਬ ਕਿੰਨਾ ਹਾਲਾਤਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਵਾਪਰੀਆਂ, ਉਹ ਮੇਰੇ ਖਿਆਲ 'ਚ ਉਹਦੇ ਵਿਸਤਾਰ 'ਚ ਜਾਣ ਦੀ ਲੋੜ ਨਹੀਂ ਹੈਗੀ, ਪਰ ਉਹਦੇ ਪਿੱਛੇ ਇਹੀ ਕਾਰਨ ਪਿਆ ਜਿਹੜਾ ਤੁਸੀਂ ਪੁਆਇੰਟ ਆਊਟ ਕੀਤਾ। ਪਰ ਉਹਦਾ ਕਾਰਨ ਅਸਲ ਦੇ ਵਿੱਚ ਇਹ ਹੋਇਆ ਆ, ਜਿਹੜੀ ਮੈਂ ਨੁਕਤੇ ਮਾਤਰ ਦੇ ਤੌਰ ਦੇ ਉੱਪਰ ਜਾਂ ਪੁਆਇੰਟ ਹਾਈਲਾਈਟ ਕਰਨਾ ਚਾਹੁੰਦਾ, ਉਹ ਇਹ ਹੈ ਕਿ ਜਿਹੜੀ ਇੱਕ ਪੰਥਕ ਟ੍ਰੈਡੀਸ਼ਨ ਸੀਗੀ ਉਹ ਮੰਨਫੀ ਹੋਣ ਦੇ ਕਾਰਨ ਇਹ ਗੱਲ ਵਾਪਰੀ ਹੈ। ਸੋ ਰਿਵਰਸਲ ਜਿਸ ਤਰ੍ਹਾਂ ਦੇ ਨਾਲ ਇਹ ਇੱਥੋਂ ਮੌਜੂਦਾ ਹਾਲਾਤ ਤੱਕ ਆਪਾਂ ਹੇਠਾਂ ਆਏ ਆ, ਇਹ ਰਿਵਰਸ ਵੀ ਇਸੇ ਹਿਸਾਬ ਦੇ ਨਾਲ ਹੀ ਹੋਣੇ ਆ ਕਿ ਮੇਰੇ ਹਿਸਾਬ ਦੇ ਵਿੱਚ ਤਾਂ ਇਹ ਹੈਗਾ ਕਿ ਇਮੀਡੀਏਟਲੀ ਜਿਹੜਾ ਆ ਉਹ ਇਹ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ
ਜਾਂ ਉਸ ਤੋਂ ਵੀ ਪਹਿਲਾਂ ਇਹ ਹੋਣਾ ਚਾਹੀਦਾ ਸੀ। 2007 ਦੀ ਡੇਰਾ ਸਿਰਸਾ ਵਾਲੀ ਮੂਵਮੈਂਟ ਦੇ ਵਿੱਚ ਦੇਖਿਆ, ਮੈਂ ਖੁਦ ਖਾਲਸਾ ਐਕਸ਼ਨ ਕਮੇਟੀ ਦਾ ਮੈਂਬਰ ਸੀਗਾ, ਕਿ ਉਸ ਸਮੇਂ ਅਕਾਲ ਤਖਤ ਸਾਹਿਬ ਤੋਂ ਜਿਹੜੇ ਫੈਸਲੇ ਲਏ ਜਾਂਦੇ ਸੀਗੇ ਉਹਦੇ ਵਿੱਚ ਸਾਰੀਆਂ ਪੰਥਕ ਖੇਤਰ ਜਾਂ ਦਾਇਰੇ ਦੇ ਵਿੱਚ ਵਿਚਰਨ ਵਾਲੀਆਂ ਸੰਸਥਾਵਾਂ ਦੇ ਨਾਲ, ਚਾਹੇ ਉਹ ਸੰਪਰਦਾਵਾਂ ਹੋਣ ਚਾਹੇ ਉਹ ਮਾਡਰਨ ਸੰਸਥਾਵਾਂ ਹੋਣ, ਉਹਨਾਂ ਦੇ ਨਾਲ ਰਾਏ ਕਰਕੇ ਫੈਸਲਾ ਲਾਂਘਿਆ ਜਾਂਦਾ ਸੀਗਾ। ਇਸ ਤਰ੍ਹਾਂ ਬਿਲਕੁਲ ਨਹੀਂ ਸੀ ਹੁੰਦਾ ਕਿ ਪੰਜ ਸਿੰਘ ਸਾਹਿਬਾਨ ਦੀ ਆਪਣੀ ਇਕੱਲਿਆਂ ਦੀ ਇਕੱਤਰਤਾ ਹੋਈ ਤੇ ਉਹਦੇ ਵਿੱਚੋਂ ਫੈਸਲਾ ਆ ਗਿਆ। ਇਹ ਗੱਲਾਂ 2007 ਤੱਕ ਹੁੰਦੀਆਂ, ਮੈਂ ਆਪਣੀ ਅੱਖੀਂ ਦੇਖੀਆਂ ਹੋਈਆਂ ਨੇ। ਹੁਣ ਦੇ ਸਮੇਂ ਦੇ ਦੌਰਾਨ ਹੀ ਇਸ ਤਰ੍ਹਾਂ ਹੋਇਆ ਕਿ ਬਿਨਾਂ ਵਿਚਾਰ ਚਰਚਾ ਤੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਵਿੱਚੋਂ ਫੈਸਲਾ ਜਿਹੜਾ ਆ ਉਹ ਐਲਾਨ ਦਿੱਤਾ ਜਾਂਦਾ ਹੈ। ਸੋ ਪਹਿਲਾ ਰਿਵਰਸਲ ਤਾਂ ਇਹੀ ਹੋਣਾ ਚਾਹੀਦਾ ਕਿ ਜਿੱਥੇ ਤੁਸੀਂ ਪੰਥਕ ਸਰੋਕਾਰਾਂ ਨੂੰ ਐਡਰੈਸ ਕਰ ਰਹੇ ਹੋ, ਬੇਸ਼ੱਕ ਸਿੱਖਾਂ ਦੇ ਵੱਲੋਂ ਫੈਸਲਾ ਲੈਣ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਹੈ, ਪਰ ਤੁਹਾਨੂੰ ਉਹਨਾਂ ਦੀ ਸਿੱਖਾਂ ਦੀ ਰਾਏ ਤੇ ਉਹਨਾਂ ਦੀ ਇੱਕ ਟਰਸਟ ਦੇ ਨਾਲ ਫੈਸਲਾ ਲੈਣਾ ਚਾਹੀਦਾ ਹੈ। ਤੇ ਸੈਕਿੰਡ ਸਟੈਪ ਜਿਹੜਾ ਇਸ ਮਾਮਲੇ ਦੇ ਵਿੱਚ ਹੋ ਸਕਦਾ ਉਹ ਇਹ ਹੋ ਸਕਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵੀ ਜਿਹੜੀ ਚੋਣ ਹੁੰਦੀ ਹੈ, ਜਾਂ ਈਵਨ ਗਿਆਨੀ ਹਰਪ੍ਰੀਤ ਸਿੰਘ ਹੁਣ ਤੱਕ ਕਾਰਜਕਾਰੀ ਜਥੇਦਾਰ ਚੱਲੇ ਆ ਰਹੇ ਹੈ, ਉਹ ਕਾਰਜਕਾਰੀ ਤੋਂ ਪੱਕੇ ਹੁੰਦੇ ਆ ਨਹੀਂ ਹੁੰਦੇ, ਇਹ ਗੱਲ ਬਹੁਤੇ ਜਥੇਦਾਰਾਂ ਦੇ ਮਾਮਲੇ ਦੇ ਵਿੱਚ ਹੁਣ ਪਤਾ ਹੀ ਨਹੀਂ ਲੱਗਦੀ ਹੈਗੀ। ਇਹ ਮਤਲਬ ਹਾਰਡ ਰਿਐਲਿਟੀਜ਼ ਆਪਣੀ ਅੱਜ ਦੀ ਪੰਥਕ ਦਾਰੋਮਦਾਰ ਦੀਆਂ ਹੈਗੀਆਂ ਨੇ। ਜੇ ਉਹਨਾਂ ਨੂੰ ਕਾਰਜਕਾਰੀ ਹਟਾਉਣਾ ਹੋਵੇ, ਅੱਗੇ ਉਹਨਾਂ ਨੂੰ ਪਰਮਾਨੈਂਟ ਨਿਯੁਕਤੀ ਦੇਣੀ ਹੋਵੇ, ਉਹਦੇ ਵਾਸਤੇ ਵੀ ਘੱਟੋ ਘੱਟ ਸਾਰੀਆਂ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਆ ਉਹਨਾਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇਸ ਤਰ੍ਹਾਂ ਦੇ ਡਿਸੀਜਨ ਜਿਹੜੇ ਹੋਣੇ ਚਾਹੀਦੇ ਆ। ਚਾਹੀਦਾ ਤੇ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ, ਜੋ ਪੰਥਕ ਟ੍ਰੈਡੀਸ਼ਨ ਹੈ ਡਿਸੀਜਨ ਮੇਕਿੰਗ ਦੀ, ਉਹਨੂੰ ਰਿਵਾਈਵ ਕਰਨ ਦੀ ਲੋੜ ਹੈਗੀ ਹੈ, ਕਿਉਂਕਿ ਉਹ ਸਾਡੀ ਇੱਕ ਯੂਨੀਕਨੈਸ ਆ ਜਿਹੜੀ ਦੁਨੀਆ ਦੇ ਅੱਗੇ ਰਾਹ ਸਾਰਾ ਹੋ ਸਕਦੀ ਹੈ, ਪਰ ਸਾਡੇ ਆਪਣੇ ਅਮਲ ਦੇ ਵਿੱਚੋਂ ਮੰਨਫੀ ਹੋਈ ਪਈ ਹੈ ਇਸ ਵੇਲੇ। ਥੈਂਕ ਯੂ ਪਰਮਜੀਤ ਜੀ, ਬਿਲਕੁਲ ਜੀ, ਬਹੁਤ ਹੀ ਵਧੀਆ ਤਰ੍ਹਾਂ ਐਕਸਪਲੇਨ ਕੀਤਾ ਤੁਸੀਂ। ਇਸ ਤੋਂ ਨੈਕਸਟ ਜਿਹੜਾ ਸਵਾਲ ਨਿਕਲ ਕੇ ਆਉਂਦਾ ਹੈ ਕਿ ਜਿਹੜੀ ਆਪਾਂ ਹੁਣ 2022 ਦੀ ਇਲੈਕਸ਼ਨ ਵੱਲ ਦੇਖ ਰਹੇ ਹਾਂ, ਅਤੇ ਆਪਾਂ ਪੰਥਕ ਵੋਟ ਦੀ ਗੱਲ ਕੀਤੀ ਹੈ, ਸਿੱਖ ਵੋਟ ਦੀ ਗੱਲ ਕੀਤੀ ਹੈ, ਇੱਕ ਹੋਰ ਤਰੀਕੇ ਨਾਲ ਜਿਵੇਂ ਵੋਟ ਦੇਖੀ ਜਾਂਦੀ ਹੈ ਉਹ ਕਿੱਤੇ ਦੇ ਹਿਸਾਬ ਨਾਲ ਦੇਖੀ ਜਾਂਦੀ ਹੈ। ਅਤੇ ਪੰਜਾਬ 'ਚ ਕਿਸਾਨੀ ਤੋਂ ਵੱਡਾ ਕਿੱਤਾ ਹੈ ਨਹੀਂ ਕੋਈ, ਸਭ ਤੋਂ ਜ਼ਿਆਦਾ ਲੋਕ ਜੇ ਦੇਖਿਆ ਜਾਏ ਪਰਸੈਂਟੇਜ ਵਾਈਜ਼ ਵੀ ਤਾਂ ਉਸ 'ਚ ਹੋਣਗੇ, ਅਤੇ ਉਸ 'ਚ ਵੀ ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਜਾਂ ਸਿੱਖਾਂ ਦੀ ਪਰਸੈਂਟੇਜ ਹੈ ਇਨ ਦ ਫਾਰਮਰ ਕਲਾਸ ਆਫ ਪੰਜਾਬ, ਉਹ ਬਹੁਤ ਹੀ ਹਾਈ ਹੈ। ਸੋ ਜਿਹੜਾ ਹੁਣ ਡੇਢ ਸਾਲ ਹੋ ਗਿਆ, 3 ਕਾਲੇ ਕਾਨੂੰਨਾਂ ਦੇ ਅਗੇਂਸਟ ਐਡਾ ਪ੍ਰੋਟੈਸਟ ਹੋ ਰਿਹਾ ਹੈ, ਪੰਜਾਬ 'ਚ ਹੋ ਗਿਆ, ਹੁਣ ਦਿੱਲੀ 'ਚ ਕਿੰਨੇ ਮਹੀਨਿਆਂ ਤੋਂ ਬੈਠੇ ਹਾਂ ਆਪਾਂ, ਤਾਂ ਉਹਦਾ ਤੁਹਾਨੂੰ ਕੀ ਅਸਰ ਪੈਂਦਾ ਦਿਖ ਰਿਹਾ ਹੈ, ਇੱਕ ਸਿੱਖ ਲੈਂਸ ਤੋਂ ਵੀ ਅਤੇ ਪੰਥਕ ਲੈਂਸ ਤੋਂ ਵੀ, ਜੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕੋ। ਜੀ ਜ਼ਰੂਰ। ਇਹਦੇ ਵਿੱਚ ਇੱਕ ਗੱਲ ਆਪਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਇੱਕ ਹੈਗੀ ਆ ਸਟਰਗਲ ਦੀ ਪੋਲੀਟਿਕਸ ਤੇ ਇੱਕ ਹੈਗੀ ਆ ਵੋਟ ਪੋਲੀਟਿਕਸ। ਇਹਨਾਂ ਦੋਵਾਂ ਦੇ ਡਾਇਨੈਮਿਕਸ ਵੱਖੋ ਵੱਖਰੇ ਹੈਗੇ ਆ। ਜਦੋਂ ਕਿਸੇ ਇਸ਼ੂ ਨੂੰ ਲੈ ਕੇ ਸਟਰਗਲ ਹੁੰਦੀ ਹੈ, ਉਹਦੇ ਵਿੱਚ ਵੋਟ ਪੋਲੀਟਿਕਸ ਵਾਲੇ ਕ੍ਰਾਸ ਸੈਕਸ਼ਨਸ ਇਨਵੋਲਵ ਹੁੰਦੇ ਆ, ਕਿਉਂਕਿ ਉਹਨਾਂ ਦਾ ਸਟਰਗਲ ਦੇ ਨੁਕਤੇ ਦੇ ਨਾਲ ਜੁੜਿਆ ਹੋਇਆ ਜਿਹੜਾ ਹਿੱਤ ਹੈ ਉਹ ਸਾਂਝਾ ਹੁੰਦਾ ਹੈ। ਪਰ ਜਦੋਂ ਵੋਟ ਪੋਲੀਟਿਕਸ ਹੁੰਦੀ ਹੈ, ਜਿਹੜੇ ਬੰਦਿਆਂ ਦਾ ਇਸ਼ੂ ਦੇ ਉੱਪਰ ਹਿੱਤ ਸਾਂਝਾ ਸੀਗਾ, ਉਹਨਾਂ ਦੇ ਵੋਟ ਪੋਲੀਟਿਕਸ ਮੁਤਾਬਕ ਜਿਹੜੇ ਹਿੱਤ ਆ ਉਹ ਡਿਵਾਈਡ ਹੋ ਜਾਂਦੇ ਆ। ਆਈ ਮੀਨ ਟੂ ਸੇ that even farmers are not a monolithic unit in terms of vote politics। ਉਹਦੇ ਵਿੱਚੋਂ ਵੱਖੋ ਵੱਖਰੇ ਆ। ਸਟਰਗਲ ਦੀ ਪੋਲੀਟਿਕਸ ਦੇ ਮਾਮਲੇ ਦੇ ਵਿੱਚ ਤਾਂ ਇਹ ਹੋ ਗਿਆ ਸੀ ਕਿ ਪੰਜਾਬ ਦੀ ਸਾਰੀ ਸੁਸਾਇਟੀ ਲਗਭਗ ਇੱਕ ਯੂਨਿਟ ਬਣ ਕੇ ਸਾਹਮਣੇ ਆ ਗਈ ਸੀ, ਪਰ ਵੋਟ ਪੋਲੀਟਿਕਸ ਦੇ ਡਾਇਨਾਮਿਕਸ ਐਂਟਾਇਰਲੀ ਡਿਫਰੈਂਟ ਹੈਗੇ ਆ। ਉਹਦੇ ਵਿੱਚ ਜਦੋਂ ਵੋਟ ਪੋਲੀਟਿਕਸ ਦੀ ਗੱਲ ਆਉਣੀ ਆ ਤੇ ਉਹੀ ਜਿਹੜਾ ਕੁਝ ਸਮਾਂ ਪਹਿਲਾਂ ਕਿਸਾਨ ਸੀਗਾ, ਉਹ ਵੋਟਾਂ ਦੇ ਵਿੱਚ ਉਹੀ ਕਾਂਗਰਸੀ ਹੈ, ਉਹੀ ਬਾਦਲ ਦਲ ਦਾ ਵਰਕਰ ਹੈ। ਉਹਨਾਂ ਦੇ ਵਿੱਚੋਂ ਹੀ ਕੁਛ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਰਕਰ ਹੋਣਗੇ, ਕੁਛ ਜਿਹੜੇ ਹੁਣ ਵੱਖਰੇ ਵੱਖਰੇ ਛੋਟੇ ਛੋਟੇ ਦਲ ਬਣ ਰਹੇ ਆ ਉਹਨਾਂ ਦੇ ਹੋਣਗੇ। ਸੋ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆ ਕਿ ਉਹਨਾਂ ਦਾ ਵੋਟ ਪੋਲੀਟਿਕਸ ਦੇ ਵਿੱਚ ਹਿੱਤ ਸਾਂਝਾ ਨਹੀਂ ਹੈਗਾ, ਸਟਰਗਲ ਦੇ ਵਿੱਚ ਪੰਜਾਬ ਦੇ ਬਹੁਤੇ ਲੋਕਾਂ ਦਾ ਹਿੱਤ ਸਾਂਝਾ ਹੋ ਗਿਆ ਸੀ, ਇਸ ਕਰਕੇ ਉਹ ਇੱਕ ਯੂਨਿਟ ਵਾਂਗੂ ਰਿਸਪੌਂਡ ਕੀਤੇ ਸੀਗੇ। ਇੱਕ ਗੱਲ ਜਿਹੜੀ ਹੈ ਉਹ ਮੈਂ ਇਸ ਸੰਬੰਧ ਦੇ ਵਿੱਚ ਬਹੁਤ ਬਰੀਫਲੀ ਰੱਖਣੀ ਚਾਹੁੰਦਾ ਹਾਂ ਕਿ ਪੰਜਾਬ ਦੀ ਜਿਹੜੀ ਹੁਣ ਦੀ ਪੋਲੀਟਿਕਸ ਹੈ ਉਹਦੇ ਵਿੱਚ ਉਹਦੇ ਜਿਹੜੇ ਬਹੁਤੇ ਡਾਇਨੈਮਿਕਸ ਆ ਉਹ ਦੇਖੋ ਕਿਸ ਪਾਸੇ ਨੂੰ ਜਾ ਰਹੇ ਆ। ਪੰਜਾਬ ਦੇ ਵਿੱਚ ਪੋਲੀਟਿਕਸ ਕੰਸੋਲੀਡੇਸ਼ਨ ਵੱਲ ਨਹੀਂ ਜਾ ਰਹੀ ਕਿ ਉਹ ਕਿਸੇ ਇੱਕ ਧਿਰ ਦੇ ਹੱਥ ਦੇ ਵਿੱਚ ਕੰਸੋਲੀਡੇਟ ਹੋ ਰਹੀ ਹੋਵੇ, ਕਿਸੇ ਇੱਕ ਇਸ਼ੂ ਦੇ ਫੇਵਰ ਦੇ ਵਿੱਚ ਕੰਸੋਲੀਡੇਟ ਹੋ ਰਹੀ ਹੋਵੇ, ਇੱਦਾਂ ਨਹੀਂ ਹੈਗਾ। ਇਸ਼ੂਜ਼ ਦੇ ਪੱਖ ਤੋਂ ਵੀ ਤੇ ਧਿਰਾਂ ਦੇ ਪੱਖ ਤੋਂ ਵੀ ਡੀਫਰੈਗਮੈਂਟੇਸ਼ਨ ਹੈ। ਬਹੁਤ ਸਾਰੀਆਂ ਧਿਰਾਂ
ਬਹੁਤ ਸਾਰੇ ਇਸ਼ੂਜ਼ ਜਿਹੜੇ ਆ ਉਹ ਪੈਰਲਰ ਇੱਕ ਦੂਜੇ ਦੇ ਕੰਟਰਾਸਟ 'ਚ ਖੜੇ ਹੋ ਰਹੇ ਆ। ਪਿਛਲੇ ਦਿਨਾਂ ਦੇ ਦੌਰਾਨ ਜਿਹੜੀਆਂ ਘਟਨਾਵਾਂ ਵਾਪਰੀਆਂ, ਜਿਹੜੀ ਤਖ਼ਤ ਸਾਹਿਬ ਦੇ ਉੱਪਰ ਘਟਨਾ ਵਾਪਰੀ ਕੇਸਗੜ੍ਹ ਸਾਹਿਬ, ਜਾਂ ਉਸ ਤੋਂ ਬਾਅਦ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਵਾਪਰੀਆਂ, ਕਲੀਅਰਲੀ ਵਨ ਕੁਡ ਅੰਡਰਸਟੈਂਡ ਕਿ ਇੱਥੇ ਕਿਸਾਨੀ ਇਸ਼ੂ ਦੇ ਕੰਟਰਾਸਟ ਦੇ ਵਿੱਚ ਜਿਹੜਾ ਅਦਬ ਦਾ ਇਸ਼ੂ ਹੈ ਗੁਰੂ ਸਾਹਿਬ ਦੇ ਦਾ, ਉਹਨੂੰ ਕੋਈ ਨਾ ਕੋਈ ਟ੍ਰਿਗਰ ਕਰਕੇ ਖੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਈ ਥਿੰਕ ਕਿ ਤੁਸੀਂ ਸਾਰੇ ਸਮਝਦੇ ਆ ਕਿ ਕੌਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਸਰੀ ਜਿਹੜੀ ਗੱਲ ਹੈ ਕਿ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਵੀ ਤੇ ਸਿੱਖ ਪੋਲੀਟਿਕਸ ਦੇ ਵਿੱਚ ਵੀ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਖਲਾਰਾ ਨਜ਼ਰ ਆਊਗਾ, ਕੰਸੋਲੀਡੇਟ ਨਹੀਂ ਹੋਣਾ। ਮਤਲਬ ਗਰੁੱਪਸ ਦੇ ਵਿੱਚੋਂ ਗਰੁੱਪਸ ਨਿਕਲਣੇ ਆ, ਫੈਕਸ਼ਨਿਜ਼ਮ ਜਿਹੜਾ ਆ ਉਹ ਵਧਣਾ ਆ। ਇਹੀ ਮਸਲਾ ਜਿਹੜਾ ਆ ਉਹ ਇਸ਼ੂਜ਼ ਦੇ ਮਾਮਲੇ ਦੇ ਵਿੱਚ ਹੋਣਾ ਆ, ਕਿਉਂਕਿ ਜਿੰਨੀ ਗੱਲ ਸਾਨੂੰ ਸਮਝ ਆਉਂਦੀ ਹੈ ਉਹ ਇਹ ਹੈ ਕਿ ਜਿਹੜੀ ਇੰਡੀਅਨ ਸਟੇਟ ਹੈ ਉਨੀ ਸਾਰੇ ਜਿਓਗ੍ਰਾਫੀਕਲ ਜਿਓਪੋਲੀਟੀਕਲ ਹਾਲਾਤ ਜਿਹੜੇ ਬਦਲ ਰਹੇ ਨੇ ਤੇ ਰੀਜਨ ਦੇ ਜਿਹੜੇ ਹਾਲਾਤ ਸਾਰੇ ਬਦਲ ਰਹੇ ਆ। ਜਿਸ ਤਰ੍ਹਾਂ ਦਾ ਬੈਲੈਂਸ ਆਫ ਪਾਵਰ ਸ਼ਿਫਟ ਹੋ ਰਿਹਾ ਆ ਗਲੋਬਲ ਆਰਡਰ ਦੇ ਤੌਰ ਦੇ ਉੱਪਰ ਵੀ, ਜਿਹਦੇ ਫੋਕਸ ਦੇ ਵਿੱਚ ਸਾਊਥ ਏਸ਼ੀਆ ਆਇਆ ਹੋਇਆ ਆ, ਜਿਹਦੇ ਵਿੱਚ ਪੰਜਾਬ ਤੇ ਸਿੱਖ ਇੱਕ ਬੜੀ ਇੰਪੋਰਟੈਂਟ ਇਕਾਈ ਬਣ ਕੇ ਸਾਹਮਣੇ ਆਉਂਦੇ ਆ, ਤਾਂ ਉੱਥੇ ਉਹ ਕੋਈ ਵੀ ਇੱਕ ਯੂਨਿਟ ਇਸ ਤਰ੍ਹਾਂ ਦਾ ਨਹੀਂ ਛੱਡਣਾ ਚਾਹੁੰਦੇ ਜਿਹੜੇ ਬਦਲੇ ਹੋਏ ਹਾਲਾਤ ਦੇ ਵਿੱਚ ਕਿਸੇ ਵੀ ਤਰੀਕੇ ਦੀ ਇੱਥੇ ਦੀ ਪੋਲੀਟੀਕਲ ਸਟਰਗਲ ਆ ਜਿਹੜੀ ਉਹਨੂੰ ਕੰਸੋਲੀਡੇਟ ਕਰ ਸਕਦਾ ਹੋਵੇ। ਸੋ ਉਹਦੇ ਵਿੱਚ ਉਹਨਾਂ ਨੇ ਖਲਾਰਾ ਪਾਉਣ ਦੀ ਲਾਈਨ ਜਿਹੜੀ ਹੈ ਉਹ ਲਈ ਹੋਈ ਹੈ, ਜਿਹਦੇ ਵਿੱਚ ਆ ਕਾਂਗਰਸ ਪਾਰਟੀ ਦੇ ਅੰਦਰ ਜੋ ਕੁਝ ਵਾਪਰਿਆ ਇਹ ਆਪਣੇ ਸਾਹਮਣੇ ਹੈਗਾ ਆ। ਇਸ ਤੋਂ ਇਲਾਵਾ ਬਾਕੀ ਦਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਣਾ, ਇਸੇ ਤਰ੍ਹਾਂ ਇਸ਼ੂਜ਼ ਦੇ ਵਿੱਚ ਹੋਣਾ ਆ। ਸੋਸ਼ਲ ਡਿਵੀਜ਼ਨ ਦੇ ਲੈਵਲ ਦੇ ਉੱਪਰ ਵੀ ਉਹਨਾਂ ਨੇ ਮਤਲਬ ਪੰਜਾਬ ਦੇ ਵਿੱਚ ਹੁਣ ਹਿੰਦੂ ਮੁਸਲਿਮ ਦੀ ਪੋਲਰਾਈਜੇਸ਼ਨ ਨਹੀਂ ਹੋ ਸਕਦੀ, ਦਲਿਤਾਂ ਦੀ ਪੋਲਰਾਈਜੇਸ਼ਨ ਖੜੀ ਕਰਨ ਦੀ ਉਹਨਾਂ ਨੇ ਕਿਸਾਨੀ ਐਜੀਟੇਸ਼ਨ ਦੇ ਸ਼ੁਰੂ ਦੇ ਵਿੱਚ ਹੀ ਕੋਸ਼ਿਸ਼ ਕੀਤੀ ਸੀ ਕਿ ਉਹ ਨਹੀਂ ਹੋਈ। ਹੁਣ ਜਿਸ ਤਰ੍ਹਾਂ ਕ੍ਰਿਸਚੈਨਿਟੀ ਵਾਲਾ ਮਸਲਾ ਪੰਜਾਬ ਦੇ ਵਿੱਚ ਉੱਭਰ ਰਿਹਾ ਆ, ਇਫ ਵੀ ਕੀਪ ਅਦਰ ਥਿੰਗਸ ਅਸਾਈਡ ਫॉर ਅ ਮੂਵਮੈਂਟ, ਤੇ ਇਸ ਨਜ਼ਰੀਏ ਤੋਂ ਦੇਖੀਏ ਇਹ ਵੀ ਇੱਕ ਡਿਵੀਜ਼ਨ ਹੈ ਜਿਹੜੀ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਉਭਾਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਣੀ ਹੈ। ਸੋ ਫਾਲਟ ਲਾਈਨਸ ਜਿੰਨੀਆਂ ਵੀ ਨੇ ਉਹ ਡਾਰਕ ਹੋਣੀਆਂ ਨੇ, ਉਹ ਵਿਦਿਨ ਪਾਰਟੀਜ਼ ਵੀ ਹੋਣੀਆਂ ਆ, ਉਹ ਇਸ਼ੂਜ਼ ਦੇ ਵਾਈਜ਼ ਵੀ ਹੋਣੀਆਂ ਆ, ਉਹ ਸੁਸਾਇਟੀ ਦੇ ਵਾਈਜ਼ ਵੀ ਹੋਣੀਆਂ ਆ। ਸੋ ਪੰਜਾਬ ਦੀ ਜਿਹੜੀ ਪੋਲੀਟਿਕਸ ਦਾ ਅੱਗੇ ਭਵਿੱਖ ਹੈਗਾ ਆ ਉਹਦੇ ਵਿੱਚ ਇਹ ਆ ਕਿ ਖਿਲਾਰੇ ਵੱਲ ਨੂੰ ਸਟੇਟ ਨੇ ਟੋਟਲੀ ਉਹਨੂੰ ਲੈ ਕੇ ਜਾਣਾ, ਤੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚੋਂ ਕੋਈ ਵੀ ਇੰਨੀ ਜ਼ਰੂਰਤ ਵਾਲਾ ਜਾਂ ਇਸ ਜਿਹੜੀ ਇੱਕ ਲੀਡਰਸ਼ਿਪ ਕੁਆਲਿਟੀ ਚਾਹੀਦੀ ਹੈ ਇਸ ਸਾਰੀ ਸਿਚੁਏਸ਼ਨ ਨੂੰ ਪੰਜਾਬ ਦੇ ਫੀਲਡਵਰਕ ਦੇ ਵਿੱਚ ਹੈਂਡਲ ਕਰਨ ਦੀ, ਉਹ ਨਹੀਂ ਹੈਗੀ। ਉਹ ਇਸਟੈਬਲਿਸ਼ਡ ਲੀਡਰਸ਼ਿਪ ਦੇ ਵਿੱਚੋਂ ਆਪਾਂ ਨੂੰ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ। ਇਹ ਬਹੁਤ ਸ਼ਾਰਟ ਟਰਮ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲਦੇ ਆ, ਤੇ ਹਾਲਾਂਕਿ ਉਹਦਾ ਜਿਹੜਾ ਕਸਾਰਾ ਆ ਉਹ ਸਾਰਿਆਂ ਨੂੰ ਝੱਲਣਾ ਪੈਣਾ। ਬਿਲਕੁਲ ਜੀ, ਬਿਲਕੁਲ ਪਰਮਜੀਤ ਜੀ। ਤੇ ਜੇ ਜਿਹਨੂੰ ਕਹਿੰਦੇ ਆ ਨਾ 30,000 ਫੀਟ ਤੋਂ ਦੇਖਿਆ ਜਾਏ ਤਾਂ ਮੇਰਾ ਆਪ ਦਾ ਪਰਸਨਲ ਓਪੀਨੀਅਨ ਇਹ ਹੈ ਕਿ ਜਿਹੜੀ ਤੁਸੀਂ ਫ੍ਰੈਕਚਰਿੰਗ ਦੀ ਗੱਲ ਕੀਤੀ ਹੈ, ਜਿਹੜੀ ਫੈਕਸ਼ਨਲਿਜ਼ਮ ਦੀ ਗੱਲ ਕੀਤੀ ਹੈ, ਚਾਹੇ ਉਹ ਇਸ਼ੂਜ਼ ਦੀ ਹੋਏ ਚਾਹੇ ਪਾਰਟੀਜ਼ ਦੀ ਹੋਏ, ਤਾਂ ਜੇ ਉਹ ਸਿੱਖ ਲੈਂਸ ਤੋਂ ਦੇਖਿਆ ਜਾਏ ਤਾਂ ਇਹ ਮਾੜਾ ਹੈ। ਜੇ ਆਪਾਂ ਐਜ਼ ਅ ਕਮਿਊਨਿਟੀ ਦੇਖੀਏ ਤਾਂ ਇਹ ਯੂਸਫੁਲ ਨਹੀਂ ਹੋ ਸਕਦਾ, ਇਹ ਹੈਂਪਰ ਹੀ ਕਰੂਗਾ, ਚਾਹੇ ਆਪਣੀ ਗਰੋਥ ਹੋ ਜਾਏ ਚਾਹੇ ਪ੍ਰੋਗਰੈਸ ਹੋ ਜਾਏ। ਤਾਂ ਕੀ ਤੁਸੀਂ ਇਹ ਸੈਂਟੀਮੈਂਟ ਸ਼ੇਅਰ ਕਰਦੇ ਹੋ? ਬਿਲਕੁਲ, ਦੇਖੋ ਪ੍ਰੋਬਲਮ ਹੈ ਔਰ ਇਟਸ ਸੀਰੀਅਸ, ਤੇ ਇਹ ਫਿਕਰ ਦਾ ਬਾਇਸ ਵੀ ਹੈਗੀ ਹੈ। ਤੇ ਇਹਦੇ ਵਿੱਚ ਇਹ ਹੈਗਾ ਆ ਕਿ ਸੁਸਾਇਟੀ ਇਹਨੂੰ ਕਿਸ ਤਰ੍ਹਾਂ ਰਿਸਪੌਂਡ ਕਰੂਗੀ, ਜਾਂ ਇੱਥੇ ਫਿਰ ਬਾਕੀ ਤਰ੍ਹਾਂ ਦੀ ਜ਼ਿੰਮੇਵਾਰੀ ਕੀ ਬਣ ਕੇ ਜਾਂ ਉੱਭਰ ਕੇ ਸਾਹਮਣੇ ਆਉਂਦੀ ਹੈ। ਇਹ ਨੁਕਤਾ ਜ਼ਰੂਰ ਹੈਗਾ ਜਿਹੜਾ ਆਪਾਂ ਨੂੰ ਦੇਖਣਾ ਚਾਹੀਦਾ। ਬਾਕੀ ਜਿਹੜਾ ਤੁਸੀਂ ਪਾਰਟੀਕੂਲਰਲੀ ਪੁੱਛਿਆ ਆ ਕਿ ਫਿਕਰ ਵਾਲੀ ਗੱਲ ਹੈ, ਯਕੀਨਨ ਬਹੁਤ ਜ਼ਿਆਦਾ ਫਿਕਰ ਵਾਲੀ ਗੱਲ ਹੈ। ਥੈਂਕ ਯੂ ਜੀ। ਸੋ ਜੀ ਆਹ ਸੀ ਸਾਡਾ ਸੈਕਸ਼ਨ 1। ਅਸੀਂ ਗੱਲ ਕੀਤੀ ਸਿੱਖ ਵੋਟ ਦੀ, ਪੰਥਕ ਵੋਟ ਦੀ, ਤੇ ਫਾਰਮਰਸ ਪ੍ਰੋਟੈਸਟ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਉਹਦਾ ਕੀ ਫਰਕ ਪੈਂਦਾ ਹੈ ਆਪਣੀ 2022 ਇਲੈਕਸ਼ਨਸ ਦੀਆਂ। ਤੇ ਹੁਣ ਆਪਾਂ ਸੈਕਿੰਡ ਸੈਗਮੈਂਟ ਸ਼ੁਰੂ ਕਰਾਂਗੇ ਜੀ। ਆਪਾਂ ਥੋੜ੍ਹਾ ਜਿਹਾ ਪੌਜ਼ ਲੈਂਦੇ ਹਾਂ, ਤੇ ਥੈਂਕ ਯੂ ਟੂ ਦ ਲਿਸਨਰਸ ਫॉर ਕੰਟੀਨਿਊਇੰਗ ਟੂ ਲਿਸਨ ਟੂ ਅਸ। ਅਗਲੇ ਸੈਕਸ਼ਨ 'ਚ ਹੋਰ ਬਹੁਤ ਹੀ ਜ਼ਰੂਰੀ ਤੇ ਇੰਪੋਰਟੈਂਟ ਮੁੱਦੇ ਲੈ ਕੇ ਵਾਪਸ ਆਉਂਦੇ ਹਾਂ। ਸੋ ਗੱਲ ਹੋ ਰਹੀ ਸੀ ਇਲੈਕਸ਼ਨਸ ਦੀ, ਗੱਲ ਹੋ ਰਹੀ ਹੈ ਪੰਜਾਬ ਦੀ ਸਿਆਸਤ ਦੀ, ਗੱਲ ਹੋ ਰਹੀ ਹੈ ਵੋਟ ਬੈਂਕਸ ਦੀ, ਤੇ
ਪੰਜਾਬ ਦੀ ਜਿੰਨੀ ਵੀ ਪਾਰਟੀਆਂ ਨੇ ਉਹਨਾਂ ਦੀ ਗੱਲ ਕਿਉਂ ਨਾ ਹੋਵੇ ਇਸ ਮਾਮਲੇ ਦੀ ਜਦੋਂ ਗੱਲ ਹੋ ਰਹੀ ਹੋਵੇ। ਸੋ ਇੱਕ ਪਾਰਟੀ ਹੈ ਆਮ ਆਦਮੀ ਪਾਰਟੀ, ਜਿਵੇਂ ਕਿ ਪੰਜਾਬ 'ਚ ਜਾਂ ਤਾਂ ਤੁਸੀਂ ਕਹਿ ਸਕਦੇ ਹੋ ਹਿੰਦੁਸਤਾਨ ਦੀ ਇਲੈਕਸ਼ਨਸ 'ਚ ਨਵੀਂ ਨੇਤਰੀ ਹੈ। ਦਿੱਲੀ 'ਚ ਉਹਨਾਂ ਕੋਲ ਪਾਵਰ ਹੈ ਅਤੇ ਬਾਕੀ ਸਾਰੀਆਂ ਸਟੇਟਾਂ 'ਚ ਹੀ ਉਹ ਆਹਿਸਤਾ ਆਹਿਸਤਾ ਆਪਣੇ ਪੈਰ ਪਸਾਰ ਰਹੇ ਨੇ। ਸੋ ਇੱਕ ਨੌਨ ਪੰਜਾਬ ਦੀ ਪਾਰਟੀ ਹੈ ਜਿਹੜੀ ਦਿੱਲੀ ਤੋਂ ਓਪਰੇਟ ਹੋ ਰਹੀ ਹੈ। ਇਸ ਦੇ ਬਾਰੇ 'ਚ ਪਰਮਜੀਤ ਜੀ ਅਸੀਂ ਥੋੜ੍ਹਾ ਜਿਹਾ ਜਾਣਨਾ ਚਾਹਾਂਗੇ ਕਿ ਐਜ਼ ਏ ਪੰਜਾਬੀ ਜਾਂ ਜਿੰਨੇ ਲੋਕਾਂ ਨਾਲ ਤੁਸੀਂ ਗੱਲ ਕੀਤੀ ਜਾਂ ਜਿੰਨੇ ਪੰਥਕ ਵਿਚਾਰ ਹੈ ਜਾਂ ਜਿਹੜੇ ਸਿੱਖ ਵਿਚਾਰ ਹੈ ਜਾਂ ਜਿੰਨੇ ਲੋਕਾਂ ਨੂੰ ਤੁਸੀਂ ਮਿਲਦੇ ਹੋ, ਉਹਨਾਂ ਦਾ ਇੱਕ ਨੌਨ ਪੰਜਾਬੀ ਪਾਰਟੀ ਬਾਰੇ ਕੀ ਖਿਆਲ ਹੈ ਅਤੇ ਆਮ ਆਦਮੀ ਪਾਰਟੀ ਬਾਰੇ ਕੀ ਰਾਏ ਰੱਖਦੇ ਨੇ ਲੋਕੀ? ਹਾਂਜੀ, ਇਸ ਸੰਬੰਧ ਵਿੱਚ ਇੱਕ ਗੱਲ ਜਿਹੜੀ ਬਹੁਤ ਬਰੀਫਲੀ ਮੈਂ ਕਹਿਣੀ ਚਾਹੁੰਦਾ ਹਾਂ ਕਿ ਇੰਡੀਅਨ ਵੋਟ ਪੋਲੀਟਿਕਸ ਦੇ ਸਿਸਟਮ ਦੇ ਵਿੱਚ ਪਾਰਟੀਸਪੇਟ ਕਰਨ ਵਾਲੀਆਂ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਆਲਮੋਸਟ ਨੌਨ ਪੰਜਾਬੀ ਪਾਰਟੀਆਂ ਬਣ ਗਈਆਂ। ਕਿਸੇ ਵੀ ਪਰਟੀਕੂਲਰ ਰੀਜਨ ਦੇ ਬੰਦੇ ਇਨਵੋਲਵ ਹੋਣ ਦੇ ਨਾਲ ਜਾਂ ਉਹਦੀ ਡਿਸੀਜ਼ਨ ਮੇਕਿੰਗ ਆ ਜਿਹੜੀ ਉਹ ਸਿਰਫ ਪੰਜਾਬ ਤੱਕ ਕੇਂਦਰ, ਹਾਲਾਂਕਿ ਕਿਸੇ ਦੀ ਡਿਸੀਜ਼ਨ ਮੇਕਿੰਗ ਵੀ ਪੰਜਾਬ ਤੱਕ ਕੇਂਦਰਿਤ ਨਹੀਂ ਹੈਗੀ। ਪਰ ਜੇ ਆਪਾਂ ਮੰਨ ਵੀ ਲਈਏ ਕਿ ਜਿਹੜੀ ਪੰਜਾਬ ਦੇ ਲੋਕਾਂ ਦੀ ਹੀ ਲੀਡਰਸ਼ਿਪ ਵਾਲੀ ਪਾਰਟੀ ਆ, ਉਹਦੀ ਡਿਸੀਜ਼ਨ ਮੇਕਿੰਗ ਪੰਜਾਬ ਤੱਕ ਵੀ ਕੇਂਦਰਿਤ ਹੈ, ਤਾਂ ਇੰਨੇ ਦੇ ਨਾਲ ਵੀ ਉਹ ਪਾਰਟੀ ਜਿਹੜੀ ਆ ਉਹ ਪੰਜਾਬ ਸੈਂਟਰਿਕ ਪਾਰਟੀ ਨਹੀਂ ਬਣ ਜਾਂਦੀ। ਪੰਜਾਬ ਸੈਂਟਰਿਕ ਪਾਰਟੀ ਉਦੋਂ ਬਣੂਗੀ ਕਿ ਕੋਈ ਵੀ ਜਦੋਂ ਉਹਦਾ ਜਿਹੜਾ ਏਜੰਡਾ ਆ, ਉਹਦੀ ਅਪਰੋਚ ਆ ਤੇ ਉਹਦੀ ਜਿੰਨੀ ਵੀ ਸਾਰੀ ਇੰਪਲੀਮੈਂਟੇਸ਼ਨ ਦਾ ਵਿਹਾਰ ਆ, ਜਦੋਂ ਉਹ ਪੰਜਾਬ ਸੈਂਟਰਿਕ ਹੋਊਗਾ। ਉਹ ਆਪਾਂ ਪਿਛਲੇ ਸਾਰੇ ਸਮੇਂ ਦੇ ਦੌਰਾਨ ਹੀ ਦੇਖਿਆ ਕਿ ਕੋਈ ਵੀ ਪਾਰਟੀ, ਹੁਣ ਕਾਂਗਰਸ ਦੇ ਬਾਰੇ ਦੇ ਵਿੱਚ ਤਾਂ ਹੈ ਹੀ ਹੈ, ਉਹ ਵੀ ਮਤਲਬ ਇੱਕ ਸੈਂਟਰਲੀ ਆਪਰੇਟਿਡ ਪਾਰਟੀ ਹੈਗੀ ਹੈ, ਦਿੱਲੀ ਤੋਂ ਚੱਲਦੀ ਹੈ। ਬਾਦਲ ਸਾਹਿਬ ਦੀ ਵੀ ਜਿੰਨਾ ਚਿਰ ਇਹਨਾਂ ਦੀ ਬੀਜੇਪੀ ਦੇ ਨਾਲ ਭਾਈਵਾਲੀ ਰਹੀ ਹੈ, ਇਹ ਵੀ ਉਹਨਾਂ ਤੋਂ ਬਾਹਰ ਹੋ ਕੇ ਨਹੀਂ ਚੱਲਦੇ ਰਹੇ। ਤੇ ਅਜੇ ਵੀ ਜਿੰਨੀਆਂ ਇਹਨਾਂ ਦੀਆਂ ਕਮਜ਼ੋਰੀਆਂ ਨੇ ਪੰਜਾਬ ਦੇ ਇਸ਼ੂਜ਼ ਦੇ ਕੰਟੈਕਸਟ ਦੇ ਵਿੱਚ, ਇਹ ਉਹਨਾਂ ਤੋਂ ਬਾਹਰ ਹੋ ਕੇ ਨਹੀਂ ਚੱਲ ਸਕਦੇ। ਤੇ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ, ਪੰਜਾਬ ਦੇ ਵਿੱਚ ਦੇਖੋ ਉਹਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਸੀਗਾ, ਉਹਦਾ ਕੰਟੈਕਸਟ ਸਮਝਣਾ ਬਹੁਤ ਜ਼ਰੂਰੀ ਹੈਗਾ। ਪੰਜਾਬ ਦੀ ਪੋਲੀਟਿਕਸ ਦੇ ਵਿੱਚ ਇੱਕ ਵੈਕਿਊਮ ਖੜਾ ਹੋ ਗਿਆ ਸੀਗਾ, ਜਿਹੜਾ ਆਲਮੋਸਟ ਸਾਲ 2000 ਦੇ ਵਿੱਚ ਲੋਕੀ ਮਹਿਸੂਸ ਕਰਨ ਲੱਗ ਗਏ ਸੀਗੇ, ਕਿਉਂਕਿ 97 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਗੱਲਾਂ ਨੂੰ ਲੈ ਕੇ ਆਈ ਸੀਗੀ, 2.5 ਸਾਲ ਲੋਕੀ ਉਡੀਕ ਕਰਦੇ ਰਹੇ ਕਿ ਹੁਣ ਉਹ ਗੱਲਾਂ ਲਾਗੂ ਹੁੰਦੀਆਂ। ਜਦੋਂ ਨਹੀਂ ਹੋਈਆਂ ਤਾਂ ਤਕਰੀਬਨ 2000 ਦੇ ਵਿੱਚ ਲੋਕੀ ਮਹਿਸੂਸ ਕਰਨ ਲੱਗ ਗਏ ਸੀਗੇ ਕਿ ਕੋਈ ਵੀ ਨਹੀਂ ਹੈ ਜਿਹੜਾ ਪੰਜਾਬ ਦੇ ਹੱਕ ਦੇ ਵਿੱਚ ਇਸ ਵੋਟ ਪੋਲੀਟਿਕਸ ਦੇ ਸਿਸਟਮ ਦੇ ਵਿੱਚੋਂ ਖੜਨ ਵਾਲਾ ਹੋਵੇ। ਇਹ ਜਿਹੜਾ ਵੈਕਿਊਮ ਆ, ਇਹ ਓਵਰ ਗਰਾਊਂਡ ਵਿਜ਼ੀਬਲ ਹੋ ਗਿਆ ਲਗਭਗ 2006-07 ਦੇ ਲਾਗੇ ਜਾ ਕੇ। ਉਸ ਤੋਂ ਬਾਅਦ ਵੱਧਦਾ ਗਿਆ। ਸਰਸੇ ਵਾਲੀ ਸਟਰਗਲ ਦੇ ਦੌਰਾਨ ਜੋ ਕੁਝ ਵਾਪਰਿਆ, ਉਦੋਂ ਵੀ ਉਹ ਗੱਲਾਂ ਸਾਹਮਣੇ ਆਈਆਂ, ਜਿਹਨੂੰ ਫਿਲ ਕਰਨ ਦੀ ਪਹਿਲੀ ਜਿਹੜੀ ਦਿੱਲੀ ਸਪਾਂਸਰਡ ਅਟੈਂਪਟ ਸੀਗੀ, ਉਹ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ PPP ਦੇ ਤੌਰ ਦੇ ਉੱਪਰ ਹੋਈ, ਕਿਉਂਕਿ ਆਮ ਆਦਮੀ ਪਾਰਟੀ ਇੱਕ ਐਜੀਟੇਸ਼ਨ ਦੇ ਵਿੱਚ ਉੱਭਰ ਕੇ ਆਈ ਸੀ। ਇਸ ਕਰਕੇ ਪੰਜਾਬ ਦੇ ਲੋਕਾਂ ਨੇ ਦੇ ਇੱਕ ਹਿੱਸੇ ਨੇ ਉਹਨਾਂ ਤੋਂ ਉਮੀਦ ਲਾਈ। ਮਤਲਬ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਸੀਗਾ ਜਦੋਂ 4 MP ਲੈ ਕੇ ਗਏ ਆ, ਪਰ ਉਸ ਤੋਂ ਬਾਅਦ ਦੇ ਵਿੱਚ ਜਿਸ ਤਰ੍ਹਾਂ ਦੇ ਇਸ਼ੂਜ਼ ਦੇ ਉੱਪਰ ਉਹਨਾਂ ਨੇ ਮਤਲਬ ਗੱਲਾਂ ਸਟੈਂਡ ਲੈਂਦੇ ਸੀਗੇ ਪਹਿਲਾਂ, ਜਾਂ ਕਹਿੰਦੇ ਸੀਗੇ ਕਿ ਕਸ਼ਮੀਰ ਦੇ ਕੋਲ ਵੀ ਪਲੈਬੀਸਾਈਟ ਉੱਥੇ ਹੋਣਾ ਚਾਹੀਦਾ, ਕਸ਼ਮੀਰੀਆਂ ਦੇ ਕੋਲ ਹੱਕ ਹੋਣਾ ਚਾਹੀਦਾ ਆ। ਤੇ ਕੇਜਰੀਵਾਲ ਦੇ ਵੱਲੋਂ ਵੀ, ਇਹਨਾਂ ਦੇ ਬਾਕੀ ਆਗੂਆਂ ਦੇ ਵੱਲੋਂ ਵੀ ਜਿਹੜੀ ਆਟੋਨਮੀ ਦੀ ਗੱਲ ਹੈ ਕਿ ਖੁਦ ਮੁਖਤਿਆਰੀ ਹੋਵੇ, ਯੂਨਿਟਸ ਆਪਣੇ ਤੌਰ ਦੇ ਉੱਪਰ ਆਪਣੇ ਫੈਸਲੇ ਲੈਣ, ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ। ਤੇ ਉਹ ਗੱਲਾਂ ਜਦੋਂ ਫਿਰ ਪ੍ਰੈਕਟੀਕਲੀ ਦੇਖਿਆ ਕਿ ਉਹਨਾਂ ਗੱਲਾਂ ਤੋਂ ਪਿੱਛੇ ਹਟਿਆ, ਤਾਂ ਕਾਫੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸ਼ਾਰਪ ਹਿੱਸਾ ਸੀਗਾ ਜਾਂ ਐਨਾਲਿਟੀਕਲ ਕ੍ਰਿਟੀਕਲ ਹਿੱਸਾ ਸੀ, ਉਹਨਾਂ ਤੋਂ ਪਿੱਛੇ ਹਟ ਗਿਆ ਸੀਗਾ। ਪਰ ਉਹਦੇ ਬਾਵਜੂਦ ਵੀ ਇੱਕ ਬੜਾ ਵੱਡਾ ਹਿੱਸਾ ਸੀਗਾ ਜਿਹਨੂੰ ਇਹ ਸੀਗਾ ਕਿ ਪਹਿਲਿਆਂ ਦੀ ਰਿਪਲੇਸਮੈਂਟ ਹੋਣੀ ਚਾਹੀਦੀ ਹੈ। ਉਹਦੇ ਵਿੱਚੋਂ ਇਹਨਾਂ ਨੂੰ ਪੰਜਾਬ ਦੇ ਵਿੱਚ ਕਾਮਯਾਬੀ ਜਿਹੜੀ ਆ ਉਹ ਮਿਲੀ ਸੀਗੀ। ਪਰ ਦੇਖੀਏ ਉਸ ਆਮ ਆਦਮੀ ਪਾਰਟੀ ਦੀ ਪ੍ਰੋਬਲਮ ਕੀ ਰਹੀ। ਕੱਲੀ ਦਿੱਲੀ ਦੀ ਸੈਂਟਰਲ ਲੀਡਰਸ਼ਿਪ ਦੀ ਓਵਰ ਅਥੋਰੀਟੇਰੀਅਨਿਜ਼ਮ ਹੈ ਜਿਹੜਾ, ਉਹ ਕੱਲਾ ਪ੍ਰੋਬਲਮ ਨਹੀਂ ਰਿਹਾ। ਪੰਜਾਬ ਦੇ ਵਿੱਚ ਵੀ ਜਿੰਨਾ ਸੈਗਮੈਂਟ ਲੀਡਰਸ਼ਿਪ ਦੇ ਵਿੱਚ ਗਿਆ ਸੀਗਾ, ਉਹਦੀਆਂ ਇੰਟਰਨਲ ਪ੍ਰੋਬਲਮਸ ਬਹੁਤ ਜ਼ਿਆਦਾ ਸੀਗੀਆਂ। ਉਹ ਕਦੀ ਵੀ ਇੱਕ ਯੂਨਿਟ ਨਹੀਂ ਬਣ ਸਕੀ। ਉਹਨਾਂ ਦੇ ਨਾ ਬਣਨ ਕਰਕੇ ਇਹ ਗੱਲ ਹੋਈ ਕਿ ਦਿੱਲੀ ਵਾਲੇ ਹਰ ਗੱਲ ਨੂੰ ਉਹ ਮਤਲਬ ਜਿੱਦਾਂ ਇੱਕ ਨੂੰ ਦੂਸਰੇ ਦੇ ਖਿਲਾਫ ਲੜਾਉਂਦੇ ਆ, ਜਾਂ ਆਪਾਂ ਆਮ ਸੁਣੀਦਾ ਆ ਵੀ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਆਪਣੀ ਗੱਲ ਜਿਹੜੀ ਆ ਉਹ ਮਨਵਾ ਜਾਂਦਾ ਜਾਂ ਆਪਣੇ ਅਨੁਸਾਰ ਮਾਹੌਲ ਕਰ ਜਾਂਦਾ। ਸੋ ਉਹ ਸਥਿਤੀ ਪੰਜਾਬ ਦੀ ਲੀਡਰਸ਼ਿਪ ਨੇ ਵੀ ਬਣਨ ਦਿੱਤੀ। ਸੋ ਹੁਣ ਦੇ ਸਮੇਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਹੈਗਾ ਆ, ਮਸਲਾ ਇਹ ਨਹੀਂ ਹੈਗਾ ਕਿ ਕਿਸੇ ਇੱਕ ਪਰਟੀਕੂਲਰ ਫੇਸ ਨੂੰ CM ਦਾ ਫੇਸ ਐਲਾਨ ਰਹੇ ਆ ਜਾਂ ਨਹੀਂ ਐਲਾਨ ਰਹੇ।
ਮਸਲਾ ਇਹ ਹੈ ਕਿ ਇਹਨਾਂ ਦਾ ਪੋਲੀਟੀਕਲ ਕਲਚਰ ਹੈ ਜਿਹੜਾ ਉਹ ਦੂਜਿਆਂ ਦੇ ਨਾਲੋਂ ਵੱਖਰਾ ਨਹੀਂ ਹੈਗਾ। ਇਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ। ਜੇ ਤੁਹਾਡਾ ਪੋਲੀਟੀਕਲ ਕਲਚਰ ਵੱਖਰਾ ਨਹੀਂ ਹੈਗਾ, ਫਿਰ ਤੁਹਾਡੀ ਇੰਪਲੀਮੈਂਟੇਸ਼ਨ ਜਾਂ ਮਤਲਬ ਉਹ ਪੰਜਾਬ ਸੈਂਟਰਿਕ ਨਹੀਂ ਹੋ ਸਕਦਾ। ਜੇ ਬਾਕੀਆਂ ਦਾ ਅਮਲ ਪੰਜਾਬ ਸੈਂਟਰਿਕ ਨਹੀਂ ਹੈਗਾ, ਉਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਵੀ ਨਹੀਂ ਹੈਗਾ। ਇਟ ਡਜ਼ਨਟ ਮੈਟਰ ਕਿ ਕਿਸੇ ਦੇ ਮਤਲਬ ਕਲੀਅਰਲੀ ਡਿਸੀਜਨ ਜਿਹੜੇ ਆ ਜਾਂ ਕਾਂਗਰਸ ਦੇ ਜਾਂ ਆਮ ਆਦਮੀ ਪਾਰਟੀ ਦੇ ਕਿ ਉਹ ਦਿੱਲੀ ਤੋਂ ਹੁੰਦੇ ਨੇ, ਤੇ ਬਾਦਲ ਸਾਹਿਬ ਇਹ ਦਾਅਵਾ ਕਰਦੇ ਆ ਕਿ ਸਾਡੇ ਜਿਹੜੇ ਆ ਅਸੀਂ ਲੋਕਲ ਆ, ਅਸੀਂ ਲੋਕਲ ਡਿਸੀਜਨ ਲੈਂਦੇ ਆ। ਪੰਜਾਬ ਨੂੰ ਕੇਂਦਰ 'ਚ ਰੱਖ ਕੇ ਡਿਸੀਜਨ ਲੈਣ ਵਾਲਾ ਕੋਈ ਵੀ ਨਹੀਂ ਹੈਗਾ। ਨਹੀਂ, ਮੇਰੇ ਖਿਆਲ 'ਚ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਇਹ ਹਾਈਲਾਈਟ ਕੀਤਾ ਕਿ ਪੰਜਾਬ ਸੈਂਟਰਿਕ ਖਾਲੀ ਰੀਜਨਲ ਹੋਣਾ ਜਾਂ ਉੱਥੇ ਦਾ ਬੇਸਡ ਹੋਣਾ ਉਹੀ ਪੰਜਾਬ ਸੈਂਟਰਿਕ ਪਾਰਟੀ ਨਹੀਂ ਬਣਾਉਂਦਾ। ਤੋ ਆਈ ਥਿੰਕ ਇਟ ਆਨਸਰਸ ਦ ਕੁਐਸਚਨ ਫॉर ਆवर ਆਡੀਅנס ਐਜ਼ ਵੈਲ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਉਹ ਬਾਰ-ਬਾਰ ਹਰ ਰੈਲੀ 'ਚ ਸੁਖਬੀਰ ਸਿੰਘ ਬਾਦਲ ਹੁਣੀ ਇਸੇ ਗੱਲ ਨੂੰ ਹਾਈਲਾਈਟ ਕਰਦੇ ਰਹੇ ਨੇ ਕਿ ਅਸੀਂ ਪੰਜਾਬ ਬੇਸਡ ਹਾਂ, ਸੋ ਵੀ ਆਰ ਪੰਜਾਬੀਜ਼। ਬਟ ਆਈ ਥਿੰਕ ਯੂ ਆਨਸਰ ਦਿਸ ਵੈਰੀ ਵੈਲ ਕਿ ਖਾਲੀ ਪੰਜਾਬ 'ਚ ਬੇਸ ਹੋਣਾ ਪੰਜਾਬੀ ਨਹੀਂ ਬਣਾਉਂਦਾ ਪਾਰਟੀ ਨੂੰ, ਪੰਜਾਬ ਦੇ ਸੈਂਟਰਿਕ ਨਹੀਂ ਬਣਾਉਂਦਾ। So I think just we will take up on what do you think about the Congress's future and the issues that Congress faces. So I think just you want to take that up. ਹਾਂਜੀ ਹਾਂਜੀ ਬਿਲਕੁਲ। ਇੱਕ ਪਰਮਜੀਤ ਜੀ, ਹੁਣ ਤੁਸੀਂ ਪਹਿਲਾਂ ਵੀ ਇਹਨੂੰ ਟੱਚ ਕੀਤਾ ਟੌਪਿਕ ਨੂੰ, ਤੇ ਆਫ ਕੋਰਸ ਕੇਓਸ ਜਿਹੜਾ ਹੋਇਆ ਪੰਜਾਬ ਹਰ ਪਾਰਟੀ 'ਚ ਹੀ ਹੈ, ਬਟ ਕਾਂਗਰਸ ਜਿਸ ਟਾਈਮ ਜ਼ਿਆਦਾ ਉੱਭਰ ਕੇ ਦਿਖ ਰਿਹਾ। ਇੱਥੇ ਤੱਕ ਕਿ ਆਪਣਾ 4 ਮਹੀਨੇ ਰਹਿੰਦੇ ਸੀ ਤੇ ਆਪਾਂ CM ਸਾਹਿਬ ਵੀ ਬਦਲਤੇ। ਤੇ ਇਸ 'ਚ ਆਈ ਥਿੰਕ ਇੱਕ ਇਸ਼ੂ ਅਲੋਂਗ ਵਿਦ ਮੈਨੀ ਅਦਰ ਰੀਜ਼ਨਸ ਕਿ ਸਿੱਧੂ ਸਾਹਿਬ ਰਾਈਜ਼ ਕਰ ਰਹੇ ਹੈ ਕਾਂਗਰਸ 'ਚ, ਇੱਕ ਇਸ਼ੂ ਜਿਹੜਾ ਐਟਲੀਸਟ ਫਰੇਮ ਹੋ ਕੇ ਆ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਇਜ਼ ਸੀਰੀਅਸ ਅਬਾਊਟ ਗੈਟਿੰਗ ਜਸਟਿਸ ਜਿਹੜੇ ਆਪਣੇ ਬੇਅਦਬੀਆਂ ਦੇ ਮਾਮਲੇ 'ਚ। ਉੱਥੇ ਨਵਜੋਤ ਸਿੰਘ ਸਿੱਧੂ ਇੰਨੇ ਸੀਰੀਅਸ ਹੈ ਕਿ ਉਹਨਾਂ ਨੇ ਲੜਾਈ ਤੱਕ ਮੋਲ ਲੈ ਲਈ ਹੈ, ਆਪਣੀ ਸੈਂਟਰਲ ਹਾਈ ਕਮਾਂਡ ਨਾਲ ਰੈਜ਼ਿਗਨੇਸ਼ਨ ਤੱਕ ਦੇਤਾ ਕਿ ਤੁਸੀਂ APS ਦਿਓਲ ਤੇ IPS ਸਹੋਟਾ ਵਰਗਿਆਂ ਨੂੰ ਕਿਉਂ AG ਤੇ DGP ਲਾਤਾ, ਤੇ ਮੈਂ ਆਪਣਾ PCC ਦਾ ਅਹੁਦਾ ਛੱਡਣ ਨੂੰ ਤਿਆਰ ਹਾਂ ਇਸ ਪਿੱਛੇ, ਕਿਉਂਕਿ ਮੇਰੇ ਲਈ ਬੇਅਦਬੀਆਂ ਤੋਂ ਉੱਤੇ ਕੋਈ ਨਹੀਂ, ਮੇਰੇ ਲਈ ਕਰਪਸ਼ਨ ਨੂੰ ਹਟਾਉਣ 'ਚ ਜਿਹੜਾ ਸਾਥ ਦਊਗਾ ਉਹੀ ਮੇਰੇ ਨਾਲ ਹੈ। ਤਾਂ ਇਹ ਇੱਕ ਫਰੇਮਿੰਗ ਸਾਹਮਣੇ ਆ ਰਹੀ ਹੈ, ਤਾਂ ਇਹਦੇ 'ਤੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਬਰੀਫ 'ਚ ਕਿ ਤੁਸੀਂ ਕੀ ਸਮਝਦੇ ਹੋ ਕਿ ਕਿੰਨੀ ਕੁ ਜੈਨੂਇਨਨੈਸ ਨਾਲ ਦੇਖ ਰਹੀ ਹੈ ਇਹਨੂੰ ਆਪਣੀ ਪੰਜਾਬ ਦੀ ਸਪੈਸ਼ਲੀ ਸਿੱਖ ਤੇ ਪੰਥਕ ਵੋਟ, ਕਿ ਕੀ ਉਹਨਾਂ ਨੂੰ ਐਕਚੁਅਲ 'ਚ ਭਰੋਸਾ ਹੈ ਕਿ ਅਗਲੇ 3 ਮਹੀਨੇ 'ਚ ਕੁਛ ਐਵੇਂ ਦਾ ਹੋਊਗਾ ਜਿਹੜਾ ਕਿ ਪਹਿਲਾਂ ਨਹੀਂ ਹੋ ਸਕਿਆ ਕੈਪਟਨ ਸਾਹਿਬ ਦੀ ਸਰਕਾਰ 'ਚ। ਜੀ, ਮੈਂ ਥੋੜ੍ਹਾ ਜਿਹਾ ਇੱਕ ਇਸ਼ੂ ਜੇ ਤੁਸੀਂ ਇਜਾਜ਼ਤ ਦਿਓ ਤਾਂ ਟੱਚ ਕਰਨਾ ਚਾਹੁੰਦਾ ਹਾਂ ਕਿ ਬੜੇ ਬੰਦਿਆਂ ਨੂੰ ਲੱਗਿਆ ਕਿ ਜਿਹੜੀ ਰਿਪਲੇਸਮੈਂਟ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਿ ਉਹ ਇੱਕਦਮ ਹੋ ਗਈ। ਦੇਖੋ, ਪਿਛਲੇ ਤਕਰੀਬਨ 1.5 ਸਾਲ ਤੋਂ ਪੰਜਾਬ ਦੀ ਪੋਲੀਟਿਕਸ ਨੂੰ ਨੀਝ ਨਾਲ ਦੇਖਣ ਵਾਲੇ ਬੰਦੇ ਜਿਹੜੇ ਥੋੜ੍ਹੇ ਕ੍ਰਿਟੀਕਲ ਹੋ ਕੇ ਦੇਖਦੇ ਆ, ਉਹ ਇਸ ਗੱਲ ਦੇ ਵਿੱਚ ਸਪਸ਼ਟ ਸੀਗੇ ਕਿ ਅਮਰਿੰਦਰ ਸਿੰਘ ਹੋਣੀ BJP ਦੇ ਨਾਲ ਬਹੁਤ ਜ਼ਿਆਦਾ ਅੰਡਰਸਟੈਂਡਿੰਗ ਦੇ ਵਿੱਚ ਚੱਲ ਰਹੇ ਆ, ਤੇ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਵੀ ਇਹ ਗੱਲ ਸਮਝਦੀ ਸੀਗੀ ਕਿ ਹੁਣ ਇਹਨਾਂ ਦੇ ਉੱਪਰ ਹੋਰ ਜ਼ਿਆਦਾ ਟਰਸਟ ਨਹੀਂ ਕੀਤਾ ਜਾ ਸਕਦਾ। ਇਹ ਕਿਸੇ ਵੀ ਸਮੇਂ ਮਤਲਬ ਹੁਣ ਤਾਂ ਕਾਂਗਰਸ ਦੇ ਰਹਿੰਦਿਆਂ ਹੋਇਆਂ ਉਹਨਾਂ ਦੇ ਏਜੰਡੇ ਨੂੰ ਪਰਸਿਊ ਕਰਦੇ ਨੇ, ਤੇ ਕਾਂਗਰਸ ਨੂੰ ਛੱਡ ਕੇ ਉੱਧਰ ਉਹਨਾਂ ਦੇ ਨਾਲ ਕਿਸੇ ਵੀ ਅੰਡਰਸਟੈਂਡਿੰਗ ਦੇ ਵਿੱਚ ਜਾ ਸਕਦੇ ਆ। ਈਵਨ ਜਿਹੜੀ ਰਿਪਲੇਸਮੈਂਟ ਹੋਈ ਇਹਦਾ ਵੀ ਥੋੜ੍ਹਾ ਜਿਹਾ ਕੰਟੈਕਸਟ ਦੇਖਣ ਦੀ ਲੋੜ ਹੈਗੀ ਹੈ। ਤੁਸੀਂ ਦੇਖੋ, ਕੁਝ ਇੱਕ ਡਾਟਸ ਆਪਾਂ ਨੂੰ ਕਨੈਕਟ ਕਰਕੇ ਦੇਖਣੀਆਂ ਪੈਣੀਆਂ ਕਿ ਇੱਕ ਤਾਂ ਪੰਜਾਬ ਦੇ ਵਿੱਚ ਕੁਝ ਇੱਕ ਬੇਅਦਬੀ ਦੀਆਂ ਘਟਨਾਵਾਂ ਦੁਬਾਰਾ ਵਾਪਰਨੀਆਂ ਸ਼ੁਰੂ ਹੋਈਆਂ। ਦੂਸਰੀ ਗੱਲ ਇਹ ਹੋਈ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਆਈ। ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਦਾ ਕਿਸ ਤਰ੍ਹਾਂ ਦਾ ਰੌਂ ਰਿਹਾ ਉਹ ਤੁਸੀਂ ਉਹਨਾਂ ਦੀਆਂ ਟਿੱਪਣੀਆਂ ਤੋਂ ਦੇਖ ਸਕਦੇ ਹੋ। ਤੀਸਰੀ ਗੱਲ ਇਹ ਹੈ ਕਿ ਜਿਹੜਾ ਸਲਿਊਸ਼ਨ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਗਵਰਨਮੈਂਟ ਕਿਸਾਨ ਯੂਨੀਅਨਾਂ ਨੂੰ ਆਫਰ ਕਰਦੀ ਆ ਰਹੀ ਹੈ ਪਿਛਲੇ ਸਾਰੇ ਸਮੇਂ ਤੋਂ, ਬੇਸ਼ੱਕ ਆਫੀਸ਼ੀਅਲੀ ਗੱਲਬਾਤ ਬੰਦ ਆ, ਪਰ ਬੈਕਡੋਰ ਚੈਨਲਸ ਜਿਹੜੇ ਹੈਗੇ ਉਹਨਾਂ ਦੇ ਰਾਹੀਂ ਲਗਾਤਾਰ ਉਹਦੇ ਉੱਪਰ ਸਲਿਊਸ਼ਨ ਆਫਰ ਕੀਤਾ ਜਾਂਦਾ ਰਿਹਾ ਆ। ਉਹਨਾਂ ਦੇ ਆਪਣੇ ਪਰਸਪੈਕਟਿਵ ਤੋਂ ਵੀ ਇਹ ਹੋ ਸਕਦਾ ਹੈ। ਗੱਲ ਜਿਹੜੀ ਆ ਉਹ MSP ਦੇ ਉੱਪਰ ਆ ਕੇ ਅੜ ਜਾਂਦੀ ਰਹੀ ਹੈ। ਇਹ ਗੱਲ ਬੜੀ ਜ਼ਿਆਦਾ ਚਰਚਾ ਦੇ ਵਿੱਚ ਸੀਗੀ ਜਿਹੜੇ ਜਾਣਕਾਰ ਸਰਕਲਸ ਨੇ ਉਹਨਾਂ ਦੇ ਵਿੱਚ, ਕਿ ਗਵਰਨਮੈਂਟ ਉਸ ਸਲਿਊਸ਼ਨ ਨੂੰ ਇੱਕ ਐਫੀਡੇਵਿਟ ਦੇ ਤੌਰ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਪੇਸ਼ ਕਰੂਗੀ। ਉਹਦੇ ਵਿੱਚ ਅਮਰਿੰਦਰ ਸਿੰਘ ਹੋਣਾ ਦੇ ਨਾਲ ਜਿਹੜੀ ਅੰਡਰਸਟੈਂਡਿੰਗ ਆ ਉਹ ਹੋ ਗਈ ਸੀਗੀ।
ਤੇ ਪੰਜਾਬ ਜਿਹੜੀ ਕਿਸਾਨ ਯੂਨੀਅਨਾਂ ਦੇ ਵਿੱਚੋਂ ਜਿਹੜੇ ਪੋਲੀਟੀਕਲੀ ਥੋੜਾ ਝੁਕਾਅ ਰੱਖਦੇ ਆ, ਉਹਨਾਂ ਨੂੰ ਉਹਦੇ ਨਾਲ ਸਹਿਮਤ ਕੀਤਾ ਜਾਊਗਾ। ਰਿਪਰੈਸ਼ਨ ਕਿੰਨਾ ਕੁ ਹੋਣਾ, ਉਹਦਾ ਕਿੰਨਾ ਕੁ ਰਿਸਪੌਂਸ ਹੋਣਾ ਆ, ਉਹ ਹਰਿਆਣੇ ਦੇ ਵਿੱਚ ਉਹਨਾਂ ਨੇ 2-3 ਵਾਰ ਟੈਸਟ ਕਰਕੇ ਦੇਖ ਲਿਆ ਸੀਗਾ। ਤੇ ਪੰਜਾਬ ਦੇ ਜੋ ਗੱਲ ਸਮਝ ਆਉਂਦੀ ਆ, ਇਹ ਆਉਂਦੀ ਹੈ ਕਿ ਸੁਪਰੀਮ ਕੋਰਟ ਦੇ ਰਾਹੀਂ ਇੱਕ ਪੋਲੀਟੀਕਲ ਸੋਲਿਊਸ਼ਨ ਨੂੰ ਜੁਡੀਸ਼ੀਅਲ ਇੰਟਰਵੈਂਸ਼ਨ ਦੇ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਹੋਣੀ ਸੀਗੀ। ਪੰਜਾਬ ਦੇ ਵਿੱਚੋਂ ਅਮਰਿੰਦਰ ਸਿੰਘ ਹੋਣਾ ਨੇ ਉਸ ਗੱਲ ਦੇ ਨਾਲ ਖੜਨਾ ਸੀਗਾ, ਤੇ ਜਿਹੜੀ ਆਪੋਜੀਸ਼ਨ ਹੋਣੀ ਸੀਗੀ ਜਾਂ ਕੁਝ ਵੀ ਹੋਣਾ, ਉਹਨੂੰ ਰਿਪਰੈਸ਼ਨ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਣੀ ਸੀਗੀ। ਜਿਹਦੇ ਵਿੱਚੋਂ ਇਹ ਗੱਲ ਧਿਆਨ ਦਿਓ ਕਿ ਉਸ ਸੁਣਵਾਈ ਤੋਂ ਇਮੀਡੀਏਟਲੀ ਪਹਿਲਾਂ ਅਮਰਿੰਦਰ ਸਿੰਘ ਹੋਣਾ ਦੀ ਰਿਪਲੇਸਮੈਂਟ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਰ ਦਿੱਤੀ ਗਈ, ਜਿਹਦਾ ਜਿਹੜਾ ਕ੍ਰੈਡਿਟ ਆ ਉਹ ਨਵਜੋਤ ਸਿੰਘ ਸਿੱਧੂ ਹੋਣਾ ਦੇ ਵੱਲੋਂ ਲਿਆ ਜਾਂਦਾ ਆ। ਪਰ ਉਹਦੇ ਪਿੱਛੇ ਅਸਲੀ ਗੱਲ ਇੱਕ ਇਹ ਵੀ ਹੈਗੀ ਹੈ ਕਿ ਜਿਹੜੀ ਲੀਡਰਸ਼ਿਪ ਆ ਦਿੱਲੀ ਦੀ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ, ਉਹ ਵੀ ਇਸ ਗੱਲ ਨੂੰ ਸਮਝ ਸਕੇ ਸੀਗੇ ਕਿ ਹੁਣ ਕਿਸੇ ਸਮੇਂ ਵੀ ਵੱਡੀ ਗੱਲ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਵਾਪਰ ਸਕਦੀ ਆ, ਜਿੰਨੇ ਪੋਲੀਟਿਕਸ ਦੇ ਡਾਇਨਾਮਿਕਸ ਜਿਹੜੇ ਹੈਗੇ ਆ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਬਦਲਦੇ ਨੇ। ਨਵਜੋਤ ਸਿੰਘ ਸਿੱਧੂ ਹੋਣਾ ਦਾ ਇਹ ਹੈਗਾ ਆ ਕਿ ਉਹਨਾਂ ਨੇ ਅਜੇ ਤੱਕ ਇਹ ਦਿਖਾਇਆ ਕਿ ਮੈਂ ਆਪਣੀ ਜਿੱਦ ਦੇ ਉੱਪਰ ਪੱਕਾ ਹੁੰਦਾ ਆ, ਮੈਂ ਜਿਹੜੇ ਮਸਲੇ ਦੇ ਉੱਪਰ ਖੜਦਾ ਆ ਮੈਂ ਉਹਦੇ ਉੱਪਰ ਉਸੇ ਤਰ੍ਹਾਂ ਹੀ ਨਿਭਦਾ ਆ, ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਕੋਰੀਡੋਰ ਵਾਲੇ ਮਸਲੇ ਦੇ ਵਿੱਚ ਵੀ ਹੋਇਆ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਚੱਲਣ ਵਾਲੇ ਮਸਲੇ ਦੇ ਵਿੱਚ ਵੀ ਹੋਇਆ, ਜਾਂ ਹੁਣ ਉਹਨਾਂ ਦੇ ਵੱਲੋਂ ਵਾਰ-ਵਾਰ ਬੇਅਦਬੀ ਮਾਮਲਿਆਂ ਦੇ ਮਸਲੇ ਦੇ ਵਿੱਚ ਗੱਲ ਚੁੱਕੀ ਜਾ ਰਹੀ ਹੈ। ਚਲੋ ਮੈਂ ਇਹ ਕਹਿੰਦਾ ਵੀ ਆਪਾਂ ਹਾਲ ਦੀ ਘੜੀ ਕਿਸੇ ਦੀ ਵੀ ਨੀਤ ਦੇ ਉੱਪਰ ਕੁਐਸਚਨ ਨਹੀਂ ਕਰਦੇ, ਆਪਾਂ ਮੰਨ ਲੈਂਦੇ ਹਾਂ ਕਿ ਉਹਨਾਂ ਨੇ ਇਸੇ ਤਰ੍ਹਾਂ ਹੀ ਕਰਨਾ ਹੈ। ਪਰ ਇਹ ਗੱਲ ਦੇਖਣੀ ਚਾਹੀਦੀ ਹੈ ਕਿ ਇਸੇ ਕਾਂਗਰਸ ਗਵਰਨਮੈਂਟ ਦੇ ਸਮੇਂ ਦੇ ਦੌਰਾਨ ਪੁਲਿਸ ਦੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਵਾਰ-ਵਾਰ ਸਾਹਮਣੇ ਆ ਗਈ ਸੀ ਕਿ ਜਿਹੜਾ ਮੌੜ ਬੰਬ ਬਲਾਸਟ ਹੋਇਆ ਆ ਉਹਦੇ ਪਿੱਛੇ ਡੇਰੇ ਸਿਰਸੇ ਦੇ ਬੰਦਿਆਂ ਦਾ ਹੱਥ ਆ, ਉਹਨਾਂ ਦੀ ਵਰਕਸ਼ਾਪ ਦੇ ਵਿੱਚੋਂ ਬਣਾਇਆ ਗਿਆ। ਵਾਰ-ਵਾਰ ਨੈਸ਼ਨਲ ਸਿਕਿਉਰਿਟੀ ਦੀ ਗੱਲ ਕੀਤੀ ਜਾਂਦੀ ਹੈ, ਇੱਥੇ ਦਾ ਮਾਹੌਲ ਵਿਗੜਨ ਦੀ, ਬੰਬ ਧਮਾਕੇ ਹੋਣ ਦੀ ਗੱਲ ਕੀਤੀ ਜਾਂਦੀ ਹੈ। ਅਮਰਿੰਦਰ ਸਿੰਘ ਹੋਣੀ ਗੱਡੀਆਂ ਲੱਥਣ ਤੋਂ ਬਾਅਦ ਹੀ ਵਾਰ-ਵਾਰ ਇਹ ਕਹਿ ਰਿਹਾ ਕਿ ਟਿਫਨ ਬੰਬ ਫੜੇ ਜਾ ਰਹੇ, ਇਹ ਹੋ ਰਿਹਾ, ਸਾਰਾ ਕੁਝ ਹੋ ਰਿਹਾ। ਇੱਕ ਸਿਨੈਰੀਓ ਦੇ ਬਾਰੇ 'ਚ ਗੱਲ ਕੀਤੀ ਜਾਂਦੀ ਹੈ, ਪਰ ਉਹ ਸਿਨੈਰੀਓ ਜੇਕਰ ਔਨ ਗਰਾਊਂਡ ਕਿਤੇ ਰਿਫਲੈਕਟ ਹੋਇਆ ਪਿਛਲੇ ਸਾਰੇ ਸਮੇਂ ਦੇ ਦੌਰਾਨ, ਤੇ ਉਹ ਇਲੈਕਸ਼ਨ ਦੇ ਦੌਰਾਨ ਜਿਹੜਾ ਮੌੜ ਬਲਾਸਟ ਹੋਇਆ ਸੀਗਾ ਉਸ ਰੂਪ ਦੇ ਵਿੱਚ ਹੋਇਆ। ਬਾਕੀ ਤਾਂ ਅਜੇ ਤੱਕ ਸਾਰੀਆਂ ਗੱਲਾਂ ਹੀ ਨੇ। ਹੁਣ ਉਸ ਕੇਸ ਨੂੰ ਪਰਸਿਊ ਕਰਨ ਤੋਂ ਤਾਂ ਪੰਜਾਬ ਗਵਰਨਮੈਂਟ ਨੂੰ ਕੋਈ ਨਹੀਂ ਰੋਕ ਰਿਹਾ। ਉਸ ਮਾਮਲੇ ਦੇ ਵਿੱਚ ਕੋਈ ਅੜਿੱਕਾ ਨਹੀਂ ਹੈਗਾ। ਉਸ ਮਾਮਲੇ ਦੇ ਵਿੱਚ CBI ਇਹ ਜਿੱਦ ਕਰਕੇ ਨਹੀਂ ਬੈਠੀ ਹੋਈ ਕਿ ਨਹੀਂ ਅਸੀਂ ਕੇਸ ਬੰਦ ਕਰਵਾਉਣਾ ਆ। ਉਹ ਮਾਮਲੇ ਦੇ ਬਾਰੇ ਦੇ ਵਿੱਚ ਕਦੀ ਵੀ ਨਵਜੋਤ ਸਿੰਘ ਸਿੱਧੂ ਹੋਣੀ ਗੱਲ ਜਿਹੜੀ ਆ ਉਹ ਨਹੀਂ ਕਰਨਗੇ, ਕਿਉਂਕਿ ਪਤਾ ਆ ਕਿ ਉਹ ਇਸ਼ੂ ਜੇਕਰ ਖੁੱਲਦਾ ਆ ਤਾਂ ਡੀਪ ਸਟੇਟ ਦਾ ਪੰਜਾਬ ਦੇ ਵਿੱਚ ਬਹੁਤ ਕੁਝ ਹੈਗਾ ਆ ਜਿਹੜਾ ਖੁੱਲ੍ਹ ਕੇ ਸਾਹਮਣੇ ਆ ਜਾਣਾ ਹੈ। ਇਸ ਕਰਕੇ ਉਹਦੇ ਬਾਰੇ ਦੇ ਵਿੱਚ ਗੱਲ ਨਹੀਂ ਕੀਤੀ ਜਾਂਦੀ। ਇਸ ਮਾਮਲੇ ਦੇ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਇਮੋਸ਼ਨਲ ਅਪੀਲ ਦਾ ਮਸਲਾ ਆ। ਉਹਨਾਂ ਨੂੰ ਪਤਾ ਆ ਕਿ ਪਹਿਲਾਂ ਪਿਛਲੀ ਵਾਰ ਅਮਰਿੰਦਰ ਸਿੰਘ ਹੋਣਾ ਨੇ ਇਸ ਮਸਲੇ ਨੂੰ, ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਜਿਹੜੇ ਪੰਥਕ ਸਰੋਕਾਰ ਨੇ ਜਾਂ ਸਿੱਖਾਂ ਦੀਆਂ ਭਾਵਨਾਵਾਂ ਨੇ ਉਹ ਇੰਡੀਅਨ ਵੋਟ ਪੋਲੀਟਿਕਸ ਦੀ ਪੱਠੀ ਨੂੰ ਮਗਾਉਣ ਦਾ ਬਾਲਣ ਬਣਦੀਆਂ। ਸੋ ਜੇ ਭਾਵਨਾ ਨੂੰ ਆਪਾਂ ਛੱਡ ਦਈਏ, ਉਹਨੂੰ ਐਨਾਲਿਟੀਕਲ ਹੋ ਕੇ ਥੋੜਾ ਜਿਹਾ ਦੇਖੀਏ, ਇਸ ਮਾਮਲੇ ਦੇ ਵਿੱਚ ਵੀ ਇਹੀ ਗੱਲ ਵਾਪਰਦੀ ਜਿਹੜੀ ਆ ਉਹ ਨਜ਼ਰ ਆ ਰਹੀ ਆ। ਨਹੀਂ ਤਾਂ ਜਿੰਨੀਆਂ ਕਨੈਕਟਡ ਡਾਟਸ ਹੈਗੇ ਆ, ਤੁਸੀਂ ਸਾਰਿਆਂ ਦੇ ਮਾਮਲੇ ਦੇ ਵਿੱਚ ਐਕਟ ਕਰਨ ਦੀ ਗੱਲ ਕਰੋ। ਜਿੰਨੀਆਂ ਗੱਲਾਂ ਅਮਰਿੰਦਰ ਸਿੰਘ ਹੋਣੀ ਅਧੂਰੀਆਂ ਛੱਡੀਆਂ ਸੀਗੀਆਂ, ਜਿਹੜੀਆਂ ਉਹਨਾਂ ਨੇ ਨਹੀਂ ਕੀਤੀਆਂ, ਉਹ ਆਪਦੀ ਇੰਟਰਵੈਂਸ਼ਨ ਦੇ ਰਾਹੀਂ ਰੋਕ ਦਿੰਦੇ ਰਹੇ ਆ, ਉਹਨਾਂ ਸਾਰੀਆਂ ਦੇ ਉੱਪਰ ਗੱਲ ਕਰੋ। ਪਰ ਉਹਨਾਂ ਮਸਲਿਆਂ ਦੇ ਉੱਪਰ ਤੁਸੀਂ ਉਸ ਤਰੀਕੇ ਦੇ ਨਾਲ ਗੱਲ ਨਹੀਂ ਕਰਦੇ। ਤੁਸੀਂ ਉਹਨਾਂ ਮਸਲਿਆਂ ਦੇ ਉੱਪਰ ਗੱਲ ਕਰਦੇ ਆ ਜਿਹੜੇ ਲੋਕਾਂ ਦੇ ਵਿੱਚ ਇਮੋਸ਼ਨਲ ਅਪੀਲ ਕਰਦੇ ਹੋਣ, ਤੇ ਜਿਸ ਤਰ੍ਹਾਂ ਉਹਨਾਂ ਨੇ ਪਿਛਲੀ ਵਾਰ ਇੱਕ ਮਾਹੌਲ ਅਮਰਿੰਦਰ ਸਿੰਘ ਹੋਣੀ ਬਣਾਉਣ ਦੇ ਵਿੱਚ ਕਾਮਯਾਬ ਹੋਏ ਸੀਗੇ, ਉਹ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰ ਰਹੇ ਨੇ। ਸੋ ਮੈਨੂੰ ਲੱਗਦਾ ਕਿ ਬੇਸ਼ੱਕ ਬਾਕੀ ਤੁਸੀਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਹੈਗਾ ਆ, ਦੇਖੋ ਜ਼ਿਆਦਾਤਰ ਲੋਕ ਤਾਂ ਜੋ ਘਟਨਾਕ੍ਰਮ ਵਾਪਰ ਰਿਹਾ ਹੁੰਦਾ ਉਹ ਉਸੇ ਨੂੰ ਹੀ ਦੇਖਦੇ ਆ। ਤੇ ਇੱਕ ਮੀਡੀਆ ਤੇ ਖਾਸ ਕਰਕੇ ਸੋਸ਼ਲ ਮੀਡੀਆ ਨੇ ਇਹ ਜ਼ਰੂਰ ਬਣਾ ਦਿੱਤਾ ਆ, ਉਹਨੇ ਨਿੱਕੀ ਨਿੱਕੀ ਗੱਲ ਦੇ ਉੱਪਰ ਜੋ ਬਿਲਕੁਲ ਸੁਪਰਫਿਸ਼ੀਅਲ ਲੈਵਲ ਦਾ ਜਾਂ ਮਤਲਬ ਸਰਫੇਸ ਲੈਵਲ ਦਾ ਵਰਤਾਰਾ ਆ, ਉਹਨੇ ਉਸੇ ਨੂੰ ਹੀ ਇੰਨਾ ਜ਼ਿਆਦਾ ਚਰਚਾ ਦੇ ਵਿੱਚ ਰੱਖਣਾ ਹੈ। ਤੇ ਹੁਣ ਲੋਕਾਂ ਦੀ ਇੰਗੇਜਮੈਂਟ ਤੇ ਇੰਨੇ ਜ਼ਿਆਦਾ ਤਰੀਕੇ ਕੱਢ ਲਏ ਗਏ ਆ। ਤੇ ਸਿੱਧੂ ਨੇ ਅਸਤੀਫਾ ਦੇ ਦਿੱਤਾ, ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹਰ ਇੱਕ ਬੰਦੇ ਨੇ ਉਹਦੇ ਤੇ ਕਮੈਂਟ ਕਰਨਾ, ਬੰਦੇ ਨੂੰ ਲੱਗਦਾ ਮੈਂ ਇਸ ਇਸ਼ੂ ਦੇ ਵਿੱਚ ਪਾਰਟੀਸਪੇਟ ਕਰ ਲਿਆ। ਸੋ ਉਹ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਹੋਇਆ ਆ, ਜਿਸ ਤਰ੍ਹਾਂ ਦਾ ਮੈਂ ਕਹਿ ਸਕਦਾ ਕਿ ਇੱਕ ਤਿਲਿਸਮ ਜਿਹਾ ਸਿਰਜਿਆ ਹੋਇਆ ਆ, ਉਹਦੇ ਵਿੱਚੋਂ ਥੋੜੇ ਹਿੱਸੇ ਨੇ ਜਿਹੜੇ ਇਸ ਗੱਲ ਨੂੰ ਐਨਾਲਿਟਿਕਲੀ ਦੇਖਣ ਦੀ ਰੁਚੀ ਰੱਖਦੇ ਆ। ਬਾਕੀ ਬੰਦੇ ਤਾਂ ਜੋ ਦਿਖਾਇਆ ਜਾ ਰਿਹਾ ਉਹਦੇ ਵੱਲ ਨੂੰ ਝੁਕਾਅ ਰੱਖਦੇ ਆ। ਬਾਕੀ ਇਹ ਹੈ ਕਿ ਇਹ ਗੱਲ ਹੁਣ ਵੋਟ ਪੋਲੀਟਿਕਸ ਦੀਆਂ ਜਾਂ ਵੋਟਾਂ ਦੇ ਵਿੱਚ ਕਿੰਨਾ ਰਿਅਲਾਈਜ਼ ਹੋਊਗੀ, ਜਾ ਕੇ ਇਹਦਾ ਕਿੰਨਾ ਬੈਨੀਫਿਟ ਹੋਊਗਾ, ਇਹ ਦੇਖਣ ਵਾਲੀ ਗੱਲ ਹੋਊਗੀ। ਕਿਉਂਕਿ
ਚੰਨੀ ਸਾਹਿਬ ਨੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਮੂਵ ਕਰਨਾ ਸ਼ੁਰੂ ਕੀਤਾ ਆ, ਸਿੱਧੂ ਸਾਹਿਬ ਦੇ ਵਾਸਤੇ ਇਹ ਵੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮ ਜਿਹੜੀ ਆ ਉਹ ਬਣ ਜਾਣੀ ਹੈ ਪੋਲੀਟਿਕਸ ਦੇ ਨਜ਼ਰੀਏ ਤੋਂ। ਸੋ ਇਹਨਾਂ ਦੋਵਾਂ ਧਿਰਾਂ ਦੇ ਸਿਰਫ ਅਮਰਿੰਦਰ ਸਿੰਘ ਜਾਂ ਸਿੱਧੂ ਜਾਂ ਕਾਂਗਰਸ, ਅਮਰਿੰਦਰ ਸਿੰਘ, ਬੀਜੇਪੀ, ਬਾਦਲ, ਇਹਦੇ ਤੋਂ ਇਲਾਵਾ ਵਿਦਿਨ ਕਾਂਗਰਸ ਵੀ ਜਿਹੜਾ ਇੱਕ ਪਾਵਰ ਸਟਰਗਲ ਬਿਲਕੁਲ ਸਾਹਮਣੇ ਆ ਰਹੀ ਹੈ, ਔਰ ਜਿਹੜੀ ਸਵੀਅਰ ਹੋਣੀ ਹੈ, ਜਿਸ ਤਰ੍ਹਾਂ ਇਹ ਮੂਵ ਕਰ ਰਹੇ ਲੋਕਾਂ ਦੇ ਵਿੱਚ ਵਿਚਰ ਰਹੇ ਆ ਜਾ ਕੇ ਨਵੇਂ ਸੀਐਮ, ਉਹਦੇ ਨਾਲ ਤੇ ਉਹਦੇ ਵਿੱਚ ਵੀ ਇਹਨਾਂ ਦੀ ਇੰਟਰਨਲ ਪੋਲੀਟਿਕਸ ਜਿਹੜੀ ਆ ਉਹ ਸਾਹਮਣੇ ਆਉਣੀ ਹੈ। ਤੇ ਇਦਾਂ ਦੇ ਮਾਮਲਿਆਂ ਦੇ ਵਿੱਚ ਫਿਰ ਇਹ ਵੀ ਦੇਖਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਹੋਣੀ ਜਿਹੜੀ ਇੱਕ ਪੋਲੀਟੀਸ਼ੀਅਨ ਦੇ ਕੋਲ ਇੱਕ ਆਪਾਂ ਕਹਿੰਦੇ ਆ ਕਿ ਇੱਕ ਤਹੰਮਲ ਚਾਹੀਦਾ ਹੁੰਦਾ ਆ, ਇੱਕ ਉਹਨੂੰ ਪੇਸ਼ੈਂਸ ਚਾਹੀਦੀ ਹੁੰਦੀ ਹੈ, ਉਹ ਵੀ ਨਹੀਂ ਹੈਗੀ ਕਈ ਮਾਮਲਿਆਂ ਦੇ ਵਿੱਚ, ਖਾਸ ਕਰਕੇ ਇਮੋਸ਼ਨਲ ਮਾਮਲਿਆਂ ਦੇ ਵਿੱਚ ਇਹ ਜਿਹੜੀ ਕਾਹਲ ਆ ਇਹ ਕੰਮ ਕਰ ਜਾਂਦੀ ਹੈ। ਤੇ ਪਰ ਉਹਦੇ ਲੌਂਗ ਟਰਮ ਜਿਹੜੇ ਫਾਲ ਆਊਟ ਆ ਉਹ ਫੇਵਰ ਦੇ ਵਿੱਚ ਨਹੀਂ ਜਾਂਦੇ ਹੁੰਦੇ। ਇਹ ਗੱਲ ਹੁਣ ਦੇਖਣ ਵਾਲੀ ਹੋਊਗੀ ਕਿ ਇਹਨਾਂ ਮਾਮਲਿਆਂ ਨੂੰ ਇਹ ਕਿਸ ਤਰ੍ਹਾਂ ਐਡਰੈਸ ਕਰਦੇ। ਰਾਈਟ, ਆਈ ਥਿੰਕ ਵੈਰੀ ਵੈਲ ਐਕਸਪਲੇਨਡ। ਔਰ ਤੁਸੀਂ ਨੇ ਬਹੁਤ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਸੁਪਰਫਿਸ਼ੀਅਲ ਲੈਵਲ ਤੋਂ ਉੱਪਰ ਉੱਠ ਕੇ ਦੇਖਣਾ ਪੈਣਾ ਇਹਨਾਂ ਸਾਰਿਆਂ ਮਾਮਲਿਆਂ ਨੂੰ, ਅਤੇ ਇਹ ਸਾਰਾ ਬਹੁਤ ਪਹਿਲਾਂ ਵੀ ਹੁੰਦਾ ਰਿਹਾ। ਐਂਡ ਵੈਰੀ ਰਾਈਟਡਲੀ ਤੁਸੀਂ ਪੁਆਇੰਟ ਕੀਤਾ ਹੋਇਆ ਹੈ ਕਿ ਬਹੁਤ ਸਾਰੇ ਐਸੇ ਮਸਲੇ ਵੀ ਨੇ ਜਿਹੜੇ ਆਮ ਲੋਕਾਂ ਦੀ ਯਾਦਾਸ਼ਤ 'ਚੋਂ ਸ਼ਾਇਦ ਨਿਕਲ ਗਏ ਨੇ, ਪਰ ਸਟੇਟ ਉਹਨਾਂ ਨੂੰ ਪਰਸੂ ਨਹੀਂ ਕਰ ਰਹੀ ਹੈ। ਹਾਲਾਂਕਿ ਉਹਨਾਂ ਸਟੇਟ ਕੋਲ ਪੂਰੀ ਅਥੋਰਿਟੀ ਹੈ ਉਹਨਾਂ ਮਸਲਿਆਂ ਨੂੰ ਪਰਸੂ ਕਰਨ ਦੀ। ਸੋ ਮੋਰ ਔਰ ਲੈਸ ਕਿਹਾ ਜਾ ਸਕਦਾ ਅਗਰ ਡੀਪ ਐਨਾਲਾਈਜ਼ ਕੀਤਾ ਜਾਏ ਕਿ ਆਈ ਵਾਸ਼ ਹੀ ਹੈ, ਐਂਡ ਡਿਫਰੈਂਟ ਓਪੀਨੀਅਨਸ ਹੋ ਸਕਦੇ ਨੇ ਗਰਾਊਂਡ 'ਤੇ ਡਿਪੈਂਡਿੰਗ ਔਨ ਸੋਸ਼ਲ ਮੀਡੀਆ ਐਂਡ ਜਿਸ ਤਰ੍ਹਾਂ ਦੀ ਓਪੀਨੀਅਨਸ ਬਣਦੀ ਨੇ। ਸੋ ਐਕਸਟੈਂਡਿੰਗ ਮੇਰੇ ਖਿਆਲ 'ਚ ਹੁਣ ਅਸੀਂ ਕਿਉਂਕਿ ਇਸ ਹਫ਼ਤੇ ਇੱਕ ਬਹੁਤ ਹੀ ਇੰਪੋਰਟੈਂਟ ਅਤੇ ਬਹੁਤ ਹੀ ਮੰਦਭਾਗਾ ਐਪੀਸੋਡ ਲਖੀਮਪੁਰ 'ਚ ਹੋਇਆ। ਸੋ ਉਸ ਤੋਂ ਬਾਅਦ ਲਖੀਮਪੁਰ 'ਚ ਕਿਸਾਨ ਸ਼ਹੀਦੀਆਂ ਤੋਂ ਬਾਅਦ ਜਿਨ੍ਹਾਂ ਨੂੰ ਬੀਜੇਪੀ ਦੇ ਬੰਦਿਆਂ ਨੇ, ਬੀਜੇਪੀ ਦੇ ਮਿਨਿਸਟਰ ਅਤੇ ਉਹਦੇ ਪੁੱਤਰ ਨੇ ਆਪਣੀ ਗੱਡੀ ਥੱਲੇ ਰੋਣ ਤਾ, ਉਸ ਤੋਂ ਬਾਅਦ ਇੱਕ ਮਾਹੌਲ ਬਣਿਆ ਹੋਇਆ ਹੈ ਜਿਸ ਵਿੱਚ ਸਾਰੇ ਪੋਲੀਟੀਸ਼ੀਅਨ ਜਿਹੜੇ ਨੇ ਲਖੀਮਪੁਰ ਜਾ ਰਹੇ ਨੇ। ਸੋ ਇਸ ਮਸਲੇ 'ਚ ਦੋ ਕੁਐਸਚਨ ਅਸੀਂ ਪੁੱਛਣਾ ਚਾਹੁੰਦੇ ਹਾਂ ਪਰਮਜੀਤ ਜੀ। ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਲਖੀਮਪੁਰ 'ਚ ਜਿਹੜਾ ਮਸਲਾ ਹੋਇਆ ਉਹਦਾ ਇੰਪੈਕਟ ਕਿਸਾਨੀ ਸੰਘਰਸ਼ 'ਤੇ ਕੀ ਪਏਗਾ, ਅਤੇ ਦੂਜਾ ਕੁਐਸਚਨ ਜਿਹੜਾ ਮੇਰਾ ਉਹ ਇਹ ਹੈ ਕਿ ਲਖੀਮਪੁਰ 'ਚ ਜਿੰਨੇ ਵੀ ਪੋਲੀਟੀਸ਼ੀਅਨਸ ਇਸ ਮਸਲੇ ਨੂੰ ਚੁੱਕ ਰਹੇ ਨੇ, ਹਾਲਾਂਕਿ ਤੁਸੀਂ ਕੀ ਮੰਨਦੇ ਹੋ ਕਿ ਪੋਲੀਟੀਸ਼ੀਅਨਸ ਨੂੰ ਇਸ ਮਸਲੇ ਨੂੰ ਇੰਨਾ ਚੁੱਕਣਾ ਚਾਹੀਦਾ ਸੀ, ਜਾਂ ਫਾਰਮਰਸ ਲੀਡਰਸ ਜਿਹੜੇ ਨੇ ਆਪਣੇ, ਕਿ ਉਹਨਾਂ ਨੂੰ ਪੋਲੀਟੀਸ਼ੀਅਨਸ ਨੂੰ ਇੰਨੀ ਲੈਵਰੇਜ ਦੇਣੀ ਚਾਹੀਦੀ ਹੈ ਕਿ ਉਹ ਇਸ ਮਸਲੇ ਨੂੰ ਓਵਰਟੇਕ ਕਰ ਲੈਣ ਜਾਂ ਆਪਣਾ ਹਾਈਜੈਕ ਕਰ ਲੈਣ ਇੱਕ ਤਰੀਕੇ ਨਾਲ। ਅਤੇ ਤੀਜਾ ਕੁਐਸਚਨ ਮੇਰਾ ਇਹ ਹੋਏਗਾ ਇਸ 'ਤੇ ਕਿ ਕੀ ਤੁਸੀਂ ਮੰਨਦੇ ਹੋ ਕਿ ਲਖੀਮਪੁਰ 'ਚ ਜਿਹੜਾ ਹਾਦਸਾ ਵਾਪਰਿਆ ਮੰਦਭਾਗਾ, ਉਹਦਾ ਇੰਪੈਕਟ ਪੰਜਾਬ ਦੀ ਇਲੈਕਸ਼ਨਸ 'ਤੇ ਪਏਗਾ, ਯੂਪੀ ਦੀ ਇਲੈਕਸ਼ਨਸ 'ਤੇ ਪਏਗਾ ਹੀ? ਕੀ ਤੁਸੀਂ ਮੰਨਦੇ ਹੋ ਕਿ ਲਖੀਮਪੁਰ 'ਚ ਜੋ ਹੋਇਆ ਉਹ ਪੰਜਾਬ ਦੀ ਇਲੈਕਸ਼ਨਾਂ 'ਤੇ ਉਹਦਾ ਇੰਪੈਕਟ ਕੋਈ ਹੋਏਗਾ? ਮੈਂ ਤੀਜੇ ਕੁਐਸਚਨ ਤੋਂ ਸ਼ੁਰੂ ਕਰਦਾ ਵੈਰੀ ਬਰੀਫਲੀ ਕਿ ਬੀਜੇਪੀ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਸੈਂਟੀਮੈਂਟ ਪੰਜਾਬ ਤੇ ਸਿੱਖਾਂ ਦੇ ਵਿੱਚ ਬਣਿਆ ਹੋਇਆ ਹੈ, ਇਸ ਘਟਨਾ ਤੋਂ ਬਾਅਦ ਉਹ ਹੋਰ ਜ਼ਿਆਦਾ ਐਗਰੀਗੇਟ ਹੋਣਾ, ਹੋਰ ਜ਼ਿਆਦਾ ਸਟਰੋਂਗ ਹੋਣਾ ਹੈ। ਤੇ ਉਹਦੇ ਵਾਸਤੇ ਬੀਜੇਪੀ ਨੂੰ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਕੋਈ ਵੀ ਪੋਲੀਟੀਕਲ ਮੂਵ ਕਰਨਾ ਔਖਾ ਹੋਇਆ ਸੀਗਾ, ਤੇ ਉਹ ਹੁਣ ਪਹਿਲਾਂ ਦੇ ਨਾਲੋਂ ਵੀ ਹੋਰ ਜ਼ਿਆਦਾ ਔਖਾ ਜਿਹੜਾ ਆ ਉਹ ਹੋਊਗਾ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਸੀਗੀ ਕਿ ਕੀ ਕਿਸਾਨ ਲੀਡਰਸ਼ਿਪ ਨੂੰ ਇੰਨਾ ਜ਼ਿਆਦਾ ਟੇਕ ਓਵਰ ਕਰਨ ਦੇਣਾ ਚਾਹੀਦਾ ਆ ਪੋਲੀਟੀਕਲ ਲੀਡਰਸ਼ਿਪ ਨੂੰ ਇਸ ਮਸਲੇ ਦੇ ਵਿੱਚ, ਕਿਉਂਕਿ ਬਹੁਤ ਸਾਰੇ ਆਗੂ ਉੱਥੇ ਜਾ ਰਹੇ ਨੇ। ਤੇ ਇੱਕ ਤੁਸੀਂ ਪਹਿਲੇ ਨੰਬਰ ਦੇ ਉੱਪਰ ਇਹ ਗੱਲ ਕੀਤੀ ਸੀਗੀ ਕਿ ਇਸ ਘਟਨਾਕ੍ਰਮ ਦਾ ਸੰਘਰਸ਼ ਦੇ ਉੱਪਰ ਕਿਸ ਤਰ੍ਹਾਂ ਦਾ ਅਸਰ ਪਊਗਾ। ਆਈ ਥਿੰਕ ਇਹ ਦੋਵੇਂ ਗੱਲਾਂ ਆਪਾਂ ਸਾਂਝੇ ਤੌਰ ਦੇ ਉੱਪਰ ਵਿਚਾਰ ਸਕਦੇ ਹਾਂ। ਦੇਖੋ, ਇਹ ਬਹੁਤ ਸਾਰੇ ਘਟਨਾਕ੍ਰਮ ਵਾਪਰੇ 26 ਜਨਵਰੀ ਤੱਕ ਤਾਂ ਆਪਾਂ ਇਸ ਮਸਲੇ ਦੀ ਸਟੀਪ ਜਿਹੜੀ ਆ ਜਾਂ ਉਹ ਤਾਂ ਨੂੰ ਜਾਂਦਿਆਂ ਦੇਖੀ ਆ, ਹੈ ਨਾ, ਗ੍ਰਾਫ। ਉਸ ਤੋਂ ਬਾਅਦ ਦੇ ਵਿੱਚ ਉਹ ਹੇਠਾਂ ਨੂੰ ਆਉਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਵੀ ਬਹੁਤ ਸਾਰੇ ਮਸਲੇ ਆਏ ਸੀਗੇ ਜਿੱਥੇ ਜੇਕਰ ਫਾਰਮਰਸ ਯੂਨੀਅਨ ਦੀ ਲੀਡਰਸ਼ਿਪ ਜਿਹੜੀ ਆ ਉਹ ਸਟਰਗਲ ਦੇ ਨੁਕਤੇ ਤੋਂ ਸਟੈਪ ਲੈਂਦੀ ਤਾਂ ਸਟਰਗਲ ਜਿਹੜੀ ਆ ਉਹ ਮਤਲਬ ਅੱਜ ਨਾਲੋਂ ਬਿਹਤਰ ਮਜ਼ਬੂਤ ਹਾਲਾਤ ਦੇ ਵਿੱਚ ਹੋ ਸਕਦੀ ਸੀਗੀ। ਹੁਣ ਉਹ ਜਿਹੜੀ ਸਟਰਗਲ ਆ ਉਹ ਇੱਕ ਐਜੀਟੇਸ਼ਨ ਦੇ ਰੂਪ ਦੇ ਵਿੱਚ ਸਰਵਾਈਵ ਕਰ ਰਹੀ ਹੈ, ਤੇ ਹਾਲ ਦੀ ਘੜੀ ਤੱਕ ਕਾਫੀ ਜ਼ਬਰਦਸਤ ਐਜੀਟੇਸ਼ਨ ਦੇ ਤੌਰ ਦੇ ਉੱਪਰ ਸਰਵਾਈਵ ਕਰ ਰਹੀ ਹੈ। ਪਰ ਉਹਦੇ ਵਿੱਚ ਜਿਹੜਾ ਇੱਕ ਸਟਰਗਲ ਵਾਲਾ ਮਾਦਾ ਸੀਗਾ ਉਹ ਪਹਿਲਾਂ ਦੇ ਨਾਲੋਂ ਜ਼ਾਹਰ ਜੀ ਗੱਲ ਹੈ ਬਹੁਤ ਜ਼ਿਆਦਾ ਘਟਿਆ। ਸੋ ਉਹਦੇ ਵਿੱਚ ਹੁਣ ਮੁੱਖ ਤੌਰ ਦੇ ਉੱਪਰ ਜਿਹੜੀ ਦਿੱਕਤ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਜਿਸ ਪੱਧਰ ਦਾ ਘਟਨਾਕ੍ਰਮ ਵਾਪਰਦਾ ਆ ਉਹਦੇ ਰਿਸਪੌਂਸ ਦੇ ਵਿੱਚ ਉਸ ਪੱਧਰ ਦਾ ਡਿਸੀਜ਼ਨ ਲੈਣ ਦਾ ਹੀਆ ਜਿਹੜਾ ਆ ਉਹ ਲੱਗਦਾ ਕਿ ਲੀਡਰਸ਼ਿਪ ਦੇ ਵਿੱਚ ਨਹੀਂ ਹੈਗਾ, ਤੇ ਉਹ ਕੌਨਫੀਡੈਂਸ ਵੀ
ਲੀਡਰਸ਼ਿਪ ਨੇ ਲੂਜ਼ ਕੀਤਾ, ਖਾਸ ਕਰਕੇ ਜਿਸ ਤਰ੍ਹਾਂ 26 ਜਨਵਰੀ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀਗਾ, ਉਸ ਤੋਂ ਬਾਅਦ ਦੇ ਵਿੱਚ ਉਹ ਉਸ ਤਰ੍ਹਾਂ ਦੇ ਕੌਨਫੀਡੈਂਸ ਦੇ ਵਿੱਚ ਨਹੀਂ ਆ ਸਕੇ ਕਿ ਜਿਹੜੇ ਮੌਕੇ ਬਣੇ ਨੇ ਉਹਨਾਂ ਦੇ ਉੱਪਰ ਜਿਸ ਤਰ੍ਹਾਂ ਦਾ ਇੱਕ ਸਟਰੋਂਗ ਡਿਸੀਜਨ ਲੈਣਾ ਚਾਹੀਦਾ, ਡਿਸੀਜਨ ਇਨ ਦਾ ਟਰਮ ਕਿ ਤੁਸੀਂ ਉਹਦੇ ਉੱਪਰ ਸਟਰਗਲ ਦਾ ਪ੍ਰੋਗਰਾਮ ਦਿਓ, ਉਹ ਨਹੀਂ ਹੈਗਾ। ਹੁਣ ਉਹ ਡਿਮਾਂਡਸ ਵਾਲਾ, ਜਿੱਦਾਂ ਇੱਕ ਐਜੂਟੇਸ਼ਨ ਦੀਆਂ ਡਿਮਾਂਡਸ ਹੁੰਦੀਆਂ ਕਿ ਇੱਥੇ ਹੋ ਗਿਆ ਤਾਂ ਕੰਪਨਸੇਸ਼ਨ ਦਿੱਤਾ ਜਾਣਾ ਚਾਹੀਦਾ ਜਾਂ ਇਸ ਤਰੀਕੇ ਦੇ ਨਾਲ, ਜਿੰਨੀ ਦੇਰ ਤੱਕ ਤੁਸੀਂ ਕਿਸੇ ਵੀ ਵਾਪਰ ਰਹੇ ਘਟਨਾਕ੍ਰਮ ਨੂੰ ਆਪਣੇ ਕੋਰ ਇਸ਼ੂ ਦੇ ਨਾਲ ਨਹੀਂ ਜੋੜੋਗੇ ਜਾਂ ਬਿਲਕੁਲ ਉਸੇ ਤੇ ਫੋਕਸ ਕਰਕੇ ਮਜ਼ਬੂਤੀ ਨਹੀਂ ਲਿਆਓਗੇ, ਉਨੀ ਦੇਰ ਤੱਕ ਮਤਲਬ ਜਿਹੜੀ ਸਟਰਗਲ ਆ ਉਹ ਉਸ ਤੋਂ ਅਗਲੇ ਫੇਜ਼ ਦੇ ਉੱਪਰ ਨਹੀਂ ਜਾਂਦੀ। ਉਹ ਉਸ ਲੈਵਲ ਦੇ ਉੱਪਰ ਖੜੀ ਆ, ਉਸ ਲੈਵਲ ਦੇ ਉੱਪਰ ਬੜੇ ਵਧੀਆ ਤਰੀਕੇ ਨਾਲ ਇੱਕ ਐਜੂਟੇਸ਼ਨ ਦੇ ਰੂਪ ਦੇ ਵਿੱਚ ਚੱਲ ਰਹੀ ਹੈ। ਸੋ ਇਸ ਸਥਿਤੀ ਦੇ ਵਿੱਚ ਜੇਕਰ ਕਿਸਾਨ ਲੀਡਰਸ਼ਿਪ ਇਸ ਪੱਖ ਤੋਂ ਡਿਸੀਜਨ ਲੈਂਦੀ ਹੈ, ਫਿਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੋਲੀਟੀਕਲ ਪਾਰਟੀਆਂ ਦੀ ਇਨਵੋਲਵਮੈਂਟ ਤੋਂ ਡਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਫਿਰ ਇਹ ਲੋਕ ਟੇਕ ਓਵਰ ਕਰਨ ਦੀ ਸਥਿਤੀ ਦੇ ਵਿੱਚ ਹੋਣਗੇ ਨਹੀਂ। ਦੂਜਾ ਇਹ ਹੈ ਕਿ ਜੇਕਰ ਪੋਲੀਟੀਕਲ ਪਾਰਟੀਆਂ ਵੀ ਸ਼ਾਰਪ ਹੋਣਗੀਆਂ ਤਾਂ ਉਹਨਾਂ ਨੂੰ ਵੀ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਇਹ ਸਟਰਗਲ ਜਿੰਨੀ ਦੇਰ ਤੱਕ ਕਿਸਾਨੀ ਸਟਰਗਲ ਦੇ ਤੌਰ ਦੇ ਉੱਪਰ ਰਹੂਗੀ, ਉਨੀ ਹੀ ਇਹਦੇ ਫੇਵਰ ਦੇ ਵਿੱਚ ਹੈਗੀ ਹੈ। ਹਾਂ, ਯੂਪੀ ਦੇ ਡਾਇਨਾਮਿਕਸ ਕਿੱਦਾਂ ਦੇ ਹੋ ਸਕਦੇ ਆ, ਉੱਥੇ ਰਕੇਸ਼ ਟਿਕੈਤ ਹੋਣਾ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਕਿੱਦਾਂ ਦੀਆਂ ਨੇ, ਉਹਦੇ ਤੋਂ ਸਮਾਜਵਾਦੀ ਪਾਰਟੀ, ਉਹਦੇ ਤੋਂ ਕਾਂਗਰਸ ਪਾਰਟੀ ਕਿੰਨੀਆਂ ਕੈਪਰੀਹੈਂਸਿਵ ਆਪਣੇ ਆਪ ਨੂੰ ਸਮਝ ਰਹੀਆਂ ਆ, ਉਹਦੇ ਬਾਰੇ ਦੇ ਵਿੱਚ ਮੈਂ ਟਿੱਪਣੀ ਨਹੀਂ ਕਰ ਸਕਦਾ, ਕਿਉਂਕਿ ਉਹਦੇ ਬਾਰੇ ਦੇ ਵਿੱਚ ਮੈਨੂੰ ਪਰਸਨਲ ਜਾਣਕਾਰੀ ਜਿਹੜੀ ਆ ਉਹ ਜਾਂ ਫੈਕਚੁਅਲ ਜਾਣਕਾਰੀ ਉੱਥੋਂ ਦੀ ਬਹੁਤੀ ਨਹੀਂ ਹੈਗੀ। ਉਹਦੇ 'ਚੋਂ ਇੱਕ ਗੱਲ ਤਾਂ ਜਿਹੜੀ ਆ ਉਹ ਇਹ ਬਿਲਕੁਲ ਸਾਫ਼ ਸਮਝ ਆ ਰਹੀ ਹੈ ਕਿ ਰਕੇਸ਼ ਟਿਕੈਤ ਹੋਣੀ ਪੋਲੀਟੀਕਲ ਐਸਪੀਰੇਸ਼ਨ ਇਸ ਮਾਮਲੇ ਦੇ ਵਿੱਚ ਰੱਖਦੇ ਆ। ਸੋ ਉਹਦੇ ਤੋਂ ਦੂਜੇ ਕਿੰਨੇ ਐਪਰੀਹੈਂਸਿਵ ਮਹਿਸੂਸ ਕਰਦੇ ਆ, ਫਿਰ ਉਹ ਇਹਦੇ ਵਿੱਚ ਸ਼ਾਮਲ ਹੋਣ ਬਾਰੇ ਸੋਚ ਸਕਦੇ ਆ। ਅਦਰਵਾਈਜ਼ ਇਹਦੇ ਵਿੱਚ ਫਾਇਦੇ ਵਾਲੀ ਗੱਲ ਜਿਹੜੀ ਆ ਉਹ ਇਹੀ ਹੈਗੀ ਹੈ ਕਿ ਪੋਲੀਟੀਕਲ ਪਾਰਟੀਆਂ ਜਿੰਨੀ ਕੁ ਸਪੋਰਟ ਉੱਥੇ ਜਾ ਕੇ ਜਾਂ ਆਪਣੀ ਹਮਦਰਦੀ ਅਜੇ ਤੱਕ ਤਾਂ ਦਿਖਾਉਣ ਤੱਕ ਉਹਨਾਂ ਨੇ ਰੱਖਿਆ ਆ, ਔਰ ਉਹਨਾਂ ਦੀ ਪਾਰਟੀਸਪੇਸ਼ਨ ਦੇ ਨਾਲ ਇਹ ਮਸਲਾ ਇੱਕ ਵਾਰ ਦੁਬਾਰਾ ਚਰਚਾ ਦੇ ਵਿੱਚ ਆਇਆ ਜਾਂ ਹਾਈਲਾਈਟ ਹੋਇਆ, ਜਾਂ ਆਪਾਂ ਕਹੀਏ ਕਿ ਸਿੱਧੇ ਨੰਗੇ ਚਿੱਟੇ ਰੂਪ ਦੇ ਵਿੱਚ ਜ਼ੁਲਮ ਦਾ ਦੌਰ ਹੀ ਇੱਕ ਇਸ ਤਰ੍ਹਾਂ ਦਾ ਆ ਗਿਆ, ਜਿਸ ਤਰ੍ਹਾਂ ਦੇ ਨਾਲ ਉੱਥੇ ਲੋਕਾਂ ਨੂੰ ਗੱਡੀਆਂ ਦੇ ਥੱਲੇ ਰੌਂਦ ਕੇ ਮਾਰਿਆ ਗਿਆ, ਕਿ ਇਹ ਇਸ਼ੂ ਇੱਕ ਵਾਰ ਦੁਬਾਰਾ ਫੋਕਸ ਦੇ ਵਿੱਚ ਆਇਆ ਆ। ਉਹ ਹੁਣ ਪੋਲੀਟੀਕਲ ਲੀਡਰਸ਼ਿਪ ਇਸ ਮੌਕੇ ਤੋਂ ਕੀ ਸੈਂਟਰਲ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰ ਸਕਦੀ ਹੈ, ਜਿੰਨਾ ਪ੍ਰੈਸ਼ਰ ਉਹਨਾਂ ਨੇ ਪਹਿਲਾਂ ਮਹਿਸੂਸ ਕਰ ਲਿਆ ਜਾਂ ਨਹੀਂ ਕਰ ਲਿਆ, ਉਹ ਪ੍ਰੋਗਰਾਮ ਦੇ ਉੱਪਰ ਡਿਪੈਂਡ ਕਰੂਗਾ। ਕਿਉਂਕਿ ਜੇਕਰ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਉਹਨੇ ਇਸ ਮਾਮਲੇ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ, ਮੰਤਰੀ ਦਾ ਜਿਹੜਾ ਮੁੰਡਾ ਸੀਗਾ ਉਹਦਾ ਨਾਂ ਵਿੱਚ ਜਿਹੜਾ ਆ ਉਹ ਸ਼ਾਮਲ ਕਰ ਦਿੱਤਾ FIR ਦੇ ਵਿੱਚ, ਇੱਧਰ ਜਿਹੜੀ ਆ ਉਹ ਬੇਨਾਮੀ FIR ਜਿਹੜੀ ਹੈ ਜਾਂ ਅਨਨੇਮਡ ਪਰਸਨਸ ਦੇ ਖਿਲਾਫ ਕੀਤੀ ਗਈ ਹੈ। ਜੇ ਲੀਗਲ ਪੱਖ ਤੋਂ ਦੇਖਿਆ ਜਾਵੇ ਤਾਂ ਛੋਟੀਆਂ ਗੱਲਾਂ ਨਹੀਂ ਹੈਗੀਆਂ, ਔਰ ਆਮ ਤੌਰ ਦੇ ਉੱਪਰ ਇਸ ਤਰ੍ਹਾਂ ਹੁੰਦਾ ਨਹੀਂ ਹੈ। ਉਹਦਾ ਕਾਰਨ ਜਿਹੜਾ ਸਮਝ ਆਉਂਦਾ ਇਹ ਹੈ ਕਿ BJP ਸਿੱਖਾਂ ਦੇ ਨਾਲ ਇਸ ਸਿਚੁਏਸ਼ਨ ਦੇ ਵਿੱਚ ਸਿੱਧੀ ਬਾਈਨਰੀ ਕੋਈ ਵੀ ਆਪਣੇ ਨਾਲ ਖੜੀ ਨਹੀਂ ਕਰਨਾ ਚਾਹੁੰਦੀ, ਇਸ ਕਰਕੇ ਉਹਨੇ ਇੰਨੀ ਛੇਤੀ ਇਸ ਮਾਮਲੇ ਦੇ ਉੱਪਰ ਕੀਤਾ ਤੇ BJP ਦੇ ਵਿਦਨ ਵੀ ਇਸ ਮਾਮਲੇ ਦੇ ਵਿੱਚ ਰਿਜ਼ੈਂਟਮੈਂਟ ਜਿਹੜੀ ਆ ਉਹ ਸਾਹਮਣੇ ਆਈ ਹੈ। ਹੁਣ ਇਹਦੇ ਤੋਂ ਅੱਗੇ ਕਿਸ ਤਰ੍ਹਾਂ ਦਾ ਨਿਕਲੂਗਾ, ਇਸ ਗੱਲ ਦੇ ਉੱਪਰ ਡਿਪੈਂਡ ਕਰੂਗਾ ਕਿ ਸਟਰਗਲ ਐਜੀਟੇਸ਼ਨ ਦੀ ਜਿਹੜੀ ਲੀਡਰਸ਼ਿਪ ਆ ਉਹ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਆਉਂਦੀ ਹੈ, ਜਿਹੜਾ ਕਿ ਅਜੇ ਤੱਕ ਉਹ ਨਹੀਂ ਲੈ ਕੇ ਆਈ। ਬਿਲਕੁਲ ਜੀ, ਥੈਂਕ ਯੂ ਸੋ ਮਚ ਪਰਮਜੀਤ ਜੀ। ਮੈਂ ਸੱਚੀ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ ਅੱਜ ਦੇ ਐਪੀਸੋਡ 'ਚ ਸਾਡੇ ਨਾਲ ਜੁੜਨ ਲਈ। ਆਈ ਥਿੰਕ ਜਿਹੜਾ ਤੁਸੀਂ ਪਰਸਪੈਕਟਿਵ ਪ੍ਰੋਵਾਈਡ ਕੀਤਾ ਅੱਜ ਫਰੋਮ not just Punjab's lens but also a very targeted ਸਿੱਖ ਤੇ ਪੰਥਕ ਲੈਂਸ ਤੋਂ ਬਹੁਤ ਹੀ ਜ਼ਿਆਦਾ ਅਪਰੀਸ਼ੀਏਟ ਮੈਂ ਵੀ ਕਰਦਾ ਤੇ ਆਮ ਸ਼ੋਰ ਸਾਡੇ ਲਿਸਨਰਸ ਜ਼ਰੂਰ ਕਰਨਗੇ। ਤੇ ਤੁਹਾਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਜੁੜਨ ਲਈ ਤੇ ਥੈਂਕ ਯੂ to all the listeners for once again listening to our second episode. We'll be signing off right now and we'll be seeing you in another 2 weeks. Any last words from you, Aman? No, I just want to thank Paramjeet ji for his words and ਜਿਨ੍ਹਾਂ ਉਹਨਾਂ ਨੇ contribute ਕੀਤਾ। I think very important perspective ਜਿਹੜਾ ਪੰਥਕ ਵੋਟ ਤੇ ਹੈ, ਪੰਥ ਦੇ issues ਤੇ ਹੈ and how it's related to
how these two things are different. ਸਾਨੂੰ ਪੰਥ ਦੇ ਜਿਹੜੇ ਪੰਥਕ ਮਸਲੇ ਉਹਨਾਂ ਨੂੰ ਸਿਰਫ ਇਲੈਕਸ਼ਨ ਦੇ ਇਸ ਤੋਂ ਨਹੀਂ ਦੇਖਣਾ ਚਾਹੀਦਾ, and all other perspectives on farmers protest and how farmer leaders need to strengthen the agitation. ਤੇ agitation ਅੱਜ ਕਿਸ ਮੋੜ ਤੇ ਆ ਕੇ ਖੜੀ ਹੈ। ਬਹੁਤ ਸਾਰੇ ਮਸਲਿਆਂ ਤੇ ਪਰਮਜੀਤ ਸਿੰਘ ਉਹਨਾਂ ਨੇ ਬਹੁਤ ਚੰਗੇ ਵਿਚਾਰ ਅਤੇ ਸਮਝ ਬੂਝ ਵਾਲੇ ਵਿਚਾਰ ਦਿੱਤੇ ਨੇ। ਥੈਂਕ ਯੂ once again Paramjeet ji, and thank you everybody for listening. We will be back with another episode with another guest. Thank you ਜੀ। ਮੇਰੇ ਵੱਲੋਂ ਵੀ ਤੁਹਾਡਾ ਦੋਵਾਂ ਵੀਰਾਂ ਦਾ ਤੇ ਬਾਜ਼ ਨਿਊਜ਼ ਦਾ ਸਾਰੇ ਸੁਣਨ ਵਾਲਿਆਂ ਦਾ ਧੰਨਵਾਦ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ।